सब ਨੂੰ ਜੈ ਮਸੀਹ ਦੀ जय मसीह दी। ਹਾਲੇਲੂਇਆ। थैंक यू जीसस। ਆइए ਅੱਜ ਦੀ ਸਭਾ ਨੂੰ ਸ਼ੁਰੂ ਕਰਦੇ ਹਾਂ ਛੋਟੀ ਜਿਹੀ ਦੁਆ ਦੇ ਨਾਲ। ਧੰਨਵਾਦ ਖੁਦਾਵੰਦ, ਤੁਹਾਡਾ ਸ਼ੁਕਰ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ, ਇਸ ਸਮੇਂ ਲਈ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਮਹਾਨ ਤੇ ਜੀਵਿਤ ਪਰਮੇਸ਼ਵਰ ਹੋ ਖੁਦਾਵੰਦ ਜੀ। ਤੁਹਾਡਾ ਧੰਨਵਾਦ ਕਰਦੇ ਹਾਂ ਯਾਕੂਬ ਦੇ ਪਰਮੇਸ਼ਵਰ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਇਸਾਕ ਦੇ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਔਰ ਤੁਹਾਡਾ ਸ਼ੁਕਰ ਕਰਦੇ ਕਿ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਸਾਡੇ ਲਈ ਇਸ ਦੁਨੀਆ ਤੇ ਭੇਜਿਆ ਤਾਂ ਕਿ ਹਰੇਕ ਜਿਹੜਾ ਹੈਗਾ ਬਚਾਇਆ ਜਾਵੇ। ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਜੀ, ਤੁਹਾਡਾ ਸ਼ੁਕਰ ਕਰਦੇ ਹਾਂ। ਤੁਹਾਡੇ ਵਚਨ 'ਚ ਲਿਖਿਆ ਕਿ ਤੁਸੀਂ ਉੱਠਦੇ ਬੈਠਦੇ ਜਾਗਦੇ ਫਿਰਦੇ ਚੱਲਦੇ ਤੁਸੀਂ ਖੁਦਾ ਦਾ ਧੰਨਵਾਦ ਕਰੋ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਸਾਹਾਂ ਲਈ ਜਿਹੜੇ ਤੁਸੀਂ ਸਾਡੇ ਵਿੱਚ ਫੂਕੇ ਪ੍ਰਭੂ ਜੀ। ਅਸੀਂ ਧੰਨਵਾਦ ਕਰਦੇ ਹਾਂ ਸਾਡਾ ਉੱਠਣਾ ਬੈਠਣਾ ਪ੍ਰਭੂ ਜੀ ਤੁਹਾਡੇ ਵਿੱਚ ਹੋਵੇ ਖੁਦਾਵੰਦ ਜੀ। ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਸਮੇਂ ਲਈ ਪ੍ਰਭੂ ਜੀ। ਮੈਂ ਇੱਕ ਲਈ ਦੁਆ ਕਰਦਾ ਖੁਦਾਵੰਦ ਜੀ, ਜਿੰਨੇ ਵੀ ਮੇਰੇ ਭੈਣ ਭਰਾ ਇਸ ਜਗ੍ਹਾ ਤੇ ਹੈਗੇ ਆ ਉਹਨਾਂ ਲਈ ਵੀ ਤੁਹਾਡਾ ਧੰਨਵਾਦ ਕਰਦਾ। ਜਿਹੜੇ ਆਨਲਾਈਨ ਵੀ ਦੇਖੋਗੇ ਜਾਂ ਦੇਖਦੇ ਪਏ ਆ ਉਹਨਾਂ ਲਈ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵੰਦ ਜੀ। ਔਰ ਜਿਹੜੇ ਰਸਤੇ ਵਿੱਚ ਆ ਰਹੇ ਮੈਂ ਉਹਨਾਂ ਲਈ ਵੀ ਤੁਹਾਡਾ ਧੰਨਵਾਦ ਕਰਦਾ ਖੁਦਾਵੰਦ ਜੀ। ਔਰ ਮੈਂ ਸਭ ਨੂੰ ਤੁਹਾਡੇ ਪਾਕ ਲਹੂ 'ਚ ਢੱਕਦਾ ਖੁਦਾਵੰਦ ਜੀ, ਇੱਕ ਇੱਕ ਜਨ ਨੂੰ। ਔਰ ਅੱਜ ਦੀ ਜਿਹੜੀ ਬੰਦਗੀ ਹੈਗੀ ਖੁਦਾਵੰਦ ਜੀ ਉਹਨੂੰ ਅਸੀਂ ਤੁਹਾਡੇ ਪਾਕ ਲਹੂ 'ਚ ਢੱਕਦੇ ਖੁਦਾਵੰਦ ਜੀ। ਔਰ ਅਸੀਂ ਆਤਮਾ ਔਰ ਸੱਚਾਈ ਨਾਲ ਤੁਹਾਡੀ ਆਰਾਧਨਾ ਕਰੀਏ ਖੁਦਾਵੰਦ ਜੀ, ਤਾਂ ਕਿ ਅਸੀਂ ਉਸ ਪਵਿੱਤਰ ਆਤਮਾ ਦੁਆਰਾ ਔਰ ਤੁਹਾਡੇ ਬੇਟੇ ਯੀਸ਼ੂ ਮਸੀਹ ਦੇ ਦੁਆਰਾ ਅਸੀਂ ਆਰਾਧਨਾ ਦੇ ਵਿੱਚ ਅੱਗੇ ਵੱਧਦੇ ਜਾਈਏ ਖੁਦਾਵੰਦ ਜੀ। ਤਾਂ ਕਿ ਪ੍ਰਭੂ ਤੁਸੀਂ ਸਾਡੀ ਆਰਾਧਨਾ ਨੂੰ ਸਵੀਕਾਰ ਕਰੋ ਖੁਦਾਵੰਦ ਜੀ, ਤੁਸੀਂ ਉਹਨੂੰ ਐਕਸੈਪਟ ਕਰੋ ਪ੍ਰਭੂ। ਕਿਉਂਕਿ ਹੈਵਨ ਦੇ ਵਿੱਚ ਪ੍ਰਭੂ ਜਦੋਂ ਵੀ ਹਰੇਕ ਕੋਈ ਤੁਹਾਡਾ ਸਤਿਕਾਰ ਤੇ ਤੁਹਾਡੀ ਆਰਾਧਨਾ ਸਿਰਫ ਇੱਕ ਗੱਲ ਕਰਕੇ ਕਰਦਾ ਕਿ ਤੁਸੀਂ ਪਵਿੱਤਰ ਆ ਮੇਰੇ ਪਿਤਾ ਪਰਮੇਸ਼ਵਰ ਜੀ। ਤੁਸੀਂ ਪਵਿੱਤਰ ਆ, ਤੁਸੀਂ ਪਵਿੱਤਰ ਆ, ਤੁਸੀਂ ਪਵਿੱਤਰ ਆ ਖੁਦਾਵੰਦ ਜੀ। ਤੁਹਾਡਾ ਧੰਨਵਾਦ ਕਰਦੇ ਤੁਹਾਡੀ ਪਵਿੱਤਰਤਾ ਲਈ ਪ੍ਰਭੂ ਜੀ। ਤੁਹਾਡਾ ਧੰਨਵਾਦ ਕਰਦੇ ਤੁਹਾਡੀ ਸੱਚਾਈ ਲਈ ਖੁਦਾਵੰਦ ਜੀ, ਕਿਉਂਕਿ ਤੁਸੀਂ ਸੱਚੇ ਪਰਮੇਸ਼ਵਰ ਹੋ ਪ੍ਰਭੂ ਜੀ। ਤੁਹਾਡੇ ਵਿੱਚ ਕੋਈ ਝੂਠ ਨਹੀਂ ਹੈ ਖੁਦਾਵੰਦ ਜੀ। ਤੁਸੀਂ ਇਸ ਧਰਤੀ ਨੂੰ ਬਣਾਇਆ, ਤੁਸੀਂ ਇਸ ਆਕਾਸ਼ ਨੂੰ ਬਣਾਇਆ, ਤੁਸੀਂ ਤਾਰੇ ਬਣਾਏ, ਤੁਸੀਂ ਇਨਸਾਨ ਦੀ ਰਚਨਾ ਕੀਤੀ ਖੁਦਾਵੰਦ ਜੀ। ਅਸੀਂ ਤੁਹਾਡਾ ਧੰਨਵਾਦ ਕਰਦੇ ਸਾਡੇ ਪਿਤਾ ਯਹੋਵਾ, ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਇਸ ਸਾਰੀ ਬੰਦਗੀ ਨੂੰ ਖੁਦਾਵੰਦ ਜੀ ਤੁਹਾਡੇ ਪਾਕ ਹੱਥਾਂ ਵਿੱਚ ਦਿੰਦੇ ਖੁਦਾਵੰਦ। ਜੋ ਵੀ ਅਸੀਂ ਗੀਤ ਗਾਈਏ, ਜੋ ਵੀ ਵਚਨ ਹੋਵੇ ਪ੍ਰਭੂ ਜੀ ਉਹ ਪਵਿੱਤਰ ਆਤਮਾ ਜੀ ਵੱਲੋਂ ਹੋਵੇ ਖੁਦਾਵੰਦ ਜੀ। ਅਸੀਂ ਤੁਹਾਡੇ ਪਾਕ ਰੂਹ ਦੀ ਮਮੂਰੀ ਔਰ ਉਹਦੀ ਹਜ਼ੂਰੀ ਮੰਗਦੇ ਖੁਦਾਵੰਦ, ਤਾਂ ਕਿ ਇਸ ਜਗ੍ਹਾ ਦੇ ਉੱਪਰ ਆਪਣੇ ਆਪ ਨੂੰ ਸਾਡੇ ਵਿੱਚ ਪ੍ਰਭੂ ਜੀ ਪਾਵੇ ਖੁਦਾਵੰਦ ਜੀ, ਤਾਂ ਕਿ ਅਸੀਂ ਉਹਦੇ ਅਨੁਸਾਰ ਵਰਸ਼ਿਪ ਕਰੀਏ, ਉਹਦੇ ਅਨੁਸਾਰ ਅਸੀਂ ਸਾਰੀ ਆਰਾਧਨਾ ਨੂੰ ਕਰੀਏ ਖੁਦਾਵੰਦ। ਤੁਹਾਡਾ ਸ਼ੁਕਰ ਕਰਦੇ ਹੋਏ ਇਸ ਛੋਟੀ ਦੁਆ ਨੂੰ ਖੁਦਾਵੰਦ ਆਪਣੇ ਮੁਕਤੀ ਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਪਾਕ ਨਾਮ 'ਚ ਮੰਗਦੇ ਹਾਂ, ਆਮੀਨ। आमीन। हालेलुया। प्रेज द लॉर्ड। प्रभु यीशु मसीह के नाम की जय। थैंक यू जीसस। आज ਦੀ ਆਰਾਧਨਾ ਨੂੰ ਅਸੀਂ ਜ਼ਬੂਰ ਪੜ੍ਹ ਕੇ ਸ਼ੁਰੂ ਕਰਾਂਗੇ। ਜ਼ਬੂਰ 96। ਯਹੋਵਾ ਲਈ ਇੱਕ ਨਵਾਂ ਗੀਤ ਗਾਓ, ਇਹ ਸਾਰੀ ਸ੍ਰਿਸ਼ਟੀ ਯਹੋਵਾ ਲਈ ਗਾਓ। ਯਹੋਵਾ ਲਈ ਗਾਓ, ਉਹਦੇ ਨਾਮ ਨੂੰ ਮੁਬਾਰਕ ਆਖੋ। ਉਹਦੀ ਮੁਕਤੀ ਦਾ ਦਿਨ ਦਿਨੋ ਦਿਨ ਪ੍ਰਚਾਰ ਕਰੋ। ਕੌਮਾਂ ਦੇ ਵਿੱਚ ਉਸ ਦੇ ਪ੍ਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਵਰਣਨ ਕਰੋ। ਯਹੋਵਾ ਤਾਂ ਮਹਾਨ ਹੈ ਅਤੇ ਅਤਿ ਉਸਤਤ ਯੋਗ ਵੀ ਹੈ। ਸਾਰੇ ਦੇਵਤਿਆਂ ਨਾਲੋਂ ਉਹ ਭੈਦਾਇਕ ਹੈ। ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, ਪਰ ਯਹੋਵਾ ਨੇ ਆਕਾਸ਼ ਬਣਾਏ। ਉਪਮਾ ਅਤੇ ਮਾਣ ਉਸ ਦੇ ਹਜ਼ੂਰ ਹਨ। ਸਮਰੱਥਾ ਅਤੇ ਸੌਂਪਣ ਉਹਦੇ ਪਵਿੱਤਰ ਭਵਨ ਵਿੱਚ। ਲੋਕਾਂ ਦਿਓ ਕੁੱਲੋ ਯਹੋਵਾ ਨੂੰ ਮੰਨੋ। ਹਾਂ, ਪ੍ਰਤਾਪ ਅਤੇ ਸਮਰੱਥਾ ਯਹੋਵਾ ਦੀ ਮੰਨੋ। ਪ੍ਰਤਾਪ ਯਹੋਵਾ ਦੇ ਨਾਮ ਦਾ ਮੰਨੋ। ਨਜ਼ਰਾਨਾ ਲੈ ਕੇ ਉਹਦੇ ਦਰਬਾਰ ਵਿੱਚ ਆਓ। ਯਹੋਵਾ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਟੇਕੋ। ਇਹ ਸਾਰੀ ਸ੍ਰਿਸ਼ਟੀ ਉਸ ਦੇ ਸਨਮੁਖ ਥਰ ਥਰ ਕਰੋ। ਕੌਮਾਂ ਵਿੱਚ ਆਖੋ ਭਈ ਯਹੋਵਾ ਰਾਜ ਕਰਦਾ ਹੈ, ਤਾਂ ਇਹ ਜਗਤ ਕਾਇਮ ਹੈ ਭਈ ਉਹ ਨਾ ਹਿੱਲੇ। ਉਹ ਲੋਕਾਂ ਦਾ ਇਨਸਾਫ ਨਾਲ ਨਿਆਂ ਕਰੇਗਾ। ਆਕਾਸ਼ ਆਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ। ਸਮੁੰਦਰ ਤੇ ਉਹਦੀ ਭਰਪੂਰੀ ਗਰਜੇ। ਮੈਦਾਨ ਅਤੇ ਜੋ ਕੁਝ ਉਹਦੇ ਵਿੱਚ ਹੈ ਬਾਗ ਬਾਗ ਹੋਵੇ। ਫਿਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣ ਯਹੋਵਾ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ। ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ। ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਆਪਣੀ ਸੱਚਾਈ ਨਾਲ ਨਿਆਂ ਕਰੇਗਾ। ਆਮੀਨ। ਆਮੀਨ। ਹਾਲੇਲੂਇਆ। ਪ੍ਰੇਜ਼ ਦ ਹਾਲੇਲੂਇਆ। ਆइए सब ਅਸੀਂ ਖੁਦਾ ਦੇ ਹਜ਼ੂਰੀ 'ਚ ਅਸੀਂ ਇਸ ਗੀਤ ਗਾਵਾਂਗੇ। ਜ਼ਬੂਰ 96 ਨੂੰ ਅਸੀਂ ਗਾਵਾਂਗੇ। ਆਓ ਇੱਕ ਨਵਾਂ ਗੀਤ ਰੱਬ ਲਈ ਗਾਓ। ਸਭ ਜੋ ਜ਼ਮੀਨ ਤੇ ਹੈ ਗਾਵਣ ਲਈ ਆਓ, ਗਾਵਣ ਲਈ ਆਓ। ਹਾਲੇਲੂਇਆ। ਪ੍ਰੇਜ਼ ਦ ਥੈਂਕ ਯੂ ਜੀਸਸ। ਹਾਲੇਲੂਇਆ। धन्यवाद धन्यवाद।
नाम की जय। धन्यवाद धन्यवाद। प्रभु ने वचन च लिखा हार ओ जी जिहदे अंदर प्राण है यहोवा दी आराधना करे। प्रेज द लॉर्ड। थैंक यू जीसस। हालेलुया। धन्यवाद। आओ एक नवा गीत रब लई गाओ, आओ एक नवा गीत रब लई गाओ, सब जो जमीन ते हो गावन लई आओ, सब जो जमीन ते हो गावन लई आओ। आओ एक नवा गीत, आओ एक नवा गीत रब लई गाओ, आओ एक नवा गीत रब लई गाओ, सब जो जमीन ते हो गावन लई आओ, सब जो जमीन ते हो गावन लई आओ। आओ एक नवा गीत। प्रेज द लॉर्ड। प्रभु ਦੇ ਵਚਨ ਚ ਲਿਖਿਆ ਨੱਚਦੇ ਗਾਉਂਦੇ ਹੋਏ ਉਹਦੇ ਫਾਟਕਾਂ 'ਚ ਪ੍ਰਵੇਸ਼ ਕਰੋ। ਧੰਨਵਾਦ ਦੀਆਂ ਭੇਟਾਂ ਚੜਾਓ ਮੇਰੇ ਭੈਣ ਭਰਾਵੋ, क्योंकि खुदावंद भला है और अच्छा दयालु परमेश्वर है। हालेलुया। प्रेज द लॉर्ड। करो सब जुर्गी यहोवा दे नाम दी, करो सब जुर्गी यहोवा दे नाम दी, रोज रोज मुक्ति ओसदी सुनाओ, रोज रोज मुक्ति ओसदी सुनाओ। आओ एक नवा गीत रब लई गाओ, आओ एक नवा गीत रब लई गाओ, सब जो जमीन पे हो गावन लई आओ, सब जो जमीन पे हो गावन लई आओ। आओ एक नवा गीत। हालेलुया। धन्यवाद धन्यवाद धन्यवाद। प्रेज द लॉर्ड। थैंक यू जीसस। प्रभु ਤੁਸੀਂ ਮਹਾਨ ਹੋ, ਤੁਹਾਡਾ ਨਾਮ ਮੁਬਾਰਕ ਹੈ। प्रेज द लॉर्ड। क्यों जो रब है सारे देवत्यां नालों वड्डा, क्यों जो रब है सारे देवत्यां नालों वड्डा, तुसी लायक और नालों उसनूं वड्डियाओ, तुसी लायक और नालों उसनूं वड्डियाओ। आओ एक नवा गीत रब लई गाओ, आओ एक नवा गीत रब लई गाओ, सब जो जमीन ते हो गावन लई आओ, सब जो जमीन ते हो गावन लई आओ। आओ एक नवा गीत। हालेलुया। प्रभु ਦੇ ਵਚਨ 'ਚ ਲਿਖਿਆ ਸਾਡਾ ਛੁਟਕਾਰਾ ਭੇਡ ਬੱਕਰੀਆਂ ਦੇ ਲਹੂ ਦਾ ਨਹੀਂ ਬਲਕਿ ਯਹੋਵਾ ਦੇ ਪਵਿੱਤਰ ਲਹੂ ਦਾ ਹੋਇਆ ਹੈ। ਉਹ ਆਤਮਾ ਮਹਾਨ ਪਰਮੇਸ਼ਰ ਹੈ, ਉਹ ਕੋਈ ਬੁੱਤ ਨਹੀਂ ਹੈ, ਉਹ ਜੀਵਿਤ और सच्चा खुदावंद है। हालेलुया। प्रेज द लॉर्ड। थैंक यू लॉर्ड। ਲੋਕਾਂ ਦੇ ਬੁੱਤ ਜਿਹੜੇ झूठे ते ना चीज ने, लोकां दे बुत जेड़े झूठे ते ना चीज ने, आसमान दे खुदावंद नूं खालिक बना, आसमान दे खुदावंद नूं खालिक बनाओ। आओ एक नवा गीत रब लई गाओ, आओ एक नवा गीत रब लई गाओ, सब जो जमीन ते हो गावन लई आओ, सब जो जमीन ते हो गावन लई आओ। आओ एक नवा गीत। ਉਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ। ਹਾਲੇਲੂਇਆ। थैंक यू लॉर्ड जीसस। ਉਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ, ਉਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ, ਪਾਕ ਘਰ ਵਿੱਚ ਉਹਦੀ ਨੇਕੀ ਨਾਲ ਆਓ, ਪਾਕ ਘਰ ਵਿੱਚ ਉਹਦੀ ਨੇਕੀ ਨਾਲ ਆਓ। आओ एक नवा गीत रब लई गाओ, आओ एक नवा गीत रब लई गाओ, सब जो जमीन पे हो गावन लई आओ, सब जो जमीन पे हो गावन लई आओ। आओ एक नवा गीत।
ਤੁਸੀਂ ਸਾਨੂੰ ਦਿੱਤਾ ਹੈ ਖੁਦਾਵੰਦ, ਅਸੀਂ ਸ਼ੁਕਰਗੁਜ਼ਾਰੀ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ, ਧੰਨਵਾਦ। ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ, ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ। ਕੌਮਾਂ ਕੇ ਬਜ਼ੁਰਗੀ ਬਤਾਓ, ਕੌਮਾਂ ਕੇ ਬਜ਼ੁਰਗੀ ਬਤਾਓ। आओ एक नवां गीत रब लई गाओ, आओ एक नवां गीत रब लई गाओ। सब जो ज़मीन ते ओ गावण लई आओ, सब जो ज़मीन ते ओ गावण लई आओ। आओ एक नवां गीत, आओ एक नवां गीत रब लई गाओ, आओ एक नवां गीत रब लई गाओ। सब जो ज़मीन ते ओ गावण लई आओ, सब जो ज़मीन ते ओ गावण लई आओ। प्रेज़ लॉर्ड, हालेलुया। रब लई गाओ, आओ एक नवां गीत रब लई गाओ। सब जो ज़मीन ते ओ गावण लई आओ, सब जो ज़मीन ते ओ गावण लई आओ। धन्यवाद। प्रेज़ लॉर्ड, हालेलुया। धन्यवाद, थोड़ा शुक्र करते हैं। आइए इस मिलके सुने दुआ च चलांगे। ਧੰਨਵਾਦ, ਧੰਨਵਾਦ, ਧੰਨਵਾਦ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ। ਅਸੀਂ ਡਰ ਦੇ ਕੰਮ ਦੇ ਤੁਹਾਡੇ ਚਰਨਾਂ ਚਾਹੁੰਦੇ ਹਾਂ ਪ੍ਰਭੂ। ਅਸੀਂ ਯੋਗੇ ਨਹੀਂ ਹਾਂ ਪ੍ਰਭੂ, ਤੁਹਾਡਾ ਅਨੁਗ੍ਰਹਿ ਆ ਕਿ ਤੁਸੀਂ ਸਾਨੂੰ ਯਿਸੂ ਦੇ ਵਸੀਲੇ ਆਪਣੇ ਕੋਲ ਬੁਲਾ ਲੈਂਦੇ ਹੋ ਪਿਆਰੇ ਪ੍ਰਭੂ ਜੀ। ਪਿਤਾ ਜੀ, ਅਸੀਂ ਪਾਪੀ ਤੇ ਗੁਨਾਹਗਾਰ ਜਦੋਂ ਯਿਸੂ ਮਸੀਹ ਸਾਡੇ ਲਈ ਮਰੇ ਪ੍ਰਭੂ, ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ, ਵਚਨ ਚ ਲਿਖਿਆ ਸਭ ਨੇ ਪਾਪ ਕੀਤਾ ਔਰ ਪਰਮੇਸ਼ਰ ਦੀ ਮਹਿਮਾ ਤੋਂ ਪਰੇ ਹੋ ਗਏ। ਖੁਦਾਵੰਦ, ਇਹ ਪਾਪ ਦਾ ਸੁਭਾਅ ਸਾਡੇ ਵਿਚਕਾਰ ਖਤਮ ਹੋ ਜਾਏ ਯਿਸੂ ਮਸੀਹ ਦੇ ਨਾਮ 'ਚ, ਕਿਉਂਕਿ ਤੁਹਾਡੀ ਉਪਸਥਿਤੀ 'ਚ ਛੁਟਕਾਰਾ ਹੈ ਪ੍ਰਭੂ। ਜਿੱਥੇ ਰੂਹ ਹੈ ਪਰਮੇਸ਼ਰ ਦਾ, ਉੱਥੇ ਛੁਟਕਾਰਾ ਹੈ। ਅੱਜ ਪਵਿੱਤਰ ਆਤਮਾ ਦੀ ਬਾਰਿਸ਼ ਹੋਏ ਖੁਦਾਵੰਦ, ਔਰ ਸਾਡੇ ਵਿੱਚ ਹਰ ਇੱਕ ਬੁਰਾਈ ਖੁਦਾਵੰਦ ਸੜ ਕੇ ਨਾਸ਼ ਹੋ ਜਾਏ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ। ਸਾਡੇ ਦਿਲਾਂ ਵਿੱਚ ਆਤਮਾ ਦਾ ਫਲ ਆਏ ਪ੍ਰਭੂ, ਤੁਹਾਡਾ ਪਿਆਰ ਆਏ, ਤੁਹਾਡੀ ਦਇਆ, ਧੀਰਜ, ਭਰੋਸਾ, ਕਿਰਪਾਲਗੀ, ਦਿਆਲਗੀ, ਨਮਰਤਾ, ਸੰਯਮ, ਸਹਿਨਸ਼ੀਲਤਾ ਪ੍ਰਭੂ, ਇਹ ਫਲਾਂ ਨਾਲ ਸਾਨੂੰ ਅੱਜ ਭਰ ਦਿਓ ਪ੍ਰਭੂ। प्रभु जी इस जगह ते आना प्रभु साडे सारे लिए मुबारक ठहरे और साडे अंदरों प्रभु सच्ची आराधना निकले जिहदे नाल तुहाडी महिमा होवे। हालेलुया। प्रभु यीशु मसीह के नाम की जय। प्रभु ने कहा जे तू अपने पूरे मन नाल मैनू लभे ते मैं लभ जावांगा। खुदावंद साडे नज़दीक है मेरे अजीजों, वो साडे नज़दीक है। खुदावंद दा नाम, ओदी कुदरत, ओदा जलाल साडे कोल है। प्रेज द लॉर्ड, हालेलुया। इस सुंदर समय लिए खुदावंद दा धन्नवाद करांगे, अपनी रूह तो गावांगे प्रभु नू। अज हर एक चिंता नू भुल के, हर एक परेशानी नू भुल के प्रभु दी उपस्थिति च खड़े होवांगे। वचन च लिखिया पवित्र आत्मा साडे लिए आए बर बर के दुआ करदा। कदों मेरे भैन भरावो, जदों साडा कोई एजेंडा नहीं हुंदा, जदों साडी कोई मंग नहीं हुंदी, फिर वो साडी रूह वास्ते दुआ करदा। जदों साडी शरीरिक गल्लां दी कोई मंग नहीं हुंदी, सानू कोई संसारिक चीज़ नहीं चाहिदी, उस वेले फिर वो तुहाडी रूह दी जिहड़ी जरूरत हुंदी आ, रूह दी खुराक हुंदी आ, वो खुदा कोलों मंगदा। तुहाडी रूह दी उन्नति लई परमेश्वर कोलों मंगदा। अज इस जगह ते खड़े होइए मेरे भैन भरावो, दुनिया नू भुल जाइए, दुनिया दी चिंतावां छड्ड के प्रार्थना करिए। पवित्र आत्मा जी अज मेरे लिए तुसीं दुआ करो, मेरे विचकार होकर काम करो, ताकि परमेश्वर की सिद्ध इच्छा मेरे जीवन च पूरी हो। हालेलुया। प्रेज द लॉर्ड, प्रेज द लॉर्ड, थैंक यू जीसस। धन्यवाद प्रभु जी, प्रेज द लॉर्ड। वचन च लिखिया यीशु नाम उत्तम नाम, यीशु नाम च हर एक बरकत आशीष है। यीशु नाम च बंद रस्ते खोल जाते, बंद दरवाजे खोल जाते हैं। परमेश्वर की आत्मिक आशीष सानू मिलती है। हालेलुया। अज दिल तो यीशु नाम नू पुकारांगे, प्रभु दी महिमा गावांगे, क्योंकि सब तो भली गल है। उस महान परमेश्वर की आराधना करना सब तो अच्छी गल है। हालेलुया। जो सारिया गल्लां दा करता है, जो सानू सब कुछ दिंदा है, जो साडे सिर ते शोभा दिंदा है, सानू खाने नू रोटी दिंदा है, सानू इज्जत दिंदा है, सानू तंदुरुस्ती दिंदा है, सानू अपने रूह नाल भरदा है, जिन्हें अपने लहू का एक कतरा सानू दे दिता। आइए उस प्रभु की आराधना चलांगे, यीशु जी के नाम नू जपांगे और दसांगे खुदावन
तू ही सब कुछ है। हालेलुया। अपनी जुबान को खोलांगे, इस गीत को मिलके गावांगे। यसु नाम, नाम जपा मैं तेरा, यसु तेरी हमद सुनावा। प्रभु मेरा रूह जिस्म जान तेरी आराधना करता है, क्योंकि तू महान है, तू मेरा करतार है, मेरा मालिक है, मेरा खुदावंद है, मेरा प्रभु है, मेरा प्रेमी है, मेरा उद्धार करता है। हालेलुया। ताली बजा के अपनी जुबान को खोल के गावांगे। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। यीशु मेरा मुक्ति दाता हो कहंदा जावा, यीशु मेरा मुक्ति दाता हो कहंदा जावा मैं, हो कहंदा जावा मैं, हो कहंदा जावा। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। यीशु मेरा मुक्ति दाता, यीशु मेरा मुक्ति दाता हो कहंदा, सब गावांगे। यीशु मेरा मुक्ति दाता हो कहंदा जावा मैं, हो कहंदा जावा मैं, हो कहंदा जावा। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। एक बार फिर, यीशु मेरा मुक्ति दाता हो कहंदा जावा। हालेलुया। आवाज़ां नूं खोल के हो कहंदा जावा मैं, हो कहंदा जावा। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। हालेलुया। धन्यवाद धन्यवाद धन्यवाद। प्रभु जी ने क्या मार्ग सच्चाई जीवन नहीं, मेरे तो बिना खुदा दे राज कोई नहीं जा सकता। मेरे पैर प्रभु ताड़ा था, मेरा मुंह झुका के साडा खुदावंद बन गया, उद्धार करता बन गया और पिता की दाहिनी ओर जा बैठा। हालेलुया। जो निरंतर साडे लिए प्रार्थना करता रहता है कि मेरे पैर में मेरे भरा में क्षमा कर दे, प्रभु मेरे लहू नूं दे, इस पैर में क्षमा कर दे। हालेलुया। रातें हक है यीशु आप, जिंदगी भी ओ आप, सब गावांगे। रातें हक है यीशु आप, जिंदगी भी ओ आप, क्यों ना ओदे कोलों जाके अपनी जिंदगी पावा, क्यों ना ओदे कोलों जाके अपनी जिंदगी पावा, अपनी जिंदगी पावा, अपनी जिंदगी पावा। हालेलुया। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। यीशु मेरा मुक्ति दाता हो कहंदा जावा, यीशु मेरा मुक्ति दाता हो कहंदा जावा मैं, हो कहंदा जावा मैं, हो कहंदा जावा। नाम जपा मैं तेरा, नाम जपा मैं तेरा, यीशु तेरी हमद सुनावा मैं, तेरी हमद सुनावा। प्रेज द लॉर्ड। यीशु तेरी आदिच वचन से वचन परमेश्वर के नाम से वचन ही परमेश्वर यीशु मसीह का कलमा है, जब खुदा ने शुरू तो ही लिखा यीशु ऐसा कलमा है जो रब दे नाल सी अज़रो
यीशु ऐसा कलमा है जो रब दे नाल सियासलो एहो कलमा है खुदा मैं लोकां नू बदलावां एहो कलमा है खुदा मैं लोकां नू बदलावां लोकां नू बदलावां मैं लोकां नू बदलावां ओ नाम जपा मैं तेरा नाम जपा मैं तेरा यीशु तेरी हमद सुनावां तेरी हमद सुनावां यीशु मेरा मुक्ति दाता हो कहता जावां हालेलुया यीशु मेरा मुक्ति दाता हो कहता जावां मैं हो कहता जावां मैं हो कहता जावां ओ नाम जपा मैं तेरा नाम जपा मैं तेरा यीशु तेरी हमद सुनावां मैं तेरी हमद सुनावां मेरी ओ मजबूत चट्टान ते लुकने दी थां है मेरी ओ मजबूत चट्टान ते लुकने दी थां ओ मेरी जदों ओदा नाम पुकारा होवां दूर बलावां जदों ओदा नाम पुकारा होवण दूर बलावां होवण दूर बलावां होवण दूर बलावां हालेलुया नाम जपा मैं तेरा नाम जपा मैं तेरा प्रेज द लॉर्ड यीशु तेरी हमद सुनावां मैं तेरी हमद सुनावां प्रेज द लॉर्ड नाम जपा मैं तेरा सब कहेंगे प्रेज द लॉर्ड खुल के नाम जपा मैं तेरा यीशु तेरी हमद सुनावां मैं तेरी हमद सुनावां ओ यीशु तेरी हमद सुनावां तेरी हमद सुनावां यीशु मेरा मुक्ति दाता है हो कहता जावां यीशु मेरा मुक्ति दाता है हो कहता जावां ए हो कहता जावां ए हो कहता जावां ओ नाम जपा मैं तेरा नाम जपा मैं तेरा यीशु तेरी हमद सुनावां तेरी हमद सुनावां यीशु तेरी हमद सुनावां तेरी हमद सुनावां यीशु मेरा मुक्ति दाता है हो कहता जावां यीशु मेरा मुक्ति दाता है हो कहता जावां ए हो कहता जावां ए हो कहता जावां हालेलुया प्रेज द लॉर्ड नाम जपा मैं तेरा नाम जपा मैं तेरा यीशु तेरी हमद सुनावां तेरी हमद सुनावां यीशु तेरी हमद सुनावां तेरी हमद सुनावां यीशु तेरी हमद सुनावां तेरी हमद सुनावां तेरी हमद सुनावां तेरी हमद सुनावां हालेलुया थैंक यू फादर ਤੁਹਾਡਾ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਮੇਰੇ ਪਿਤਾ ਆਈ ਅਸੀਂ ਉਹਦੀ ਪ੍ਰਸ਼ੰਸਾ 'ਚ ਅਸੀਂ ਬਣੇ ਰਵਾਂਗੇ ਕਿਉਂਕਿ 150 ਜਬੂਰ 'ਚ ਲਿਖਿਆ ਕਿ ਤੁਸੀਂ ਉਹਦੇ ਅਚਰਜ ਕੰਮਾਂ ਲਈ ਤੁਸੀਂ ਉਹਦਾ ਧੰਨਵਾਦ ਕਰੋ ਹਾਲੇਲੂਇਆ ਹਾਲੇਲੂਇਆ ਜਿਹੜੇ ਅਚਰਜ ਕੰਮ ਖੁਦਾਵੰਦ ਕਰਦਾ ਸੀ ਉਹਦੇ ਲਈ ਧੰਨਵਾਦ ਕਰੀਏ ਉਹਦੇ ਕੰਮ ਬੜੇ ਅਦਭੁਤ ਆ ਉਹਦੇ ਕੰਮ ਬਹੁਤ ਹੀ ਅਜੀਬ ਆ ਉਹਦੇ ਕੰਮ ਨਿਰਾਲੇ ਆ ਕਿਉਂਕਿ ਅਸੀਂ ਜਦੋਂ ਨੀਤੀ ਵਚਨ 'ਚ ਪੜ੍ਹਦੇ ਕਹਿੰਦੇ ਬੁੱਧੀ ਉਸ ਪਰਮੇਸ਼ਵਰ ਨੇ ਬੁੱਧੀ ਦਾ ਜਦੋਂ ਉਹਨੇ ਬੁੱਧੀ ਨੂੰ ਬਣਾਇਆ ਇਹ ਧਰਤੀ ਆਕਾਸ਼ ਵਿੱਚ ਨਹੀਂ ਸੀਗਾ ਤੇ ਖੁਦਾਵੰਦ ਨੇ ਬੁੱਧੀ ਨੂੰ ਬਣਾਇਆ ਪ੍ਰੇਜ਼ ਦ ਲਾਰਡ
ਉਹਨੇ ਬੁੱਧੀ ਨਾਲ ਸਾਰਾ ਕੁਝ ਰਚਿਆ। ਆइए उस पवित्र आत्मा ਨੂੰ ਆਪਣੇ ਜੀਵਨ ਦੇ ਵਿੱਚ ਪੁਕਾਰੀਏ, ਕਿਉਂਕਿ ਪਵਿੱਤਰ ਆਤਮਾ ਹੀ ਹੈ ਜੋ ਬੁੱਧੀ ਦੇਣ ਵਾਲਾ ਹੈ। प्रेज द लॉर्ड। उस पवित्र आत्मा ਨੂੰ ਆਪਣੇ ਜੀਵਨ ਦੇ ਵਿੱਚ ਪੁਕਾਰੀਏ ਮੇਰੇ ਭੈਣ ਭਰਾਵੋ। उस पवित्र आत्मा ਨੂੰ ਆਪਣੇ ਜੀਵਨ ਵਿੱਚ ਪੁਕਾਰੀਏ ਮੇਰੇ ਭੈਣ ਭਰਾਵੋ। उस पवित्र आत्मा ਨੂੰ ਆਪਣੇ ਮੂੰਹ ਨਾਲ, ਆਪਣੀ ਜ਼ੁਬਾਨਾਂ ਦੇ ਨਾਲ ਅੰਗੀਕਾਰ ਕਰੀਏ। ਵਚਨ 'ਚ ਲਿਖਿਆ ਹੈ, ਜੇ ਤੁਸੀਂ ਉਧਾਰ ਲੈਣਾ ਚਾਹੁੰਦੇ ਤੁਸੀਂ ਆਪਣੇ ਮੂੰਹ ਨਾਲ ਅੰਗੀਕਾਰ ਕਰੋ, ਆਪਣੇ ਪਾਪਾਂ ਦਾ ਅੰਗੀਕਾਰ ਕਰੋ, ਤਾਂ ਕਿ ਖੁਦਾਵੰਦ ਸਾਨੂੰ ਉਧਾਰ ਦੇ ਸਕੇ। ਖੁਦਾਵੰਦ, ਕਿਉਂਕਿ ਪੌਲਸ ਕਹਿੰਦਾ ਕਿ ਤੁਸੀਂ ਆਪਣੀ ਸਲਵੇਸ਼ਨ ਨੂੰ ਥਾਮੇ ਰਹੋ, ਇਹ ਨਾ ਹੋਵੇ ਕਿ ਤੁਸੀਂ ਆਪਣੀ ਸਲਵੇਸ਼ਨ ਗਵਾ ਦਿਓ। ਔਰ ਉਹਦਾ ਇੱਕੋ ਤਰੀਕਾ ਮੇਰੇ ਭੈਣ ਭਰਾਵੋ ਕਿ ਅਸੀਂ ਆਪਣੇ ਪਾਪਾਂ ਦਾ ਰੋਜ਼ ਆਪਣੇ ਮੂੰਹ ਨਾਲ ਅੰਗੀਕਾਰ ਕਰੀਏ ਖੁਦਾ ਦੇ ਅੱਗੇ, ਕਿਉਂਕਿ ਉਹ ਪਵਿੱਤਰ ਪਰਮੇਸ਼ਵਰ ਜਿਹਨੇ ਆਪਣੇ ਲਹੂ ਨਾਲ ਸਾਨੂੰ ਬਚਾਇਆ। उस पवित्र प्रभु ਨੂੰ ਆਪਣੇ ਜੀਵਨ 'ਚ ਪੁਕਾਰੀਏ, ਕਿਉਂਕਿ ਉਹਦੇ ਲਹੂ ਦਾ ਇੱਕ ਇੱਕ ਕਤਰਾ ਸਾਡੇ ਪਾਪਾਂ ਲਈ ਬਹਾਇਆ ਗਿਆ। ਆਈਏ ਅਸੀਂ ਉਹਦੇ ਲਹੂ ਦਾ ਧੰਨਵਾਦ ਕਰੀਏ। बार बार बहा लहू यीशु का, तेरी शिफा के लिए, मेरी शिफा के लिए। हालेलुया, धन्यवाद। बार 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 लहू यीशु का, तेरी शिफा के लिए, मेरी शिफा के लिए। हालेलुया। बेकरार बहा लहू यीशु का, ਕਲਵਰੀ ਕਰੂਸ ਤੇ ਲਟਕਾਇਆ ਗਿਆ। 18 ਇੰਚ ਦੇ ਕਿੱਲ, 18 ਇੰਚ ਬਹੁਤ ਵੱਡੀ ਲੰਬਾਈ ਹੁੰਦੀ ਹੈ। 18 ਇੰਚ ਦੇ ਕਿੱਲ ਉਹਦੇ ਹੱਥਾਂ ਦੇ ਵਿੱਚ ਠੋਕੇ ਗਏ ਔਰ ਉਹਦੇ ਪੈਰਾਂ ਦੇ ਵਿੱਚ ਠੋਕੇ ਗਏ। हाथों से निकला बाहों में लेने, पैरों से निकला रास्ता बनाने। देखिए ਉਹਦੇ ਹੱਥਾਂ 'ਚ ਜਦੋਂ ਕਿੱਲ ਲੱਗੇ ਉਹਨੇ ਸਾਨੂੰ ਆਪਣੀ ਬਾਹਾਂ 'ਚ ਲਿਆ, ਔਰ ਜਦੋਂ ਉਹਦੇ ਪੈਰਾਂ 'ਚ ਨਿਕਲੇ ਤੇ ਉਹਨੇ ਸਾਡੇ ਵਾਸਤੇ ਕੀ ਕੀਤਾ, ਇੱਕ ਰਸਤਾ ਬਣਾਇਆ। ਕਿਉਂਕਿ ਵਚਨ ਦੱਸਦਾ ਹੈ, ਜਦੋਂ ਅਸੀਂ ਯੋਹੰਨਾ 14:6 ਪੜ੍ਹਦੇ ਹਾਂ, ਉਹ 'ਚ ਲਿਖਿਆ ਕਿ ਯੀਸ਼ੂ ਨੇ ਕਿਹਾ ਕਿ ਮਾਰਗ, ਸੱਚਾਈ ਤੇ ਜੀਵਨ ਮੈਂ ਹੀ ਹਾਂ, ਮੇਰੇ ਦੁਆਰਾ ਪਿਤਾ ਦੇ ਕੋਲ ਕੋਈ ਨਹੀਂ ਜਾ ਸਕਦਾ। ਇਸ ਕਰਕੇ ਉਹਨੇ ਸਾਡੇ ਲਈ ਕਿੱਲ ਖਾਧੇ, ਇਸ ਕਰਕੇ ਉਹਨੇ ਲਹੂ ਬਹਾਇਆ ਕਿ ਅਸੀਂ ਸਭ ਲੋਕ ਉਹਦੇ ਲਹੂ ਦੁਆਰਾ ਉਸ ਪਿਤਾ ਪਰਮੇਸ਼ਵਰ ਨਾਲ ਆਪਣਾ ਮੇਲ ਕਰੀਏ, ਜਿਹੜਾ ਆਦਮ ਨੇ ਪਾਪ ਦੇ ਕਰਕੇ ਗਵਾਤਾ ਸੀਗਾ। हाथों से निकला, मेरे भैन भाई ਅਸੀਂ ਗਾਵਾਂਗੇ ਸਾਰੇ ਮਿਲ ਕੇ। हाथों से निकला बाहों में लेने, पैरों से निकला रास्ता बनाने। आइए फिर गावांगे, रास्ता बनाने। प्रेज़ द लॉर्ड। हाथों से निकला बाहों में लेने, पैरों से निकला, पैरों से निकला। यस मेरे बहन प्रभु, हालेलुया। रास्ता बनाने, रास्ता बना। कहना धुएंदार निकला ਜਦੋਂ ਉਹਨੇ ਨੇਜ਼ਾ ਮਾਰਿਆ ਤੇ ਕਹਿੰਦੇ ਇਦਾਂ ਦੀ ਬਰਸਾਤ ਹੋਈ ਉਹਦੇ ਖੂਨ ਔਰ ਪਾਣੀ ਦੀ ਕਿ ਜਿਹਨੇ ਨੇਜ਼ਾ ਮਾਰਿਆ ਸੀ ਉਹਦੀ ਅੱਖ ਖਰਾਬ ਸੀ, ਉਹਦੀ ਅੱਖ ਦੇ ਵਿੱਚ ਪੈ ਕੇ ਉਹਦੀ ਅੱਖ ਠੀਕ ਹੋ ਗਈ। हालेलुया, हालेलुया, धन्यवाद, धन्यवाद।
धुएंदार बहा लहू यीशु का प्रेज द लॉर्ड। तेरी शिफा के लिए मेरी शिफा के ਉਹਦੇ ਲਹੂ ਨੂੰ ਦੇਖੀ ਮੇਰੇ ਭੈਣ ਪ੍ਰਭੂ ਕਿੱਦਾਂ ਕਰੂਸ ਤੇ ਲਟਕਿਆ ਹੋਇਆ ਹੈ ਤੇ ਕਰੂਸ ਤੋਂ ਕਹਿੰਦਾ ਹੈ ਕਿ ਆ ਮੇਰੇ ਬੇਟੇ, ਆ ਮੇਰੀ ਬੇਟੀ, ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ। ਉਹਦੇ ਲਹੂ ਦਾ ਮੋਲ ਅਸੀਂ ਨਹੀਂ ਦੇ ਸਕਦੇ, ਲੇਕਿਨ ਅਸੀਂ ਇੱਕ ਕੰਮ ਕਰ ਸਕਦੇ ਹਾਂ, ਅਸੀਂ ਉਸ ਲਹੂ ਤੇ ਵਿਸ਼ਵਾਸ ਕਰ ਸਕਦੇ ਹਾਂ। ਅਸੀਂ ਕਹਿ ਸਕਦੇ ਹਾਂ ਆਪਣੇ ਆਪ ਨੂੰ ਕਿ ਹਾਂ ਪ੍ਰਭੂ ਜੀ ਤੁਸੀਂ ਮੇਰੇ ਲਈ ਲਹੂ ਬਹਾਇਆ, ਮੇਰੇ ਪਾਪ ਸੀਗੇ ਜਿਹਦੇ ਕਰਕੇ ਤੈਨੂੰ ਕਰੂਸ ਤੇ ਲਟਕਾਇਆ ਗਿਆ। ਆਈ ਆਪਣੇ ਪਾਪਾਂ ਦੇ ਇਕਰਾਰ ਕਰੀਏ, ਕਿਉਂਕਿ ਉਹ ਧਨੀ ਪਰਮੇਸ਼ਵਰ ਆ ਜਿਹੜਾ ਆਪਣੇ ਦਿਲ ਤੋਂ ਮਾਫ ਕਰਦਾ। ਉਹਨੇ ਕਰੂਸ ਤੇ ਕਿਹਾ ਕਿ ਪਿਤਾ ਇਹਨਾਂ ਨੂੰ ਮਾਫ ਕਰਕੇ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਪਏ। ਅੱਜ ਅਸੀਂ ਆਪਣੇ ਕੰਮਾਂ ਨਾਲ ਅਸੀਂ ਫੇਰ ਖੁਦਾ ਨੂੰ ਦੁਆਰਾ ਅਸੀਂ ਕਰੂਸ ਤੇ ਚੜਾਉਂਦੇ ਹਾਂ। ਅਸੀਂ ਪਾਪ ਕਰ ਕਰਕੇ ਅਸੀਂ ਖੁਦਾ ਨੂੰ ਦੁਆਰਾ ਫੇਰ ਚੜਾਉਂਦੇ। ਮੇਰੇ ਭੈਣ ਭਰਾਵੋ ਆਈਏ ਅਸੀਂ ਮਾਫੀ ਮੰਗੀਏ। ਅੱਜ ਸਾਨੂੰ ਮੌਕਾ ਆ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕੱਲ ਸਾਡੇ ਨਾਲ ਕੀ ਹੋਣ ਵਾਲਾ ਹੈ, ਲੇਕਿਨ ਸਾਡੇ ਕੋਲ ਅੱਜ ਮੌਕਾ। ਮੇਰੇ ਭੈਣ ਭਰਾਵੋ ਆਈਏ ਆਪਣੇ ਦਿਲ ਨੂੰ ਖਾਲੀ ਕਰੀਏ ਉਸ ਖੁਦਾ ਦੇ ਅੱਗੇ, ਉਸ ਪਵਿੱਤਰ ਆਤਮਾ ਦੇ ਅੱਗੇ ਜਿਹੜਾ ਸੱਚਾਈ ਦਾ ਆਤਮਾ ਹੈ, ਜਿਹਨੇ ਸਾਨੂੰ ਬਚਾਇਆ, ਜਿਹਨੇ ਸਾਡੇ ਲਈ ਕੁਰਬਾਨੀ ਦਿੱਤੀ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਬੱਚੇ। ਆਈਏ ਆਪਣੇ ਮੂੰਹ ਖੋਲ ਕੇ ਅੰਗੀਕਾਰ ਕਰੀਏ ਆਪਣੇ ਪਾਪਾਂ ਦਾ, ਕਿਉਂਕਿ ਵਚਨ 'ਚ ਲਿਖਿਆ ਕਿ ਕੋਈ ਮਨੁੱਖ ਦੇ ਕੋਲ ਉਧਾਰ ਨਹੀਂ ਹੈ, ਸਿਰਫ ਯਹੋਵਾ ਦੇ ਕੋਲ ਉਧਾਰ ਹੈ, ਜਿਹੜਾ ਯਾਕੂਬ ਦਾ ਪਰਮੇਸ਼ਵਰ ਹੈ। ਹਾਲੇਲੂਇਆ। ਆਈਏ ਉਸ ਉਧਾਰ ਨੂੰ ਲਈਏ, ਕਿਉਂਕਿ ਉਧਾਰ ਲੈਣ ਦਾ ਇੱਕੋ ਤਰੀਕਾ ਹੈ ਕਿ ਅਸੀਂ ਆਪਣੇ ਪਾਪਾਂ ਦਾ ਅੰਗੀਕਾਰ ਕਰੀਏ ਔਰ ਵਿਸ਼ਵਾਸਯੋਗ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਉਹ ਵਿਸ਼ਵਾਸਯੋਗ ਹੈ ਕਿ ਤੁਹਾਡੇ ਪਾਪ क्षमा ਕਰ ਸਕਦਾ ਹੈ। ਸਾਡਾ ਚਰਚ ਆਉਣ ਦਾ ਸਾਡਾ ਕੋਈ ਫਾਇਦਾ ਤਾਂ ਹੀ ਹੋਣਾ ਜੇ ਅਸੀਂ ਖੁਦਾਵੰਦ ਨੂੰ ਆਪਣੇ ਜੀਵਨ 'ਚ ਲੈ ਕੇ ਜਾਈਏ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਆਪਣੇ ਆਪ ਨੂੰ ਖਾਲੀ ਕਰੀਏ ਅੱਜ, ਕਿਉਂਕਿ ਅੱਜ ਸਮਾਂ ਹੈ ਸਾਡੇ ਕੋਲ। ਵਚਨ ਦੱਸਦਾ ਹੈ ਕਿ ਜਦੋਂ ਅਸੀਂ ਪ੍ਰੀਤੂ ਕਾਮ 'ਚ ਪੜ੍ਹਦੇ ਹਾਂ 17 ਦੇ ਵਿੱਚ ਉੱਚ ਲਿਖਿਆ ਕਿ ਖੁਦਾ ਨੇ ਸਾਨੂੰ ਸਮਾਂ ਦਿੱਤਾ ਹੈ, ਕਿਸੇ ਨੂੰ 70 ਸਾਲ, ਕਿਸੇ ਨੂੰ 80 ਸਾਲ, ਕਿਸੇ ਨੂੰ 50 ਸਾਲ, ਕਿਸੇ ਨੂੰ 100 ਸਾਲ, ਤਾਂ ਕਿ ਉਹ ਆਪਣੇ ਖੁਦਾਵੰਦ ਨੂੰ ਲੱਭਣ, ਤਾਂ ਕਿ ਬਚਾਏ ਜਾਣ। ਪ੍ਰੇਜ਼ ਦ ਲਾਰਡ। ਹਾਲੇਲੂਇਆ, 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 ਹਾਲੇਲੂਇਆ। ਅਸੀਂ ਦੁਆ 'ਚ ਬਣੇ ਰਵਾਂਗੇ ਮੇਰੇ ਭੈਣ ਭਰਾਵੋ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਤੁਹਾਡਾ ਧੰਨਵਾਦ, 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 ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਜੀ। ਧੰਨਵਾਦ, ਧੰਨਵਾਦ, ਧੰਨਵਾਦ। ਯਿਸੂ ਕਾ ਲਹੂ मेरी शिफा है, तमाम रोगों की ये दवा है। यीशु का लहू मेरी शिफा है, तमाम रोगों का, तमाम रोगों की ये दवा है। यीशु का लहू। प्रेज द लॉर्ड, प्रेज द लॉर्ड। यस माय लॉर्ड, तेरा धन्यवाद करते खुदा। हालेलुया, हालेलुया, हालेलुया। प्रेज द लॉर्ड, प्रेज द लॉर्ड, प्रेज द लॉर्ड, प्रेज द लॉर्ड, प्रेज द लॉर्ड माय लॉर्ड। तेरा धन्यवाद करते खुदा बच्चे, तेरा धन्यवाद करते खुदा, ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਜੀ, ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪ੍ਰਭੂ, ਤੇ ਸਾਨੂੰ क्षमा ਕਰੋ ਮੇਰੇ ਪਿਤਾ ਜੀ। ਸਾਡੇ ਪਾਪਾਂ ਨੂੰ ਨਾ ਦੇਖੋ, ਬਲਕਿ ਆਪਣੀ ਉਸ ਦਇਆ ਨੂੰ ਦੇਖੋ ਖੁਦਾਵੰਦ, ਜਿਹੜੀ ਤੁਸੀਂ ਕਲਵਰੀ ਕਰੂਸ ਤੇ ਕੀਤੀ ਖੁਦਾਵੰਦ ਜੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪ੍ਰੇਜ਼ ਦ ਲਾਰਡ। ਥੈਂਕ ਯੂ ਜੀਸਸ। ਆਮੀਨ, ਆਮੀਨ। ਸਾਰੇ ਬੈਠਾਂਗੇ ਅਸੀਂ।
ਧੰਨਵਾਦ ਸਰਵਸ਼ਕਤੀਮਾਨ ਪਰਮੇਸ਼ਰ। ਆਈਏ ਅਸੀਂ ਅੱਜ ਦੇ ਵਚਨ ਵੱਲ ਚੱਲਾਂਗੇ। ਅੱਜ ਅਸੀਂ ਇੱਕ ਇਹੋ ਜਿਹੀ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਜਿਹੜੇ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਇਹ ਗੱਲ ਬਣੀ ਰਹਿੰਦੀ ਹੈ। ਉਹ ਹੈਗੀ ਹੈ ਚਿੰਤਾ। ਜੀ ਕੀ ਹੈਗੀ ਆ ਉਹ? ਚਿੰਤਾ। ਚਿੰਤਾ। ਚਿੰਤਾ ਇਨਸਾਨ ਨੂੰ ਕੀ ਕਰਦੀ ਹੈ? ਅੰਦਰੋਂ ਕੀ ਕਰਦੀ ਹੈ? ਇਨਸਾਨ ਨੂੰ ਉਹ ਖੋਖਲਾ ਕਰਦੀ ਹੈ ਅੰਦਰੋਂ। ਚਿੰਤਾ ਜਿਹੜੀ ਹੈਗੀ ਆ ਉਹ ਇਨਸਾਨ ਨੂੰ ਕੀ ਕਰਦੀ ਹੈ? ਉਹ ਇਨਸਾਨ ਨੂੰ ਵੀਕ ਕਰਦੀ, ਕਮਜ਼ੋਰ ਬਣਾਉਂਦੀ ਹੈ ਉਹ। ਜੀ ਜਦੋਂ ਅਸੀਂ ਸੋਚਦੇ ਰਹਿੰਦੇ ਹਾਂ ਸਾਨੂੰ ਕੀ ਕਰਦੀ ਹੈ ਉਹ? ਕਮਜ਼ੋਰ ਬਣਾਉਂਦੀ ਹੈ, ਸਾਨੂੰ ਕਮਜ਼ੋਰ ਬਣਾਉਂਦੀ ਹੈ ਅੰਦਰੋਂ। ਔਰ ਸਾਡੇ ਕੰਮ ਕਰਨ ਦੀ ਸ਼ਕਤੀ ਨੂੰ ਵੀ ਕੀ ਕਰਦੀ ਹੈ ਉਹ? ਘਟਾ ਦਿੰਦੀ ਹੈ। ਦਿੰਦੀ ਹੈ। ਹਾਲੇਲੂਇਆ। ਔਰ ਸਾਨੂੰ ਸਰੀਰਕ ਔਰ ਮਾਨਸਿਕ ਤੌਰ ਤੇ ਕੀ ਕਰਦੀ ਹੈ? ਉਹ ਸਾਨੂੰ ਉਹ ਬਿਮਾਰ ਕਰ ਦਿੰਦੀ ਹੈ। ਚਿੰਤਾ ਜਿਹੜੀ ਹੈਗੀ ਆ, ਚਿੰਤਾ ਬਹੁਤ ਹੀ ਖਤਰਨਾਕ ਸਟੇਜ ਹੈ ਕਿ ਇਨਸਾਨ ਦੇ ਜੀਵਨ ਦੇ ਵਿੱਚ। ਚਿੰਤਾ ਕਰਨਾ ਜਿਹੜਾ ਹੈਗਾ ਆ, ਜਦੋਂ ਚਿੰਤਾ ਕਰਦੇ ਹਾਂ ਉਦੋਂ ਕੀ ਕਰਦੇ ਹਾਂ? ਅਸੀਂ ਖੁਦਾਵੰਦ ਦੇ ਖਿਲਾਫ ਖੜੇ ਹੁੰਦੇ ਹਾਂ। ਕਿੱਦਾਂ? ਕਿਉਂਕਿ ਅਸੀਂ ਉਹਤੇ ਭਰੋਸਾ ਨਹੀਂ ਕਰਦੇ ਹੈਗੇ। ਹਾਲੇਲੂਇਆ। ਹਾਲੇਲੂਇਆ। ਅੱਜ ਦਾ ਜਿਹੜਾ ਇਨਸਾਨ ਹੈਗਾ ਇੱਕ ਇਹੋ ਜਿਹੀ ਦੌੜ ਦੇ ਵਿੱਚ ਦੌੜਦਾ ਪਿਆ ਆ। ਉਹਨੂੰ ਇੱਕ ਦੌੜ ਲੱਗੀ ਹੋਈ ਆ। ਉਹਨੂੰ ਦੌੜ ਕਾਹਦੀ ਲੱਗੀ ਹੋਈ ਹੈ? ਕਿ ਉਹ ਚਾਹੁੰਦਾ ਕਿ ਮੈਂ ਆਪਣਾ ਫਿਊਚਰ ਕੀ ਕਰਾਂ? ਬਣਾਵਾਂ। ਉਹ ਆਪਣੇ ਫਿਊਚਰ ਦੀ ਦੌੜ 'ਚ ਲੱਗਾ ਹੋਇਆ ਕਿ ਹਾਏ ਮੈਂ ਫਿਊਚਰ ਬਣਾਉਣਾ, ਮੈਂ ਘਰ ਬਣਾਉਣਾ ਹੈ। ਕਿਸੇ ਨੂੰ ਚਿੰਤਾ ਹੈਗੀ ਕਿ ਮੈਂ ਆਪਣੇ ਬਿਜ਼ਨਸ ਨੂੰ ਸੈੱਟ ਕਰਨਾ ਹੈ। ਕਿਸੇ ਨੂੰ ਚਿੰਤਾ ਹੈਗੀ ਕਿ ਮੈਂ ਸ਼ਾਦੀ ਮੈਂ ਕਰਨਾ, ਮੈਂ ਆਪਣੀ ਲਾਈਫ ਸੈਟਲ ਕਰਨੀ ਚਾਹੁੰਦਾ। ਕਿਸੇ ਨੂੰ ਚਿੰਤਾ ਹੈਗੀ ਆਪਣੇ ਬੱਚਿਆਂ ਦੀ ਕਿ ਉਹ ਬੱਚੇ ਮੇਰੇ ਸੈੱਟ ਹੋ ਜਾਣ। ਕਿਸੇ ਨੂੰ ਚਿੰਤਾ ਹੈਗੀ ਕਿ ਹਾਏ ਕਿ ਮੈਂ ਕਿੱਦਾਂ ਆਪਣੇ ਆਪ ਨੂੰ ਹੋਰ ਵਧਾਵਾਂ। ਜੇ ਕੋਈ ਜ਼ਿਆਦਾ ਪੈਸਾ ਹੈ ਉਹ ਕਹਿੰਦਾ ਮੈਂ ਹੋਰ ਪੈਸਾ ਕਿੱਦਾਂ ਕਮਾਵਾਂ। ਉਹਨੂੰ ਚਿੰਤਾ ਹੈ ਇਸ ਗੱਲ ਦੀ। ਹਾਲੇਲੂਇਆ। ਇੱਦਾਂ ਕਿੰਨੀਆਂ ਚਿੰਤਾਵਾਂ ਜਿਹੜੀਆਂ ਹੈਗੀਆਂ ਸਾਡੇ ਲੋਕਾਂ ਦੇ ਅਲੱਗ-ਅਲੱਗ ਜੀਵਨ ਦੇ ਵਿੱਚ ਕੀ ਕਰਦੀਆਂ ਪਈਆਂ? ਅੱਜ ਕੰਮ ਕਰਦੀਆਂ ਪਈਆਂ। ਚਿੰਤਾ ਵੀ ਇੱਕ ਤਰ੍ਹਾਂ ਦੀ ਕੀ ਹੈਗੀ? ਇੱਕ ਦੁਸ਼ਟ ਆਤਮਾ ਹੈ ਜਿਹੜੀ ਸਾਨੂੰ ਪਰਮੇਸ਼ਵਰ ਦੇ ਪਿਆਰ ਤੋਂ ਕੀ ਕਰਦੀ ਹੈ? ਉਹ ਦੂਰ ਕਰਦੀ ਹੈ। ਕਿੱਦਾਂ? ਅਸੀਂ ਉਸ ਉੱਪਰ ਕੀ ਕਰਨ? ਅਸੀਂ ਵੀ ਕੀ ਨਹੀਂ ਕਰਦੇ? ਉਹਦੇ ਉੱਪਰ ਅਸੀਂ ਭਰੋਸਾ ਨਹੀਂ ਕਰਦੇ। ਜੀ ਵਚਨ 'ਚ ਲਿਖਿਆ ਕਿ ਤੂੰ ਆਪਣਾ ਦਿਲ ਤੋਂ, ਆਪਣੇ ਪੂਰੇ ਸਰੀਰ ਤੋਂ, ਆਪਣੇ ਪੂਰੇ ਮਨ ਤੋਂ ਕੀ ਕਰ? ਤੂੰ ਖੁਦਾ ਦੇ ਉੱਪਰ ਭਰੋਸਾ ਰੱਖ। ਜਦੋਂ ਅਸੀਂ ਚਿੰਤਾ ਕਰਦੇ ਹਾਂ ਅਸੀਂ ਉਸ ਭਰੋਸੇ ਤੋਂ ਕੀ ਕਰਦੇ ਹਾਂ? ਅਸੀਂ ਹਟ ਜਾਂਦੇ ਹਾਂ। ਠੀਕ ਹੈ। ਔਰ ਜਦੋਂ ਅਸੀਂ ਚਿੰਤਾ ਕਰਦੇ ਹਾਂ ਅਸੀਂ ਫਿਰ ਇੱਕ ਚੀਜ਼ ਦਾ ਸਾਡੇ ਜੀਵਨ 'ਚ ਲਾਸ ਹੁੰਦਾ ਹੈ। ਲਾਸ। ਅਸੀਂ ਰਾਤੀ ਉਹੀ ਗੱਲ ਕਰਦੇ ਪਏ ਸੀਗੇ। ਸਾਡੇ ਜੀਵਨ 'ਚ ਇੱਕ ਬਹੁਤ ਵੱਡਾ ਲਾਸ ਹੁੰਦਾ। ਪਤਾ ਕਾਹਦਾ? ਉਹ ਲਾਸ ਹੈਗਾ ਸਾਡੀ ਪੀਸ ਦਾ, ਜਿਹੜੀ ਸਾਡੀ ਸ਼ਾਂਤੀ ਦਾ। ਇਦਾਂ ਹੀ ਹੈ। ਇਹ ਸੱਚ ਹੈ ਕਿ ਸੱਚ ਦੱਸੋ? ਜਦੋਂ ਅਸੀਂ ਕੁਝ ਗੱਲ ਦੀ ਚਿੰਤਾ ਕਰਦੇ ਹਾਂ ਸਾਡੀ ਕੀ ਹੁੰਦੀ ਅੰਦਰੋਂ? ਸਾਡੇ ਦਿਲ 'ਚ ਕੀ ਹੁੰਦੀ ਭਲਾ? ਸਾਡੇ ਦਿਲ 'ਚ ਹਲਚਲ ਪੈਦਾ ਹੁੰਦੀ। ਹਲਚਲ ਸਾਡੇ ਦਿਲ 'ਚ ਕੀ ਹੁੰਦੇ? ਸਾਡੇ ਹੌਲ ਪੈਣੇ ਸ਼ੁਰੂ ਹੁੰਦੇ ਆ ਸੋਚ ਕੇ। ਸਾਡਾ ਮਨ ਸ਼ਾਂਤ ਹੋ ਜਾਂਦਾ। ਸਾਡਾ ਮਨ ਅਸ਼ਾਂਤ ਹੋ ਜਾਂਦਾ ਆ। ਸ਼ਾਂਤੀ ਜਿਹੜੀ ਹੈਗੀ ਆ ਉਹ ਕੀ ਹੁੰਦੀ ਹੈ? ਉਹ ਸਾਡੇ ਜੀਵਨ ਵਿੱਚੋਂ ਉਹ ਚਲੀ ਜਾਂਦੀ ਹੈ ਸ਼ਾਂਤੀ। ਅੱਜ ਅਸੀਂ ਇਸ ਗੱਲ ਤੇ ਦੇਖਾਂਗੇ ਕਿ ਪਰਮੇਸ਼ਵਰ ਕੀ ਚਾਹੁੰਦਾ ਸਾਡੇ ਜੀਵਨ ਦੇ ਵਿੱਚੋਂ। ਅਸੀਂ ਇਹ ਦੇਖਣਾ ਕਿ ਬਾਈਬਲ ਕੀ ਚਾਹੁੰਦੀ ਆ ਕਿ ਮੈਂ ਕਿੱਦਾਂ ਦਾ ਜੀਵਨ ਜੀਵਾਂ ਤਾਂ ਕਿ ਉਹ ਜਿਹੜੀ ਸ਼ਾਂਤੀ ਹੈਗੀ ਮੇਰੇ ਜੀਵਨ ਕੀ ਰਵੇ? ਉਹ ਬਣੀ ਰਵੇ। ਆਈਏ ਅਸੀਂ ਪੜਾਂਗੇ। ਅਸੀਂ ਜਾਵਾਂਗੇ ਫਿਲਿੱਪੀਆਂ ਦੀ ਪੱਤਰੀ, ਫਿਲਿਪੀਅਨਸ। ਅਸੀਂ ਉਹਦਾ ਚੈਪਟਰ 4 ਉਹਦੀ ਵਰਸ 6 ਤੋਂ ਪੜਾਂਗੇ। ਫਿਲਿੱਪੀਆਂ ਨੂੰ ਪੌਲਸ ਰਸੂਲ ਦੀ ਪੱਤਰੀ ਹਾਂਜੀ। 4 ਅਧਿਆਇ ਉਹਦੀ 6 ਬਾਬ। ਅਸੀਂ ਇੱਥੇ ਇੱਕ ਗੱਲ ਦੇਖਾਂਗੇ। ਅੱਜ ਅਸੀਂ ਕੁਝ ਗੱਲਾਂ ਨਾਲ ਅਸੀਂ ਦੇਖਾਂਗੇ, ਡਿਸਕਸ ਕਰਾਂਗੇ। ਹਾਂਜੀ ਪੜ੍ਹੀਏ ਜੀ ਇਸ ਗੱਲ ਨੂੰ। ਕਿਸੇ ਗੱਲ ਦੀ ਚਿੰਤਾ ਨਾ ਕਰੋ। ਵਚਨ ਦੱਸਦਾ ਕਹਿੰਦਾ ਕਿਸੇ ਵੀ ਗੱਲ ਦੀ ਤੁਸੀਂ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਹਾਂਜੀ। ਤੁਹਾਡੀਆਂ ਅਰਦਾਸਾਂ, ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ। ਬਸ ਸਾਨੂੰ ਵਚਨ ਕੀ ਕਹਿੰਦਾ? ਪਰਮੇਸ਼ਰ ਦਾ ਪਾਕ ਵਚਨ ਸਾਨੂੰ ਕਹਿੰਦਾ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਦੈਟ ਮੀਨਸ ਕਿ ਕਿਸੇ ਵੀ ਗੱਲ ਦੀ, ਨਾ ਤਾਂ ਆਪਣੇ ਫਿਊਚਰ ਦੀ, ਤੁਹਾਡਾ ਫਿਊਚਰ ਦਾ ਕੀ ਹੋਊਗਾ, ਨਾ ਤਾਂ ਆਪਣੀ ਜੌਬ ਦੀ ਕਿ ਤੁਹਾਡੀ ਜੌਬ ਕਿੱਦਾਂ ਦੀ ਹੋਊਗੀ, ਨਾ ਆਪਣੀ ਮੈਰਿਜ ਦੀ, ਨਾ ਆਪਣੇ ਰਿਲੇਸ਼ਨਸ਼ਿਪ ਦੀ। ਹਾਲੇਲੂਇਆ। ਕਿਸੇ ਵੀ ਗੱਲ ਦੀ ਤੁਸੀਂ ਕਹਿੰਦੇ ਕੀ ਨਾ ਕਰੋ? ਤੁਸੀਂ ਚਿੰਤਾ ਨਾ ਕਰੋ। ਤੁਸੀਂ ਚਿੰਤਾ ਨਾ ਕਰੋ। ਔਰ ਤੁਸੀਂ ਕਹਿੰਦੇ ਇਹਦੇ ਬਦਲੇ ਕੀ ਕਰੋ? ਧੰਨਵਾਦ। ਤੁਸੀਂ ਇਹਦੇ ਬਦਲੇ ਕਹਿੰਦੇ ਆਪਣੀ ਅਰਦਾਸਾਂ ਕਰੋ। ਕਿਹਦੇ ਅੱਗੇ? ਖੁਦਾ ਦੇ ਅੱਗੇ ਆਪਣੀ ਅਰਦਾਸ ਰੱਖੋ ਕਿ ਖੁਦਾਵੰਦ ਮੇਰੇ ਜੀਵਨ ਦੇ ਵਿੱਚ ਆਹ ਸਮੱਸਿਆ ਹੈਗੀ ਆ। ਹਾਂਜੀ ਪੜਾਂਗੇ, ਸੁਣੋ ਇਸ ਗੱਲ ਨੂੰ ਜੀ। ਚਿੰਤਾ ਨਾ ਕਰੋ। ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ, ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਤੁਸੀਂ ਕਹਿੰਦੇ ਇਹਦੇ ਬਦਲੇ ਤੁਸੀਂ ਕੀ ਕਰਨਾ? ਤੁਸੀਂ ਚਿੰਤਾ ਨਹੀਂ ਕਰਨੀ, ਸੋਚਣਾ ਨਹੀਂ ਹੈਗਾ ਬਾਰ-ਬਾਰ, ਲੇਕਿਨ ਤੁਸੀਂ ਕੀ ਕਰਨਾ? ਘੁਟਨਿਆਂ ਤੇ ਆਣਾ।
ਤੁਸੀਂ ਪ੍ਰਾਰਥਨਾ ਕਰਨੀ ਆ। ਤੁਸੀਂ ਪ੍ਰਾਰਥਨਾ ਵਿੱਚ ਤੁਸੀਂ ਕਹਿੰਦੇ ਧੰਨਵਾਦ ਸਹੀ ਤੁਸੀਂ ਆਪਣੇ ਨਿਵੇਦਨ ਖੁਦਾ ਦੇ ਅੱਗੇ ਰੱਖਣੇ ਕਿ ਪ੍ਰਭੂ ਜੀ ਆਹ ਮੇਰੇ ਜੀਵਨ ਦੇ ਹਾਲਾਤ ਹੈਗੇ ਆ, ਪ੍ਰਭੂ ਜਾਣਦਾ ਹੈ, ਲੇਕਿਨ ਅਸੀਂ ਕੀ ਕਰਨਾ ਉਹਨਾਂ ਗੱਲਾਂ ਨੂੰ ਆਪਣੀ ਪ੍ਰਾਰਥਨਾ 'ਚ ਰੱਖਣਾ ਕਿ ਖੁਦਾਵੰਦ ਮੈਂ ਇਹਨੂੰ ਤੁਹਾਨੂੰ ਦਿੰਦਾ ਹੈ। ਹਾਲੇਲੂਇਆ, Praise the Lord. ਮੈਂ ਇਹਨੂੰ ਤੁਹਾਨੂੰ ਦਿੰਦਾ। ਕਿਉਂਕਿ ਜਦੋਂ ਅਸੀਂ ਇਸ ਗੱਲ ਨੂੰ ਕਰਦੇ ਹਾਂ ਤੇ ਕੀ ਹੁੰਦਾ ਦੇਖੀਏ, ਅਸੀਂ ਪੜਾਂਗੇ ਪਹਿਲਾ ਪਤਰਸ ਜੀ, ਅਸੀਂ ਉਹਦਾ ਚੈਪਟਰ 5 ਪੜਾਂਗੇ। ਅਸੀਂ ਉਹਦੀ ਅਸੀਂ 7 ਆਇਤ ਪੜਾਂਗੇ। ਇੱਥੇ ਪਰਮੇਸ਼ਵਰ ਕੀ ਕਹਿੰਦਾ ਹੈ ਜਦੋਂ ਅਸੀਂ ਚਿੰਤਾ ਦੀ ਜਗ੍ਹਾ ਤੇ ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ। ਪਹਿਲਾ ਪਤਰਸ ਉਹਦਾ 5 ਅਧਿਆਏ ਤੇ ਉਹਦੀ 7 ਬਾਬ। ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਉਹ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਬਲਕਿ ਤੁਸੀਂ ਕੀ ਕਰੋ, ਤੁਸੀਂ ਪ੍ਰਾਰਥਨਾ ਕਰੋ ਔਰ ਸਾਰੀ ਚਿੰਤਾ ਤੁਸੀਂ ਕੀ ਕਹਿੰਦੇ ਪਤਰਸ ਵਿੱਚ ਅਸੀਂ ਹੁਣੇ ਪੜਿਆ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਉੱਪਰ ਸੁੱਟ ਦਿਓ। ਕਹਿੰਦਾ ਤੁਸੀਂ ਉਹਦੇ ਉੱਪਰ ਕਿਉਂ ਸੁੱਟ ਦਿਓ? ਕਿਉਂਕਿ ਉਹ ਸਾਡੀ ਚਿੰਤਾ ਨੂੰ ਜਾਣਦਾ ਹੈ, ਉਹਦੇ 'ਚ ਉਹ ਸ਼ਕਤੀ ਹੈਗੀ ਆ ਜਿਹੜੀ ਉਸ ਗੱਲ ਨੂੰ ਕੈਰੀ ਕਰ ਸਕਦਾ ਹੋ। ਲੇਕਿਨ ਅਸੀਂ ਨਹੀਂ ਕਰ ਸਕਦੇ ਕੈਰੀ, ਕਿਉਂਕਿ ਜਿਹੜੇ ਮਨੁੱਖ ਦੀ ਜਿਹੜੀ ਸਾਡੀ ਸੋਚ ਸਮਝ ਹੈਗੀ ਬੜੀ ਉਹ ਲਿਮਿਟਿਡ ਆ। ਉਹ ਅਸੀਂ ਇਹਨਾਂ ਭਾਰ ਨਹੀਂ ਅਸੀਂ ਚੱਕ ਸਕਦੇ। ਜਦੋਂ ਪ੍ਰਾਰਥਨਾ ਕਰਦੇ ਸੀਗੇ ਖੁਦਾ ਦੇ ਜਦੋਂ ਕੰਡਿਆਂ ਦਾ ਤਾਜ ਪਾਇਆ ਗਿਆ ਉਹ ਸਾਡੀ ਚਿੰਤਾ ਲੈ ਲਈ ਉਹਨੇ ਉੱਤੇ। ਹਾਲੇਲੂਇਆ, ਹਾਲੇਲੂਇਆ। ਉਹਨੇ ਸਾਰਾ ਬੋਝ ਆਪਣੇ ਪਰ ਲੈ ਲਿਆ ਉਹਨੇ। ਤਾਂ ਉਹ ਕਹਿੰਦਾ ਮੈਂ ਤੁਹਾਨੂੰ ਤੁਹਾਡੀ ਚਿੰਤਾ ਨੂੰ ਮੈਂ ਜਾਣਦਾ ਆ। ਫੇ ਪੜਾਂਗੇ ਇਸ ਗੱਲ ਨੂੰ। ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਉਹਨੂੰ ਤੁਹਾਡਾ ਫਿਕਰ ਹੈਗਾ ਆ, ਉਹ ਤੁਹਾਨੂੰ ਜਾਣਦਾ ਆ, ਉਹ ਤੁਹਾਨੂੰ ਫਿਕਰ ਕਰਦਾ ਹੈ। ਤੁਸੀਂ ਵਿਸ਼ਵਾਸ ਰੱਖੋ, ਆਪਣੇ ਮਨ ਨੂੰ ਹੌਲ ਨਾ ਪਾਓ ਬਲਕਿ ਤੁਸੀਂ ਪ੍ਰਾਰਥਨਾ ਕਰੋ ਔਰ ਪ੍ਰਾਰਥਨਾ ਤੁਸੀਂ ਕੰਮ ਰੱਖੋ ਕਿ ਹਾਂ ਖੁਦਾਵੰਦ ਮੇਰੇ ਜੀਵਨ ਦੀ ਆਹ ਸਮੱਸਿਆ ਹੈਗੀ ਆ, ਤੂੰ ਕਰ ਸਕਦਾ। ਕਿਉਂਕਿ ਤੇਰਾ ਵਚਨ ਕਹਿੰਦਾ ਕਿ ਤੈਨੂੰ ਮੇਰਾ ਕੀ ਹੈਗਾ ਆ, ਬੋਲੋ, ਫਿਕਰ ਹੈਗਾ ਆ। ਤੂੰ ਮੇਰੀ ਚਿੰਤਾ ਕਰਦਾ ਆ, ਹੋਰ ਚਾਹੇ ਕੋਈ ਚਿੰਤਾ ਕਰੇ ਚਾਹੇ ਨਾ ਕਰੇ, ਲੇਕਿਨ ਵਚਨ ਦੱਸਦਾ ਕਿ ਪ੍ਰਭੂ ਯਿਸੂ ਮਸੀਹ ਸਾਡੇ ਕੀ ਕਰਦਾ ਆ, ਫਿਕਰ ਕਰਦਾ ਆ। ਕਿਉਂਕਿ ਜੇ ਉਹ ਫਿਕਰ ਸਾਡੀ ਨਾ ਕਰਦਾ ਉਹਨੇ ਸਾਡੇ ਲਈ ਜਾਨ ਨਹੀਂ ਸੀ ਦੇਣੀ। ਹਾਲੇਲੂਇਆ। ਜੇ ਉਹਨੂੰ ਚਿੰਤਾ ਨਾ ਹੁੰਦੀ ਉਹਨੇ ਧਰਤੀ ਤੇ ਨਹੀਂ ਸੀ ਆਣਾ। ਉਹ ਧਰਤੀ ਤੇ ਆ ਕੇ ਉਹਨੇ ਸਾਡੇ ਲਈ ਫਿਕਰ ਕੀਤੀ ਆ। ਉਹ ਸਾਨੂੰ ਪਿਆਰ ਕਰਦਾ ਹੈ। ਇਸ ਗੱਲ ਨੂੰ ਅਸੀਂ ਆਪਣੇ ਦਿਲ 'ਚ ਕੀ ਕਰੋ, ਤੁਸੀਂ ਇਹਨੂੰ ਲੈ ਲਓ ਆਪਣੇ ਦਿਲ ਦੇ ਵਿੱਚ ਕਿ ਨਹੀਂ ਖੁਦਾਵੰਦ ਮੈਂ ਤੇਰਾ ਵਚਨ ਸੁਣਿਆ, ਤੂੰ ਮੈਨੂੰ ਕੀ ਕਰਦਾ, ਮੇਰੀ ਪਿਆਰ ਕਰਦਾ ਹੈ, ਮੇਰੀ ਫਿਕਰ ਕਰਦਾ ਹੈ। ਜਦੋਂ ਅਸੀਂ ਆਪਣੀ ਸਾਰੀ ਗੱਲਾਂ ਦਾ ਬੋਝ ਖੁਦਾ ਤੇ ਪਾ ਦਿੰਨੇ ਆ ਉਦੋਂ ਅਸੀਂ ਫਿਰ ਕੀ ਹੋ ਜਾਂਦੇ ਆ, ਫ੍ਰੀ। ਸਾਨੂੰ ਚਿੰਤਾ ਕੋਈ ਨਹੀਂ। ਫਿਰ ਮੈਨੂੰ ਪਤਾ ਕਿ ਜੋ ਵੀ ਕੁਝ ਹੋਊਗਾ ਖੁਦਾਵੰਦ ਕਹਿੰਦਾ ਆ ਅੰਤ ਦੇ ਵਿੱਚ ਧਰਮੀ ਜਨ ਦੇ ਨਾਲ ਕੀ ਹੁੰਦਾ, ਹਮੇਸ਼ਾ ਭਲਾ ਹੁੰਦਾ। ਅੰਤ ਦੇ ਵਿੱਚ, ਦਾ ਐਂਡ ਆਫ ਦਾ ਡੇ, ਜਿਹੜਾ ਖੁਦਾ ਤੇ ਭਰੋਸਾ ਕਰਦਾ ਉਹਦੇ ਜੀਵਨ 'ਚ ਕੀ ਹੋਊਗਾ, ਉਹਦੇ ਜੀਵਨ ਦੇ ਵਿੱਚ ਭਲਾ ਹੋਊਗਾ। ਚਿੰਤਾ ਜਿਹੜਾ ਹੈਗਾ ਆ, ਚਿੰਤਾ ਦਾ ਇੱਕੋ ਤਰੀਕਾ ਆ, ਉਹ ਤੋਂ ਬਾਹਰ ਆਉਣ ਦਾ ਕੀ ਹੈਗਾ, ਉਹ ਪ੍ਰੇਅਰ। ਹਾਲੇਲੂਇਆ। ਦੂਜਾ ਕੋਈ ਤਰੀਕਾ ਨਹੀਂ ਹੈਗਾ। ਤੁਸੀਂ ਸੋਚੀ ਜਾਓ, ਤੁਸੀਂ ਸੋਚੋਗੇ ਕੀ ਹੋਊਗਾ, ਤੁਹਾਡਾ ਸਟ੍ਰੈਸ ਲੈਵਲ ਤੁਹਾਡਾ ਕੀ ਹੋਊਗਾ, ਉਹ ਵਧੂਗਾ, ਉਹ ਵੱਧ ਜਾਊਗਾ। ਜਿੰਨਾ ਤੁਸੀਂ ਚਿੰਤਾ ਕਰੋਗੇ ਤੁਹਾਡਾ ਸਟ੍ਰੈਸ ਲੈਵਲ ਵਧੂਗਾ। ਸਟ੍ਰੈਸ ਲੈਵਲ ਜਦੋਂ ਵਧੂਗਾ ਤੇ ਤੁਹਾਡੀ ਸਰੀਰਿਕ ਤੁਹਾਡੇ ਕੀ ਹੋਊਗੀ, ਤੁਹਾਡੇ ਤੇ ਅਟੈਕ ਹੋਣਗੇ, ਤੁਹਾਡੇ ਜੀਵਨ ਦੇ ਵਿੱਚ ਬਿਮਾਰੀ ਆਊਗੀ। ਔਰ ਖੁਦਾਵੰਦ ਕੀ ਚਾਹੁੰਦਾ ਹੈ ਕਿ ਤੁਹਾਨੂੰ ਉਹ ਚੰਗਾ ਕਰਨਾ ਚਾਹੁੰਦਾ ਹੈ। ਉਹਨੇ ਕੋੜੇ ਤਾਂ ਹੀ ਖਾਦੇ ਸੀਗੇ ਕਿ ਸਾਨੂੰ ਕੀ ਕਰੇ, ਉਹ ਸਾਨੂੰ ਚੰਗਾਈ ਦੇਵੇ। ਜਦੋਂ ਅਸੀਂ ਉਹਦੇ ਉੱਪਰ ਸਾਰੀ ਚਿੰਤਾ ਅਸੀਂ ਸੁੱਟ ਦਿੰਨੇ ਆ, ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਤੇ ਉਹ ਫਿਰ ਗੱਲਾਂ ਨੂੰ ਕੀ ਕਰਦਾ, ਖੁਦਾ ਫਿਰ ਆਪਣੇ ਹੱਥਾਂ 'ਚ ਲੈਂਦਾ ਆ ਤੇ ਫਿਰ ਉਹਨੂੰ ਆਪਣੇ ਤਰੀਕੇ ਨਾਲ ਕਰਦਾ ਆ। ਜਦੋਂ ਅਸੀਂ ਆਪਣੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਕੀ ਹੁੰਨੇ ਆ, ਅਸੀਂ ਫੇਲ ਹੋ ਜਾਂਦੇ ਆ। ਇਨਸਾਨ ਜਿੰਨਾ ਮਰਜ਼ੀ ਬੁੱਧੀ ਦੇ ਵਿੱਚ ਸਮਝਦਾ ਹੋ, ਲੇਕਿਨ ਵਚਨ ਦੱਸਦਾ ਕਹਿੰਦਾ ਇਨਸਾਨ ਮੂਰਖਤਾ ਕਰਨਾ ਕਦੀ ਬੰਦ ਨਹੀਂ ਕਰਦਾ। ਇਨਸਾਨ ਮੂਰਖਤਾ ਕਰਦਾ ਹੈ ਵਾਰ-ਵਾਰ। ਲੇਕਿਨ ਜਿਹੜਾ ਖੁਦਾ ਦਾ ਸਹੀ ਜਨ ਹੈਗਾ ਆ ਉਹ ਕੀ ਕਰੂਗਾ, ਉਹ ਆਪਣੀ ਚਿੰਤਾਵਾਂ ਨੂੰ, ਆਪਣੇ ਸਟ੍ਰੈਸ ਨੂੰ ਯਿਸੂ ਮਸੀਹ ਨੂੰ ਦਊਗਾ, ਉਹ ਨਾ ਕਿ ਆਪ ਕੈਰੀ ਕਰੂਗਾ, ਕਿਉਂਕਿ ਉਹਦੇ ਵਿੱਚ ਇੰਨੀ ਸ਼ਕਤੀ ਨਹੀਂ ਹੈਗੀ। ਮੈਂ ਦੇਖਿਆ ਮੇਰੀ ਸ਼ਕਤੀ ਹੈ ਨਹੀਂ। ਮੈਂ ਜਦੋਂ ਵੀ ਇਸ ਰਾਤੀ ਵੀ ਗੱਲ ਅਸੀਂ ਕਰਦੇ ਪਏ ਸੀਗੇ, ਮੈਂ ਕਿਹਾ ਵੀ ਹਰੇਕ ਇਨਸਾਨ ਅੱਜ ਨਾ ਇੱਕ ਅਸ਼ਾਂਤੀ ਵਿੱਚ ਘੁੰਮਦਾ ਪਿਆ ਕਿਤੇ ਨਾ ਕਿਤੇ। ਕਹਿੰਦੇ ਹਾਂ ਅਸੀਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਹਾਂ, ਲੇਕਿਨ ਅਸੀਂ ਉਹਦੇ ਉੱਪਰ ਸੰਪੂਰਨ ਭਰੋਸਾ ਨਹੀਂ ਕਰਦੇ ਹੈਗੇ ਹਲੇ। ਇਹਨਾਂ ਗੱਲਾਂ ਦੇ ਵਿੱਚ ਅਸੀਂ ਪੜਾਂਗੇ ਫਿਲਿੱਪੀਆਂ ਦਾ, ਅਸੀਂ 4:7 ਪੜਾਂਗੇ, ਅਗਲੀ ਜਿਹੜੀ ਆਇਤ ਸੀਗੀ ਜੀ। ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। ਪ੍ਰੇਜ਼ ਦ ਲਾਰਡ। ਮੇਰੇ ਭੈਣ ਭਰਾ ਧਿਆਨ ਨਾਲ ਇਸ ਗੱਲ ਨੂੰ ਤੁਸੀਂ ਸੁਣਨਾ ਹੈ ਆਪਣੀ ਗੱਲ ਨੂੰ। ਇਹ ਗੱਲ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਚਿੰਤਾ ਨਾ ਕਰਕੇ, ਜਦੋਂ ਅਸੀਂ ਖੁਦਾ ਦੇ ਉੱਪਰ ਭਰੋਸਾ ਕਰਕੇ ਅਸੀਂ ਪ੍ਰਾਰਥਨਾ ਕਰਦੇ ਹਾਂ, ਉਦੋਂ ਕੀ ਕਹਿੰਦਾ ਬੱਚਾ, ਸਾਨੂੰ ਕੀ ਕਹਿੰਦਾ, ਜਦੋਂ ਅਸੀਂ ਇਦਾਂ ਕਰਦੇ ਹਾਂ ਤੇ ਫਿਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੋ ਗੱਲਾਂ ਹੁੰਦੀਆਂ। ਪਰਮੇਸ਼ਵਰ ਕਰਦਾ ਉਹ ਤੁਹਾਨੂੰ ਕੀ ਕਰਦਾ, ਤੁਹਾਡੇ ਜੀਵਨ ਵਿੱਚ ਇੱਕ ਉਹ ਸ਼ਾਂਤੀ ਭੇਜਦਾ, ਪਰਮੇਸ਼ਵਰ ਦੀ ਸ਼ਾਂਤੀ। ਜਦੋਂ ਤੁਸੀਂ ਚਿੰਤਾ ਛੱਡ ਦਿੰਦੇ ਆ ਤੇ ਤੁਸੀਂ ਕੀ ਕਰਦੇ ਆ, ਪ੍ਰਾਰਥਨਾ ਚਾਹੁੰਦੇ ਤੁਸੀਂ। ਅਸੀਂ ਚਿੰਤਾ ਛੱਡ ਕੇ ਅਸੀਂ ਕੀ ਕਰਨਾ ਸੀ, ਉਹ ਫਿਰ ਅਸੀਂ ਘੁਟਨਿਆਂ ਤੇ ਆ ਜਾਣਾ, ਘੁਟਨਿਆਂ ਉੱਪਰ ਕਿ ਪ੍ਰਭੂ ਮੈਂ ਇੱਥੇ ਬੈਠਾ ਹਾਂ ਤੇ ਮੈਂ ਇੱਥੇ ਬੈਠੀ ਹਾਂ, ਚਾਹੇ ਮੇਰੀ PR ਹੋਵੇ ਚਾਹੇ ਨਾ ਹੋਵੇ, ਮੈਂ ਇੱਥੇ ਬੈਠੀ ਹਾਂ।
ਚਾਹੇ ਮੈਨੂੰ ਜੌਬ ਮਿਲੇ ਚਾਹੇ ਨਾ ਮਿਲੇ, ਮੈਂ ਇੱਥੇ ਬੈਠਾ ਹਾਂ। ਚਾਹੇ ਮੇਰੇ ਜੀਵਨ 'ਚ ਬਿਮਾਰੀ ਜਾਵੇ ਚਾਹੇ ਨਾ ਜਾਵੇ, ਮੈਂ ਇੱਥੇ ਬੈਠਾ, ਦੈਟਸ ਇਟ, ਮੈਂ ਚਿੰਤਾ ਨਹੀਂ ਕਰਨੀ। ਹਾਲੇਲੂਇਆ। ਫੇਰ ਖੁਦਾਵੰਦ ਕੀ ਕਹਿੰਦਾ ਫਿਰ ਪਰਮੇਸ਼ਵਰ ਦੀ ਸ਼ਾਂਤੀ, ਇਹਨੂੰ ਪੜ੍ਹ ਦੁਆਰਾ ਜਰਾ ਜੀ। ਅਤੇ ਪਰਮੇਸ਼ਰ ਦੀ ਸ਼ਾਂਤੀ ਹਾਂਜੀ, ਜੋ ਸਾਰੀ ਸਮਝ ਤੋਂ ਪਰੇ ਜੋ ਹੈ, ਸਾਰੀ ਸਮਝ ਤੋਂ ਕੀ ਹੈਗੀ ਆ, ਉਹ ਪਰੇ ਹੈ, ਉਹ ਪਰੇ ਆ ਉਹਦੀ ਸ਼ਾਂਤੀ। ਇਹ ਉਹ ਸ਼ਾਂਤੀ, ਇਹ ਉਹ ਸ਼ਾਂਤੀ ਹੈ ਜਿਹੜੀ ਸੰਸਾਰ ਦੇ ਵਿੱਚ ਨਹੀਂ ਮਿਲਦੀ। ਇਹ ਸ਼ਾਂਤੀ ਉਹ ਸ਼ਾਂਤੀ ਜਿਹੜੀ ਪਵਿੱਤਰ ਆਤਮਾ ਸਾਨੂੰ ਦਿੰਦਾ ਆ। ਅੱਗੇ ਜੀ। ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। ਬਸ ਦੋ ਗੱਲਾਂ ਦੀ ਕਰਦਾ, ਉਹ ਰਕਸ਼ਾ ਕਰਦਾ ਹੈ। ਕਾਦੀ ਭਲਾ ਪਤਾ? ਤੁਹਾਡੇ ਦਿਲ ਦੀ ਤੇ ਤੁਹਾਡੇ ਮਾਈਂਡ ਦੀ, ਵਿਚਾਰਾਂ ਦੀ। ਵਿਚਾਰ ਕਿੱਥੇ ਪੈਦਾ ਹੁੰਦੇ ਆ? ਦਿਲ ਵਿੱਚ ਕਿ ਮਾਈਂਡ ਵਿੱਚ? ਦੱਸੋ। ਦਿਮਾਗ 'ਚ। ਪਹਿਲੇ ਦਿਮਾਗ 'ਚ ਆਉਂਦੇ ਆ, ਬਾਅਦ 'ਚੋਂ ਅਸੀਂ ਉਹਨੂੰ ਜਦੋਂ ਅਸੀਂ ਉਹਦੇ ਪਰ ਰਿਐਕਟ ਕਰਦੇ ਹਾਂ, ਸਾਡੇ ਫਿਰ ਦਿਲ 'ਚ ਆਉਂਦੇ। ਫਿਰ ਉਹ ਇੱਥੇ ਆਉਂਦੇ ਵਿਚਾਰ, ਇਦਾਂ ਆਉਂਦਾ ਘੁੰਮਦਾ ਹੋਇਆ। ਅਸੀਂ ਉਹਨੂੰ ਸੋਚ ਕੇ ਕੀ ਕਰਦੇ ਹਾਂ? ਅਸੀਂ ਜਦੋਂ ਅਸੀਂ ਉਹਦੇ ਪਰ ਰਿਐਕਟ ਕਰਦੇ ਹਾਂ, ਉਹ ਫਿਰ ਸਾਡਾ ਬਣ ਜਾਂਦਾ। ਫਿਰ ਉਹ ਸ਼ੈਤਾਨ ਉਹਨੂੰ ਇਸਤੇਮਾਲ ਕਰਦਾ ਆ। ਇਦਾਂ ਵਿਚਾਰ ਨੂੰ ਪ੍ਰਭੂ ਵੀ ਇਸਤੇਮਾਲ ਕਰਦੇ ਆ। ਦੋਨੇ ਚੀਜ਼ਾਂ ਹੁੰਦੀਆਂ, ਜਾਂ ਤਾਂ ਤੁਹਾਡਾ ਵਿਚਾਰ ਉਹ ਸ਼ੈਤਾਨ ਇਸਤੇਮਾਲ ਕਰੂਗਾ, ਜਾਂ ਫਿਰ ਉਹ ਪਵਿੱਤਰ ਆਤਮਾ ਜੀ ਇਸਤੇਮਾਲ ਕਰੂਗੇ। ਅਸੀਂ ਹਾਲੇਲੂਇਆ। ਦੇਖਣਾ ਵੀ ਅਸੀਂ ਕਿਹਨੂੰ ਦੇਣਾ ਵਿਚਾਰ। ਉਹ ਤਾਂ ਕਹਿੰਦਾ ਕਿ ਚਿੰਤਾ ਛੱਡ ਦੇ, ਤੇ ਤੂੰ ਕੀ ਕਰ? ਤੂੰ ਭਲਾ ਪ੍ਰਾਰਥਨਾ 'ਚ ਆ ਜਾ। ਠੀਕ ਹੈ, ਤੂੰ ਚਿੰਤਾ ਨਾ ਕਰ, ਤੂੰ ਮੇਰੇ ਤੇ ਭਰੋਸਾ ਰੱਖ ਕਿ ਮੈਂ ਤੈਨੂੰ ਜਾਨ ਦਿੱਤੀ। ਹਾਲੇਲੂਇਆ। ਔਰ ਕਹਿੰਦਾ ਜੇ ਤੂੰ ਇੰਨੀ ਗੱਲ ਕਰੂੰਗਾ ਤੇ ਪਰਮੇਸ਼ਵਰ ਦੀ ਸ਼ਾਂਤੀ ਸਵਰਗ ਦੇ ਵਿੱਚੋਂ ਆਊਗੀ, ਤੇਰੇ ਦਿਲ ਨੂੰ ਸੰਭਾਲੂਗੀ ਉਹ, ਨਾਲੇ ਤੇਰੇ ਮਨ ਨੂੰ, ਤੇਰੇ ਦਿਮਾਗ ਨੂੰ, ਤੇਰੇ ਵਿਚਾਰਾਂ ਨੂੰ ਸੰਭਾਲੂਗੀ। ਅੱਜ ਅਸੀਂ ਕੁਝ ਗੱਲਾਂ ਸਿੱਖਣੀਆਂ ਜਿਹੜੀਆਂ ਯੀਸ਼ੂ ਮਸੀਹ ਦੇ ਅਕੋਰਡਿੰਗ ਜੇ ਅਸੀਂ ਕਰਾਂਗੇ ਅੱਜ ਆਪਣੇ ਜੀਵਨ 'ਚ। ਕੁਝ 8 ਗੱਲਾਂ ਤੁਹਾਨੂੰ ਮੈਂ ਸਿਖਾਉਣੀਆਂ। ਕਿੰਨੀਆਂ ਗੱਲਾਂ ਹੈਗੀਆਂ? ਉਹ 8 ਗੱਲਾਂ, 8 ਪੁਆਇੰਟਸ ਇੱਦਾਂ ਦੇ ਹੈਗੇ ਜਿਹੜੇ ਅਸੀਂ ਬਾਈਬਲ ਤੋਂ ਸਿੱਖਣੇ ਆ। ਉਹ ਕੀ ਕਰਨਗੇ? ਉਹ ਸਾਨੂੰ ਸਾਡੀ ਹੈਲਪ ਕਰਨਗੇ ਟੂ ਲਿਵ ਅ ਰਾਈਚਸ ਲਾਈਫ, ਕਿ ਜਿਹੜਾ ਇੱਕ ਵਿਸ਼ਵਾਸੀ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਕਿੱਦਾਂ ਆਪਣੀ ਜ਼ਿੰਦਗੀ ਨੂੰ ਜੀ ਸਕਦਾ ਹੈ ਅਕੋਰਡਿੰਗ ਟੂ ਬਾਈਬਲ। ਹਾਲੇਲੂਇਆ। ਹਾਲੇਲੂਇਆ। ਹੁਣ ਹੁੰਦਾ ਕੀ ਹੈਗਾ? ਸਾਡਾ ਜਿਹੜੇ ਵਿਚਾਰ ਜਿਹੜੇ ਸਾਡੇ ਜੀਵਨ 'ਚ ਆਉਂਦੇ ਆ, ਵਿਚਾਰ ਆਉਣ ਦਾ ਕਿਹੜਾ ਵੇ ਹੈਗਾ, ਕਿੱਥੋਂ ਵਿਚਾਰ ਪੈਦਾ ਹੁੰਦੇ ਆ। ਜੋ ਅਸੀਂ ਕੀ ਕਰਦੇ ਹਾਂ? ਅਸੀਂ ਆਪਣੀ ਅੱਖਾਂ ਨਾਲ ਦੇਖਦੇ ਹਾਂ। ਜੋ ਅਸੀਂ ਆਪਣੇ ਕੰਨਾਂ ਨਾਲ ਅਸੀਂ ਕੀ ਕਰਦੇ ਹਾਂ? ਸੁਣਦੇ। ਤੇ ਜੋ ਅਸੀਂ ਆਪਣੇ ਦਿਮਾਗ ਦੇ ਵਿੱਚ ਸੋਚਦੇ ਹਾਂ। ਹੁਣ ਜਦੋਂ ਅਸੀਂ ਟੀਵੀ ਦੇਖਦੇ ਹਾਂ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਵਾਂਗਾ ਇੱਥੇ। ਜਦੋਂ ਅਸੀਂ ਟੀਵੀ ਦੇਖਦੇ ਹਾਂ, ਕੋਈ ਅਸੀਂ ਪ੍ਰੋਗਰਾਮ ਦੇਖਦੇ, ਜਦੋਂ ਜਿਹੜੀ ਜੋ ਕੁਝ ਦੇਖਿਆ ਸੀ ਉਹ ਇੱਥੇ ਕੀ ਕਰਦਾ? ਉਹ ਜਮਾ ਹੋ ਜਾਂਦਾ ਹੈ ਨਾ ਇੱਥੇ। ਔਰ ਆਂਦਾ ਕਿੱਦਾਂ? ਉਹ ਅੱਖਾਂ ਦੇ ਨਾਲ, ਕੰਨਾਂ ਨਾਲ ਸੁਣਦੇ ਆ, ਤੇ ਅਸੀਂ ਉਹਨੂੰ ਫਿਰ ਅੰਡਰਸਟੈਂਡ ਕਰਦੇ ਹਾਂ ਆਪਣੇ ਮਾਈਂਡ ਦੇ ਨਾਲ। ਜੋ ਵੀ ਕੁਝ ਅਸੀਂ ਦੇਖਦੇ ਹਾਂ, ਜੋ ਵੀ ਕੁਝ ਅਸੀਂ ਆਬਜ਼ਰਵ ਕਰਦੇ ਹਾਂ, ਸੁਣਦੇ ਹਾਂ, ਚਾਹੇ ਉਹ ਗਾਣੇ ਹੋ ਗਏ, ਜਾਂ ਤਾਂ ਤੁਸੀਂ ਗਾਣੇ ਸੁਣੋਗੇ ਤੇ ਤੁਹਾਡਾ ਕੀ ਹੋਗਾ? ਤੁਹਾਡੇ ਜੀਵਨ 'ਚ ਫਿਰ ਗਾਣੇ ਤੁਹਾਡੇ ਦਿਮਾਗ ਚੱਲਣਗੇ, ਉਹ ਪੰਜਾਬੀ ਭੈੜੇ ਗੰਦੇ ਗਾਣੇ। ਤੇ ਜੇ ਤੁਸੀਂ ਪ੍ਰਭੂ ਦਾ ਭਜਨ ਸੁਣੋਗੇ ਫੇਰ ਕੀ ਹੋਊਗਾ? ਉਹ ਭਜਨ ਕੀਰਤਨ ਤੁਹਾਡੇ ਮਨ 'ਚ ਚੱਲੇਗਾ, ਸਾਡੇ ਭਜਨ ਚੱਲਣਗੇ। ਇਦਾਂ ਹੀ ਜਦੋਂ ਅਸੀਂ ਇੰਟਰਨੈਟ ਤੇ ਕੁਝ ਦੇਖਦੇ ਹਾਂ, ਫੇਸਬੁੱਕ ਦੇ ਉੱਪਰ ਜੋ ਅਸੀਂ ਦੇਖਦੇ ਹਾਂ ਉਹ ਸਾਡੇ ਜੀਵਨ ਦੇ ਵਿੱਚ ਕੀ ਕਰਦਾ? ਉਹਦਾ ਅਸਰ ਹੁੰਦਾ ਹੈ। ਇੱਥੇ ਹੀ ਸਮੱਸਿਆ ਆ। ਬਾਈਬਲ ਦੱਸਦੀ, ਕਹਿੰਦੇ ਇੱਥੇ ਸਮੱਸਿਆ ਹੈ ਕਿ ਅਸੀਂ ਆਪਣੇ ਮਾਈਂਡ ਨੂੰ ਕਿਹੜੀਆਂ ਗੱਲਾਂ ਨਾਲ ਕੀ ਕਰਦੇ ਪਏ? ਅਸੀਂ ਭਰਦੇ ਪਏ ਹਾਂ। ਜਦੋਂ ਅਸੀਂ ਇਹਦੀ ਅਗਲੀ ਆਇਤ ਪੜ੍ਹਦੇ ਹਾਂ ਜੀ, ਉੱਥੇ ਸਾਨੂੰ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ ਜੀ। ਅਸੀਂ ਪੜਾਂਗੇ ਇਹਦਾ ਅਗਲੀ ਆਇਤ ਪੜਾਂਗੇ ਅਸੀਂ, ਫਿਲਿੱਪੀਆਂ ਦੀ 4 ਦੀ 8 ਪੜਾਂਗੇ ਅਸੀਂ। ਮੁੱਕਦੀ ਗੱਲ ਇਹ ਹੈ ਭਰਾਵੋ, ਧਿਆਨ ਨਾਲ ਸੁਣੀਏ ਇਸ ਗੱਲ ਨੂੰ ਤੁਸੀਂ ਹੁਣ, ਜਿਹੜੀਆਂ ਗੱਲਾਂ ਸੱਚੀਆਂ ਹਨ। ਕਹਿੰਦਾ ਮੁੱਕਦੀ ਗੱਲ ਇਹ ਹੈਗੀ ਕਿ ਤੁਸੀਂ ਇਹਨਾਂ ਗੱਲਾਂ ਦੇ ਉੱਪਰ, ਪੌਲਸ ਦੱਸਦਾ ਪਿਆ, ਕਹਿੰਦਾ ਤੁਸੀਂ ਇਹਨਾਂ ਗੱਲਾਂ ਤੁਸੀਂ ਫੋਕਸ ਕਰਨਾ। ਅੱਜ ਤੁਸੀਂ ਜੋ ਪਹਿਲੇ ਦੇਖ ਲਿਆ, ਜੋ ਤੁਸੀਂ ਪਹਿਲੇ ਤੁਹਾਡੀ ਸੋਚ ਸੀਗੀ, ਉਹਨੂੰ ਛੱਡ ਦਿਓ। ਹੁਣ ਤੁਸੀਂ ਹੁਣ ਇੱਧਰ ਦੇਖੋ ਬਾਈਬਲ ਕੀ ਕਹਿੰਦੀ ਪਈ। ਹਾਲੇਲੂਇਆ। ਮੁੱਕਦੀ ਗੱਲ ਇਹ ਹੈ ਭਾਈ ਜੀ, ਬੋਲੀਏ। ਹੇ ਭਰਾਵੋ, ਹਾਂਜੀ, ਜਿਹੜੀਆਂ ਗੱਲਾਂ ਸੱਚੀਆਂ ਹਨ। ਪਹਿਲੀ ਗੱਲ, ਜਿਹੜੀਆਂ ਗੱਲਾਂ ਕਿਹੜੀਆਂ ਹੈਗੀਆਂ? ਸੱਚੀਆਂ ਹਨ। ਤੁਸੀਂ ਨਾਲ ਬੋਲੀਏ ਮੇਰੇ ਨਾਲ। ਪਹਿਲੀ ਗੱਲ, ਪਹਿਲਾ ਪੁਆਇੰਟ ਕਿਹੜਾ ਹੈਗਾ? ਜਿਹੜੀਆਂ ਗੱਲਾਂ ਸੱਚੀਆਂ ਹੈਗੀਆਂ। ਅੱਗੇ ਦੂਜੀ ਗੱਲ ਪੜ੍ਹੀ ਸੁਣ, ਜਿਹੜੀਆਂ ਆਦਰਯੋਗ ਹਨ। ਜਿਹੜੀਆਂ ਹੈਗੀਆਂ ਆਦਰਯੋਗ। ਪਹਿਲੀ ਗੱਲ ਸੱਚੀ, ਦੂਜੀ ਗੱਲ ਆਦਰਯੋਗ, ਤੀਜੀ ਗੱਲ ਜਿਹੜੀਆਂ ਯਥਾਰਥ ਹਨ। ਯਥਾਰਥ ਮਤਲਬ ਕਿ ਜਿਹੜੀਆਂ ਸਹੀ ਹੈਗੀਆਂ, ਸਹੀ। ਅੱਗੇ ਜਿਹੜੀਆਂ ਸ਼ੁੱਧ ਹਨ। ਜਿਹੜੀਆਂ ਸ਼ੁੱਧ ਹੈਗੀਆਂ, ਜਿਹੜੀਆਂ ਪਵਿੱਤਰ ਹੈਗੀਆਂ। ਹਾਂਜੀ, ਅੱਗੇ ਪੰਜਵੀਂ ਗੱਲ, ਜਿਹੜੀਆਂ ਸੁਹਾਵਣੀਆਂ ਹਨ। ਜਿਹੜੀਆਂ ਸੁਹਾਵਣੀਆਂ ਹੈਗੀਆਂ। ਛੇਵੀਂ ਗੱਲ, ਜਿਹੜੀਆਂ ਨੇਕ ਨਾਮੀ ਦੀਆਂ ਹਨ। ਜਿਹੜੀਆਂ ਨੇਕ ਹੈਗੀਆਂ। ਅੱਗੇ, ਜੇ ਕੁਝ ਗੁਣ ਹੈ ਅਤੇ ਜੋ ਕੁਝ ਹਾਂ ਸ਼ੋਭਾ ਹੈ। ਕਹਿੰਦਾ ਗੁਣਵਾਨ, ਜਿਹੜੀਆਂ ਹੈਗੀ ਪ੍ਰੇਜ਼ ਵਰਦੀ ਹੈਗੀਆਂ। ਅੱਗੇ, ਸ਼ੋਭਾ ਦਿੰਦੀਆਂ। ਜੋ ਕੁਝ ਹਾਂ
ਸ਼ੋਭਾ ਹੈ ਅਤੇ ਜੋ ਕੁਝ ਗੁਣ ਹੈ ਅਤੇ ਜੋ ਕੁਝ ਸ਼ੋਭਾ ਹੈ ਤਾਂ ਇਹਨਾਂ ਗੱਲਾਂ ਦੇ ਵਿਚਾਰ ਕਰੋ। ਹਾਂਜੀ, ਕਹਿੰਦਾ ਗੁਣਵਾਨ ਜਿਨ੍ਹਾਂ ਚ ਗੁਣ ਹੈਗੇ ਤੇ ਜਿਹੜੀਆਂ ਗੱਲਾਂ ਸ਼ੋਭਾ ਦੇ ਲਾਇਕ ਹੈਗੀਆਂ, ਇਹ ਜਿਹੜੀ 8 ਗੱਲਾਂ ਅਸੀਂ ਦੇਖੀਆਂ ਅੱਜ ਨਾ, ਇਹਨਾਂ 8 ਗੱਲਾਂ ਦੇ ਵਿੱਚ ਅਸੀਂ ਕਿੱਦਾਂ ਕਰਾਂਗੇ। ਹੁਣ ਪਹਿਲੀ ਗੱਲ ਨੂੰ ਅਸੀਂ ਪਹਿਲੇ ਥੋੜਾ ਜਿਹਾ ਅਸੀਂ ਇੰਪਲੀਫਾਈ ਕਰਾਂਗੇ ਅਸੀਂ ਉਹਨੂੰ। ਪਹਿਲੀ ਗੱਲ ਕਿਹੜੀ ਕੀ ਉਹਨੇ, ਕਿ ਜਿਹੜੀਆਂ ਗੱਲਾਂ ਬੋਲੋ ਸੱਚੀਆਂ ਹਨ। ਸੱਚੀਆਂ ਗੱਲਾਂ ਜਿਹੜੀਆਂ ਹੈਗੀਆਂ, ਸੱਚੀਆਂ ਗੱਲਾਂ ਕਿਹੜੀਆਂ ਹੈਗੀਆਂ, ਅਸੀਂ ਇਹਨਾਂ ਤੇ ਹੁਣ ਧਿਆਨ ਦੇਣਾ। ਅੱਜ ਤੋਂ ਬਾਅਦ ਅਸੀਂ ਇਦਾਂ ਦੇਖਣਾ ਇਸ ਗੱਲ ਨੂੰ। ਸੱਚੀਆਂ ਗੱਲਾਂ ਨੂੰ ਪੜਨ ਜਾਵਾਂਗੇ ਅਸੀਂ, ਤੇ ਅਸੀਂ ਜਾਵਾਂਗੇ ਯਹੋਨਾ ਰਚਿਤ ਸੁਸਮਾਚਾਰ ਜੀ, ਅਸੀਂ ਉਹਦੀ 17 ਤੇ 17 ਆਇਤ ਪੜਾਂਗੇ ਅਸੀਂ ਉਹਦੀ। ਉਹਨਾਂ ਨੂੰ ਸੱਚਾਈ ਨਾਲ ਪਵਿੱਤਰ ਕਰ, ਤੇਰਾ ਬਚਨ ਸੱਚਾਈ ਹੈ। ਬਸ ਅਸੀਂ ਪਹਿਲੇ ਕੀ ਪੜਿਆ, ਕਹਿੰਦੇ ਉਹਨਾਂ ਗੱਲਾਂ ਵੱਲ ਮੇਰੇ ਭੈਣ ਭਰਾ ਤੁਸੀਂ ਧਿਆਨ ਦੇਣਾ ਅੱਜ, ਜਿਹੜੀਆਂ ਗੱਲਾਂ ਕੀ ਹੈਗੀਆਂ, ਸੱਚੀਆਂ ਹਨ। ਸੱਚੀਆਂ ਗੱਲਾਂ ਹੈਗੀਆਂ। ਉਹਦਾ ਵਚਨ ਕੀ ਹੈਗਾ ਆ, ਉਹਦਾ ਵਚਨ ਸੱਚਾ ਆ। ਹਾਲੇਲੂਇਆ। ਪਹਿਲੀ ਗੱਲ ਕਿਹੜੀ ਹੈਗੀ ਹੈ, ਅਸੀਂ ਕਾਹਦੇ ਵੱਲ ਅਸੀਂ ਦੇਖਣਾ ਸੀ ਭਲਾ, ਅਸੀਂ ਦੇਖਣਾ ਹੈਗਾ ਬਾਈਬਲ ਦੇ ਵੱਲ, ਕਿ ਵਚਨ ਕੀ ਕਰਦਾ ਪਿਆ ਹੈ, ਵਚਨ ਸੱਚਾ ਆ। ਅਸੀਂ ਵਚਨ ਨੂੰ ਦੇਖਣਾ ਹੈ। ਉਹ ਕਹਿੰਦਾ ਤੁਸੀਂ ਮੇਰੇ ਭੈਣ ਭਰਾਵੋ ਤੁਸੀਂ ਆਹ ਜਿਹੜੀ ਗੱਲਾਂ ਹੈ, ਤੁਸੀਂ ਪਹਿਲੀ ਗੱਲ ਕਿਹੜੀ ਹੈਗੀ ਹੈ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਗੱਲਾਂ ਸੱਚੀਆਂ। ਔਰ ਅਸੀਂ ਕੀ ਪੜਿਆ ਹੋਣੀ, ਵਚਨ ਸੱਚਾ ਆ। ਹਾਲੇਲੂਇਆ। ਹਾਲੇਲੂਇਆ। ਜਿਹੜਾ ਮਸੀਹੀ ਜਿਹੜਾ ਕਹਿੰਦਾ ਕਿ ਮੈਂ ਕ੍ਰਿਸਚਨ ਹੈਗਾ ਆ, ਔਰ ਜਿਹੜਾ ਸੱਚਾਈ ਤੇ ਚੱਲਦਾ ਪਿਆ, ਉਹ ਕੀ ਕਰੂਗਾ ਆਪਣੀ ਇਸ ਗੱਲ ਦੇ ਵਿੱਚ, ਉਹ ਬਾਈਬਲ ਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਰੱਖੂਗਾ, ਕਿਉਂਕਿ ਉਹਨੂੰ ਪਤਾ ਕਿ ਬਾਈਬਲ ਕੀ ਹੈਗਾ ਆ, ਬਾਈਬਲ ਸੱਚ ਆ। ਔਰ ਉਹ ਇਮਾਨਦਾਰੀ ਦੇ ਨਾਲ ਉਹ ਚੱਲੂਗਾ। ਔਰ ਅਸੀਂ ਇਹਦੇ ਬਾਰੇ ਇੱਕ ਹੋਰ ਵਰਸ ਪੜਾਂਗੇ। ਅਸੀਂ ਪੜਾਂਗੇ 14 ਦਾ 6 ਪੜਾਂਗੇ ਅਸੀਂ ਯਹੋਨਾ ਦੇ ਵਿੱਚ। ਹਾਲੇਲੂਇਆ। ਪਹਿਲੀ ਗੱਲ ਅਸੀਂ ਪੜ੍ਹੀ ਕਿ ਵਚਨ ਕੀ ਹੈਗਾ ਹੈ, ਸੱਚਾ ਆ। ਯੀਸ਼ੂ ਨੇ ਉਹਨੂੰ ਆਖਿਆ, ਹਾਂਜੀ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਦੇਖੀਏ ਇੱਥੇ ਕੀ ਲਿਖਿਆ ਉਹਨੇ, ਕਹਿੰਦਾ ਯੀਸ਼ੂ ਨੇ ਆਖਿਆ ਕਿ ਰਾਹ ਸੱਚਾਈ ਤੇ ਜੀਵਨ ਮੈਂ। ਚ ਅਸੀਂ ਦੂਜੀ ਗੱਲ ਕਿਹੜੀ ਦੇਖੀ ਹੁਣ, ਸੱਚਾਈ। ਯੀਸ਼ੂ ਮਸੀਹ ਸੱਚਾਈ ਆ ਮੇਰੇ ਭੈਣ ਭਰਾਵੋ। ਜਦੋਂ ਅਸੀਂ ਸੱਚਾਈ ਨੂੰ ਆਪਣੇ ਜੀਵਨ 'ਚ ਲੈਂਦੇ ਆ, ਯਾਨੀ ਕਿ ਵਚਨ ਨੂੰ ਵੀ ਤੇ ਨਾਲ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਵੀ, ਇਜ਼ ਦਾ ਸੇਮ ਥਿੰਗ ਐਕਚੁਅਲੀ। ਇਹ ਕਿੱਦਾਂ ਸੇਮ ਥਿੰਗ ਕਿੱਦਾਂ ਆ, ਜੇ ਤੁਸੀਂ ਜਾਣਨਾ ਚਾਹੁੰਦੇ ਤਾਂ ਮੈਂ ਤੁਹਾਨੂੰ ਹੁਣੇ ਪੜ੍ਹਾ ਸਕਦਾ। ਅਸੀਂ ਚੱਲਾਂਗੇ ਯਹੋਨਾ ਦੇ ਵਿੱਚ ਚੱਲਾਂਗੇ ਅਸੀਂ। ਹਾਂਜੀ ਪੜ੍ਹੀਏ ਜੀ, ਪਹਿਲਾ ਚੈਪਟਰ ਖੋਲੀਏ ਇਹਦਾ, ਪਹਿਲਾ ਇਹਦੀ ਪਹਿਲੀ ਪੜ੍ਹੀਏ ਅਸੀਂ। ਆਦਿ ਵਿੱਚ ਸ਼ਬਦ ਸੀ, ਕਹਿੰਦਾ ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ। ਕਹਿੰਦਾ ਸ਼ਬਦ ਹੀ ਪਰਮੇਸ਼ਵਰ ਸੀਗਾ, ਸ਼ਬਦ ਹੀ ਆਦਿ ਵਿੱਚ ਸੀਗਾ ਤੇ ਸ਼ਬਦ ਹੀ ਪਰਮੇਸ਼ਵਰ ਆ। ਯਾਨੀ ਕਿ ਯੀਸ਼ੂ ਮਸੀਹ ਸ਼ਬਦ ਬਣ ਕੇ ਇਸ ਦੁਨੀਆ ਤੇ ਆਇਆ। ਬਾਈਬਲ ਵੀ ਉਹੀ ਆ, ਯੀਸ਼ੂ ਮਸੀਹ ਵੀ ਕੀ ਹੈਗਾ, ਸੱਚ ਹੈਗਾ। ਇੱਕੋ ਹੀ ਗੱਲ ਹੈ ਇਹ, ਠੀਕ ਹੈ। ਜਦੋਂ ਪੌਲਸ ਕਹਿੰਦਾ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਤੁਸੀਂ ਦੇਖਦੇ ਕੀ ਆ, ਤੁਸੀਂ ਸੁਣਦੇ ਕੀ ਹੈਗੇ ਆ, ਤੁਸੀਂ ਸੋਚਦੇ ਕੀ ਆ। ਸਾਡਾ ਜਿਹੜਾ ਮਾਈਂਡ ਹੈਗਾ ਆ, ਇੱਥੇ ਸਾਰਾ ਇਹ ਮਾਈਂਡ ਜਿਹੜਾ ਬੈਟਲਫੀਲਡ ਆਫ ਮਾਈਂਡ ਕਹਿੰਦੇ ਇਹਨੂੰ, ਇੱਥੇ ਲੜਾਈ ਹੈ ਸ਼ੈਤਾਨ ਦੇ ਨਾਲ, ਬਾਹਰ ਨਹੀਂ ਹੈਗੀ ਲੜਾਈ, ਇੱਥੇ ਲੜਾਈ। ਹਾਲੇਲੂਇਆ। ਤੁਹਾਨੂੰ ਸਮਝ ਆ ਰਹੀ ਹੈ? ਹਾਲੇਲੂਇਆ। ਸੱਚਾਈ ਪਹਿਲੀ ਗੱਲ ਅਸੀਂ ਪੜ੍ਹੀ ਕੀ ਭਲਾ, ਤੁਸੀਂ ਕਹਿੰਦਾ ਜਿਹੜੀਆਂ ਗੱਲਾਂ ਕੀ ਹੈਗੀਆਂ, ਸੱਚੀਆਂ ਗੱਲਾਂ ਹੈਗੀਆਂ। ਹਾਂਜੀ ਅਸੀਂ ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਸੱਚੀ ਗੱਲ ਕਿਹੜੀ ਹੈਗੀ ਭਲਾ, ਵਚਨ। ਦੂਜੀ ਗੱਲ ਕਿਹੜੀ ਸੱਚੀ ਹੈ, ਯੀਸ਼ੂ ਮਸੀਹ ਸੱਚਾ ਹੈ। ਹਾਲੇਲੂਇਆ। ਹਾਲੇਲੂਇਆ। ਦੂਜੀ ਗੱਲ ਅਸੀਂ ਪੜਾਂਗੇ ਹੁਣ, ਜਿਹੜੀਆਂ ਆਦਰਯੋਗ ਹਨ। ਆਦਰਯੋਗ ਹੈਗੀਆਂ ਜਿਹੜੀਆਂ ਗੱਲਾਂ। ਦੂਜੀਆਂ ਗੱਲਾਂ ਕਿਹੜੀਆਂ ਦੇਖੀਆਂ ਸੀ, ਆਦਰਯੋਗ। ਅਸੀਂ ਜਾਵਾਂਗੇ ਪਹਿਲਾ ਤਿਮੋਥੀਅਸ ਜੀ, ਅਸੀਂ ਉਹਦੀ 1 ਦੀ 17 ਆਇਤ ਪੜਾਂਗੇ। ਹੁਣ ਜੁਗਾਂ ਦੇ ਮਹਾਰਾਜ ਅਬਨਾਸ਼ੀ ਅਦੁੱਤੀ ਪਰਮੇਸ਼ਰ ਦਾ ਆਦਰ ਅਤੇ ਤੇਜ ਜੁਗਾਂ ਨੂੰ ਜੁਗ ਹੋਵੇ। ਪ੍ਰੇਜ਼ ਦ ਲਾਰਡ। ਇਹ ਚ ਕੀ ਲਿਖਿਆ ਹੈ ਭਲਾ, ਜਿਹਨੇ ਪਰਮੇਸ਼ਵਰ ਜਿਹੜਾ ਹੈਗਾ ਤੁਸੀਂ ਉਹਦਾ ਕੀ ਕਰਨਾ, ਤੁਸੀਂ ਉਹਦਾ ਆਦਰ ਕਰਨਾ ਆ। ਅਸੀਂ ਇਹਨਾਂ ਗੱਲਾਂ ਨੂੰ ਸਿੱਖਣਾ ਕਿ ਅਸੀਂ ਖੁਦਾ ਦਾ ਆਦਰ ਕਿੱਦਾਂ ਕਰ ਸਕਦੇ ਹਾਂ ਅਸੀਂ। ਹਾਲੇਲੂਇਆ। ਇਹ ਦੂਜੀ ਗੱਲ ਹੈਗਾ, ਕਹਿੰਦਾ ਜਿਹੜੀਆਂ ਗੱਲਾਂ ਆਦਰ ਨਹੀਂ ਹੈਗੀਆਂ, ਜਿਹੜੀਆਂ ਗੱਲਾਂ ਕੀ ਲਿਖਿਆ ਸੀ ਉਹਦੇ ਵਿੱਚ ਭਲਾ, ਜਿਹੜੀਆਂ ਗੱਲਾਂ ਆਦਰ ਦੇ ਯੋਗ ਹਨ, ਜਿਹੜੀਆਂ ਆਦਰ ਦੇ ਯੋਗ ਹੈਗੀਆਂ, ਆਦਰ ਨਹੀਂ ਗੱਲਾਂ ਹੈਗੀਆਂ। ਅਸੀਂ ਖੁਦਾ ਦਾ ਕਿੱਦਾਂ ਆਦਰ ਕਰਨਾ ਹੈ, ਜਦੋਂ ਅਸੀਂ ਉਹਦੀ ਵਰਸ਼ਿਪ ਕਰਦੇ ਹਾਂ। ਹਾਲੇਲੂਇਆ। ਅਸੀਂ ਜਦੋਂ ਪ੍ਰਾਰਥਨਾ 'ਚ ਕਿੱਦਾਂ ਬੈਠਦੇ ਹਾਂ, ਜਦੋਂ ਅਸੀਂ ਚਰਚ ਵਿੱਚ ਕਿੱਦਾਂ ਬੈਠਦੇ ਹਾਂ। ਅਸੀਂ ਜਿਹੜੀਆਂ ਔਰਤਾਂ ਨੂੰ ਕਿਹਾ ਗਿਆ, ਉਹਨਾਂ ਨੂੰ ਸਿਰ ਢੱਕਣ ਵਾਸਤੇ ਕਿਹਾ ਗਿਆ। ਕਿਉਂ? ਕਿਉਂਕਿ ਜਦੋਂ ਪਰਮੇਸ਼ਰ ਦਾ ਵਚਨ ਹੁੰਦਾ ਹੈ, ਤੁਹਾਨੂੰ ਮੈਂ ਦੱਸਦਾ ਬਹੁਤ ਜ਼ਰੂਰੀ ਗੱਲ ਹੈਗੀ। ਲੋਕੀ ਕਹਿੰਦੇ ਕਿ ਚੁੰਨੀ ਲੈਣੀ ਚਾਹੀਦੀ, ਕਿ ਨਹੀਂ, ਇਸ ਗੱਲ ਦੇ ਉੱਪਰ ਬਹੁਤ ਬੜੀ ਚੱਲਦੀ ਹੈ ਜਿਹੜੀ ਆਪਣਾ ਤੇ ਕੰਟਰੋਵਰਸੀ। ਲੇਕਿਨ ਵਚਨ ਦੱਸਦਾ ਹੈ ਕਿ ਕਿਉਂਕਿ ਜਦੋਂ ਅਸੀਂ ਬਾਈਬਲ ਪੜ੍ਹਦੇ ਹੁੰਦੇ ਹਾਂ, ਜਦੋਂ ਅਸੀਂ ਵਚਨ ਕਰਦੇ ਹੁੰਦੇ ਪ੍ਰਾਰਥਨਾ, ਕਹਿੰਦੇ ਉਸ ਵੇਲੇ ਸੁਰਗਦੂਤ ਉਸ ਜਗ੍ਹਾ ਤੇ ਹੁੰਦੇ ਆ ਜਿਹੜੇ ਇਹਨਾਂ ਗੱਲਾਂ ਨੂੰ ਸੁਣਨ ਵਾਸਤੇ ਬੈਠੇ ਰਹਿੰਦੇ, ਕਿਉਂਕਿ ਉਹਨਾਂ ਨੂੰ ਪਤਾ ਪ੍ਰਭੂ ਯਿਸੂ ਮਸੀਹ ਬਾਰੇ। ਐਕਚੁਅਲੀ ਸ਼ਾਇਦ ਤੁਹਾਨੂੰ ਇਸ ਗੱਲ ਪਤਾ ਨਹੀਂ, ਪਤਾ ਉਹਨਾਂ ਨੂੰ ਬਿਲਕੁਲ ਪਤਾ ਕਿ ਯਿਸੂ ਮਸੀਹ ਨੇ ਜਾਨ ਦਿੱਤੀ ਹੈ। ਦੇ ਡੋਂਟ ਨੋ ਐਕਚੁਅਲੀ।
ਕਿਉਂਕਿ ਉਹ ਖੁਦਾ ਦੀ ਗਲੋਰੀ ਵਿੱਚ ਹੈਗੇ ਆ, ਉਹ ਇਨਸਾਨ ਨਹੀਂ ਹੈਗੇ। ਉਹ ਉਹਨਾਂ ਦੀ ਸੋਚ ਸਮਝ ਸਾਡੇ ਸੋਚ ਸਮਝ 'ਚ ਬਹੁਤ ਫਰਕ ਆ। ਉਹਨਾਂ ਦਾ ਕੰਮ ਇਹੀ ਇੱਕ ਹੈਗਾ ਕਿ ਖੁਦਾ ਉਹਨਾਂ ਨੂੰ ਆਰਡਰ ਕਰਦਾ ਆ ਤੇ ਉਹ ਬਸ ਆਰਡਰ ਨੂੰ ਮੰਨਦੇ। ਉਹਨੂੰ ਜਾਣਦੇ ਖੁਦਾਵੰਦ, ਲੇਕਿਨ ਉਹ ਜਿਹੜਾ ਧਰਤੀ ਤੇ ਆ ਉਹਨੂੰ ਨਹੀਂ ਜਾਣਦੇ ਉਹ। ਇਸ ਕਰਕੇ ਉਹ ਬੈਠੇ ਰਹਿੰਦੇ ਆ ਕਿ ਇਹ ਜਿਹੜੀਆਂ ਗੱਲਾਂ ਸੁਣਦੇ ਆ ਉਹਨਾਂ ਨੂੰ ਇੰਟਰਸਟ ਹੁੰਦਾ ਗੱਲਾਂ ਦੇ। ਇਹ ਬਾਈਬਲ ਦੀ ਗੱਲ ਹੈ ਇਹ। ਇਸ ਕਰਕੇ ਔਰਤ ਨੇ ਕਿਹਾ ਕਿ ਤੂੰ ਕੀ ਕਰ, ਆਪਣੇ ਸਿਰ ਨੂੰ ਢੱਕ ਕੇ ਰੱਖ। ਇਹ ਜਦੋਂ ਅਸੀਂ ਇਦਾਂ ਕਰਾਂਗੇ ਅਸੀਂ ਆਦਰ ਦਿੰਦੇ ਖੁਦਾ ਨੂੰ। ਹਾਲੇਲੂਇਆ। ਇਸ ਕਰਕੇ ਉਹ ਕਹਿੰਦਾ ਕਿ ਜਿਹੜਾ ਖੁਦਾਵੰਦ ਨੇ ਇਸ ਧਰਤੀ ਨੂੰ ਬਣਾਇਆ, ਤੁਸੀਂ ਉਹਨੂੰ ਕੀ ਕਰਨਾ, ਤੁਸੀਂ ਉਹਨੂੰ ਆਦਰ ਦੇਣਾ ਹੈ। ਆਪਣੀ ਪ੍ਰਾਰਥਨਾ ਦੇ ਵਿੱਚ ਆਦਰ ਦੇਣਾ ਹੈ। ਤੁਸੀਂ ਚਰਚ ਬੈਠਦੇ ਤੁਸੀਂ ਉਦੋਂ ਆਦਰ ਦੇਣਾ, ਜਦੋਂ ਅਸੀਂ ਵਰਸ਼ਿਪ ਕਰਦੇ ਹਾਂ ਤੁਸੀਂ ਉਦੋਂ ਆਦਰ ਦੇਣਾ। ਖੜੇ ਹੋ ਕੇ ਵਰਸ਼ਿਪ ਕਰਨੀ ਚਾਹੀਦੀ ਸਾਨੂੰ, ਬੈਠ ਕੇ ਨਹੀਂ। ਮੈਨੂੰ ਪਤਾ ਤੁਹਾਨੂੰ ਅੱਛਾ ਲੱਗੂ, ਲੇਕਿਨ ਇਹ ਗੱਲ ਬਾਈਬਲ ਦੀ ਗੱਲ ਹੈ। ਅਸੀਂ ਖੜੇ ਹੋ ਕੇ ਅਸੀਂ, ਕਿਉਂਕਿ ਉਹ ਵਰਦੀ, ਉਹ ਪਰਮੇਸ਼ਵਰ ਕੀ ਹੈਗਾ, ਉਹ ਮਹਿਮਾ ਦੇ ਯੋਗ ਹੈ। ਇਸ ਕਰਕੇ ਕਹਿੰਦਾ ਕਿ ਤੁਸੀਂ ਉਹਨਾਂ ਗੱਲਾਂ ਨੂੰ ਸਿੱਖਣਾ ਹੈ ਜਿਹੜੀਆਂ ਗੱਲਾਂ ਆਦਰ ਦੇ ਯੋਗ ਹੈਗੀਆਂ। ਹਾਲੇਲੂਇਆ, ਹਾਲੇਲੂਇਆ। ਪ੍ਰੇਜ਼ ਦ ਲਾਰਡ। ਤੁਹਾਨੂੰ ਗੱਲ ਸਮਝ ਆਈ? ਤੁਹਾਨੂੰ ਸਾਰਿਆਂ ਨੂੰ ਦੋ ਗੱਲਾਂ ਸਿੱਖੀਆਂ ਸੀ। ਪਹਿਲੀ ਗੱਲ ਸਿੱਖੀ ਅਸੀਂ ਸੱਚਾਈ, ਦੂਜੀ ਗੱਲ ਸਿੱਖੀ ਅਸੀਂ ਆਦਰ, ਆਦਰ ਦੇ ਯੋਗ। ਤੀਜੀ ਗੱਲ ਸਿੱਖਣੀ ਸੀ ਹੁਣ ਜੋ ਗੱਲਾਂ ਸਹੀ ਹੈਗੀਆਂ। ਹਾਲੇਲੂਇਆ। ਹਾਂਜੀ ਪੜ੍ਹੀਏ ਜੀ ਅਗਲੀ ਗੱਲ। ਹੁਣ ਸਹੀ ਕੀ ਹੈਗਾ ਆ, ਅਸੀਂ ਇੱਥੇ ਜਾਣਾ ਸੀ। ਹੁਣ ਜਿਹੜੀ ਤੀਜੀ ਗੱਲ ਹੈਗੀ ਹੈ, ਜਿਹੜੀਆਂ ਆਦਰ ਯੋਗ ਹਨ, ਜਿਹੜੀਆਂ ਯਥਾਰਥ ਹਨ। ਯਥਾਰਥ ਮੀਨਸ ਕਿ ਜਿਹੜੀਆਂ ਰਾਈਟ ਹੈਗੀਆਂ। ਵੀ ਹੈਵ ਟੂ ਡੂ ਰਾਈਟ ਥਿੰਗਸ। ਐਕਚੁਅਲੀ ਸਾਨੂੰ ਸਹੀ ਕੀ ਕਰਨਾ ਹੈ। ਅਸੀਂ ਪੜਾਂਗੇ ਮਤੀ ਦਾ ਸੁਸਮਾਚਾਰ। ਤੁਹਾਨੂੰ ਮੈਂ ਟੱਚ ਕਰਾਉਂਗਾ 6 ਅਧਿਆਏ 6 ਅਧਿਆਏ 33 ਆਇਤ ਪੜਾਂਗੇ ਅਸੀਂ ਇਹਦੀ। ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਭਾਲੋ, ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਪ੍ਰੇਜ਼ ਦ ਲਾਰਡ। ਇਹ ਜਿਹੜੀ ਗੱਲ ਹੈਗੀ ਆ, ਇਹ ਹੈਗੀ ਆ ਰਾਈਟ ਥਿੰਗ। ਵੀ ਹੈਵ ਟੂ ਡੂ ਰਾਈਟ ਥਿੰਗ। ਸਾਨੂੰ ਕੀ ਕਰਨਾ, ਅਸੀਂ ਸਹੀ ਤਰੀਕੇ ਨਾਲ ਆਪਣੀ ਸੋਚ ਨੂੰ, ਆਪਣੇ ਮਾਈਂਡ ਨੂੰ ਕੀ ਕਰਨਾ ਸੀ, ਅਸੀਂ ਉਹਨੂੰ ਟ੍ਰੇਨ ਕਰਨਾ ਆ ਅਕੋਰਡਿੰਗ ਟੂ ਦਾ ਬਾਈਬਲ। ਅਸੀਂ ਆਪਣੇ ਮਾਈਂਡ ਨੂੰ ਕੀ ਕਰਨਾ ਸੀ, ਅਸੀਂ ਉਹਨੂੰ ਟ੍ਰੇਨ ਕਰਨਾ। ਅਸੀਂ ਉਹਨੂੰ ਪ੍ਰੈਕਟਿਸ ਕਰਨੀ ਐਵਰੀ ਡੇ। ਹੁਣ ਜੇ ਕਿਸੇ ਨੇ ਮਿਊਜ਼ਿਕ ਸਿੱਖਣਾ ਹੋਵੇ, ਮਿਊਜ਼ਿਕ ਦੱਸੋ ਉਹਨੂੰ ਕਿੱਦਾਂ ਸਿੱਖੂਗਾ ਮਿਊਜ਼ਿਕ, ਦੱਸੋ। ਹੁਣ ਮੈਂ ਜਦੋਂ ਮਿਊਜ਼ਿਕ ਪਲੇ ਕਰਦਾ ਆ, ਮੈਨੂੰ ਯਾਦ ਜਦੋਂ ਮੈਂ ਪਹਿਲੀ ਵਾਰੀ ਕੀਬੋਰਡ ਲੈ ਕੇ ਆਇਆ ਸੀਗਾ, ਮੈਨੂੰ ਅੱਜ ਵੀ ਯਾਦ ਆ। ਲੇਕਿਨ ਮੈਨੂੰ ਉਹਦੇ ਲਈ ਕੀ ਕਰਨਾ ਪਿਆ, ਮੈਨੂੰ ਉਹਦੇ ਵਾਸਤੇ ਪ੍ਰੈਕਟਿਸ ਕਰਨੀ ਪਈ। ਮੈਨੂੰ ਉਹਦੇ ਵਾਸਤੇ ਮੈਂ ਰਾਤ ਨੂੰ ਬਹਿ ਕੇ ਮੈਂ ਕੀ ਕਰਨਾ, ਮੈਂ ਪ੍ਰੈਕਟਿਸ ਕਰਨੀ ਬੈਠ ਕੇ। ਤੇ ਮੈਂ ਪਵਿੱਤਰ ਆਤਮਾ ਜੀ ਕਿ ਮੈਂ ਦੁਆ ਕੀਤੀ ਔਰ ਪਵਿੱਤਰ ਆਤਮਾ ਜੀ ਮੇਰੇ ਕੰਨਾਂ ਦੇ ਵਿੱਚ ਬੋਲਦੇ ਸੀ, ਐਦਾਂ ਹੱਥ ਰੱਖ, ਐਦਾਂ ਹੱਥ ਰੱਖ। ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰੋ, ਐਦਾਂ ਮੇਰੇ ਨਾਲ ਹੋਇਆ। ਇਹਨੂੰ ਮੈਂ ਦੱਸਦਾ ਹੁੰਦਾ ਸੀ। ਮੈਂ ਕਿਹਾ ਸੋਨੂੰ, ਮੈਂ ਕਿਹਾ ਮੈਨੂੰ ਪਵਿੱਤਰ ਆਤਮਾ ਮੇਰੇ ਕੰਨ 'ਚ, ਮੈਂ ਕਿਹਾ ਉਹ ਕੀਤਾ, ਵਿਸਪਰ ਕੀਤਾ ਮੇਰੇ ਕੰਨ ਦੇ ਵਿੱਚ। ਰਾਤ ਨੂੰ 2:30 ਵਜੇ ਐਦਾਂ ਰਾਤ ਨੂੰ 2-2:30 ਵਜੇ ਰਾਤ ਨੂੰ ਉੱਠ ਕੇ ਮੈਂ ਕਹਿਣਾ। ਔਰ ਮੈਨੂੰ ਪ੍ਰਭੂ ਨੇ ਸਿਖਾਇਆ ਇਹ। ਹਾਲੇਲੂਇਆ। ਕਿਉਂਕਿ ਮੈਂ ਉਹਦੇ ਲਈ ਮੈਂ ਸਿੱਖਿਆ ਸੀਗਾ ਇਹ। ਪ੍ਰੇਜ਼ ਦ ਲਾਰਡ। ਲੇਕਿਨ ਮੈਨੂੰ ਕੀ ਕਰਨਾ ਪਿਆ, ਮੈਨੂੰ ਭਲਾ ਪ੍ਰੈਕਟਿਸ ਕਰਨੀ ਪਈ। ਐਦਾਂ ਅਸੀਂ ਆਪਣੇ ਆਤਮਿਕ ਜੀਵਨ ਅਸੀਂ ਕੀ ਕਰਨੀ ਭਲਾ, ਅਸੀਂ ਪ੍ਰੈਕਟਿਸ ਕਰਨੀ ਆ ਬਾਈਬਲ ਦੇ ਵਿੱਚੋਂ। ਹਾਲੇਲੂਇਆ। ਹੁਣ ਉਹ ਕਹਿੰਦਾ ਜਿਹੜੀਆਂ ਗੱਲਾਂ ਸੱਚੀਆਂ ਹੈਗੀਆਂ ਤੁਸੀਂ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ। ਜਿਹੜੀਆਂ ਗੱਲਾਂ ਕੀ ਹੈਗੀਆਂ, ਅਗਲੀ ਗੱਲ ਕਿਹੜੀ ਸੀਗੀ ਭਲਾ, ਆਦਰ ਨਹੀਂ। ਤੀਜੀ ਗੱਲ ਕਹਿੰਦੀ ਜਿਹੜੀਆਂ ਗੱਲਾਂ ਕੀ ਹੈਗੀਆਂ, ਯਥਾਰਥ ਯਾਨੀ ਕਿ ਰਾਈਟ, ਯਾਨੀ ਕਿ ਸਹੀ ਗੱਲਾਂ ਜਿਹੜੀਆਂ ਹੈਗੀਆਂ। ਉਹ ਦੱਸਦਾ ਵਾ, ਕਹਿੰਦਾ ਮੱਤੀ ਦੇ ਵਿੱਚ ਅਸੀਂ ਇਸ ਗੱਲ ਪੜ੍ਹਿਆ, ਕਹਿੰਦਾ ਤੁਸੀਂ ਪਹਿਲੇ ਮੇਰੇ ਰਾਜ ਦੀ ਖੋਜ ਕਰੋ। ਇਹ ਸਹੀ ਤਰੀਕਾ ਹੈ ਇਹ। ਹਾਲੇਲੂਇਆ। ਅਸੀਂ ਉਹਦੇ ਰਾਜ ਦੀ ਖੋਜ ਕਰਨੀ ਆ, ਅਸੀਂ ਉਹਦੀ ਧਾਰਮਿਕਤਾ ਦੀ ਖੋਜ ਕਰਨੀ ਆ। ਇਹ ਸਹੀ। ਫੇਰ ਕਹਿੰਦਾ ਤੁਹਾਨੂੰ ਦੁਨੀਆ ਦੀ ਗੱਲਾਂ ਵੀ ਤੁਹਾਡੇ ਜੀਵਨ ਦੇ ਪਿੱਛੇ ਪੈ ਕੇ ਤੁਹਾਡੇ ਪਿੱਛੇ ਜਾਊਂਗੀਆਂ। ਉਹ ਚਾਹੇ ਉਹ ਜੌਬ ਆ, ਚਾਹੇ ਉਹ ਤੁਹਾਡਾ ਬਿਜ਼ਨਸ ਆ, ਚਾਹੇ ਤੁਹਾਡੀ ਮੈਰਿਜ ਲਾਈਫ ਹੈਗੀ ਆ। ਫਸਟ ਵੀ ਹੈਵ ਟੂ ਡੂ ਦਾ ਰਾਈਟ ਥਿੰਗ ਐਕਚੁਅਲੀ। ਹਾਲੇਲੂਇਆ। ਰਾਈਟ ਥਿੰਗ ਕੀ ਹੈਗੀ ਕਿ ਅਸੀਂ ਖੁਦਾ ਦੇ ਰਾਜ ਦੀ ਅਸੀਂ ਖੋਜ ਕਰਨੀ। ਉਹਦਾ ਰਾਜ ਕਿੱਥੇ ਆ ਮੇਰੇ ਭੈਣ ਭਰਾਵੋ? ਉਹਦਾ ਰਾਜ ਕਿੱਥੇ ਦੱਸੋ? ਮੇਰੇ ਅੰਦਰ। ਸਾਡੇ ਅੰਦਰ ਉਹਦਾ ਰਾਜ ਆ। ਸਾਡੇ ਅੰਦਰ ਉਹਨੇ ਸਾਨੂੰ ਆਪਣਾ ਪਾਕ ਰੂਹ ਦਿੱਤਾ। ਅਸੀਂ ਉਹਨੂੰ ਕਰਨਾ, ਅਸੀਂ ਉਹਨੂੰ ਐਕਟੀਵੇਟ ਕਰਨਾ ਆਪਣੇ ਫਰੂਟਸ ਦਾ। ਅਸੀਂ ਲਾਸਟ ਨਾਈਟ ਵੀ ਅਸੀਂ ਇਹ ਗੱਲ ਕੀਤੀ ਸੀ ਕਿ ਅਸੀਂ ਉਹਦੇ ਫਲਾਂ ਨੂੰ ਕੀ ਕਰਨਾ ਸੀ, ਐਕਟੀਵੇਟ ਕਰਨਾ। ਉਹਨੇ ਸਾਨੂੰ ਫਲ ਦੇ ਦਿੱਤੇ, ਅਸੀਂ ਉਹਨੂੰ ਕਾਰਜਸ਼ੀਲ ਕਰਨਾ ਹੈ। ਉਹ ਫਲ ਤਾਂ ਹੀ ਆਣਗੇ ਜਦੋਂ ਅਸੀਂ ਕੀ ਕਰਾਂਗੇ, ਅਸੀਂ ਉਹਦੀ ਪ੍ਰੈਕਟਿਸ ਕਰਾਂਗੇ। ਜਿੱਦਾਂ ਮੈਂ ਕਿਤੇ ਪ੍ਰੈਕਟਿਸ ਨਹੀਂ ਸੀ। ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਇਦਾਂ ਖੁਦਾ ਚਾਹੁੰਦਾ ਕਿ ਅਸੀਂ ਉਹਦੇ ਵਚਨਾਂ ਦੀ ਪ੍ਰੈਕਟਿਸ ਕਰੀਏ, ਨਾ ਕਿ ਗੰਦਮੰਦ ਸੁਣੀਏ ਜੋ ਅਸੀਂ ਕੰਨਾਂ ਨਾਲ ਸੁਣਦੇ ਹਾਂ, ਅੱਖਾਂ ਨਾਲ ਦੇਖਦੇ ਹਾਂ। ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਗੱਲਾਂ ਦੀ ਪ੍ਰੈਕਟਿਸ ਕਰਦੇ ਪਏ ਐਕਚੁਅਲੀ। ਭੈੜੇ ਗਾਣੇ, ਭੈੜੇ ਪ੍ਰੋਗਰਾਮ ਦੇਖਦੇ ਪਏ ਅਸੀਂ। ਉਹ ਗੰਦਮੰਦ ਸਾਡੇ ਦਿਮਾਗ 'ਚ ਕੀ ਹੋਇਆ, ਉਹ ਭਰਦਾ ਪਿਆ। ਉਹ ਜਿਹੜਾ ਕੂੜਾ ਹੁੰਦਾ, ਕੂੜਾ ਹੀ ਹੁੰਦਾ। ਉਹਨੂੰ ਤੁਸੀਂ ਘਰ ਬੈਠ ਤੇ ਤੁਸੀਂ ਨਹੀਂ ਰੱਖਦੇ, ਤੁਸੀਂ ਸੰਭਾਲ ਕੇ। ਉਹਨੂੰ ਕੂੜਾ ਨੂੰ ਕਿੱਥੇ ਰੱਖਦੇ ਸੀ ਭਲਾ? ਬਿਨ ਦੇ ਵਿੱਚ। ਇਹ ਕੂੜਾ ਹੈਗਾ ਆ ਜਿਹੜਾ ਅਸੀਂ ਇੱਥੇ ਰੱਖਿਆ ਹੋਇਆ, ਅਸੀਂ ਇਹਨੂੰ ਕੱਢ ਕੇ ਅਸੀਂ ਇਹਨੂੰ ਬਾਹਰ ਸੁੱਟਣਾ ਹੈ, ਤਾਂ ਕਿ ਖੁਦਾ ਦਾ ਪਾਕ ਵਚਨ ਜਿਹੜਾ ਹੈਗਾ ਉਹ ਸਾਡੇ ਜੀਵਨ 'ਚ ਕੀ ਕਰੇ, ਉਹ ਕੰਮ ਕਰੇ। ਹਾਲੇਲੂਇਆ। ਇਸ ਕਰਕੇ ਅਸੀਂ ਕੀ ਕਰਨਾ ਸੀ, ਸਹੀ ਕੀ ਹੈਗਾ ਆ, ਖੁਦਾ ਦਾ ਰਾਜ ਲੱਭਣਾ ਸੀ। ਉਹਦਾ ਰਾਜ ਕਿੱਥੇ ਹੈਗਾ? ਰਾਜ ਉਹਦਾ
ਬਾਈਬਲ ਦੇ ਵਿੱਚ, ਵਚਨ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਉਹ ਗੱਲਾਂ ਕਰਨੀਆਂ ਜਿਹੜੀਆਂ ਗੱਲਾਂ ਸਾਡੇ ਜੀਵਨ ਦੇ ਵਿੱਚ ਸਾਨੂੰ ਆਤਮਿਕਤਾ ਦੇ ਵਿੱਚ ਅੱਗੇ ਵਧਾਉਂਦੀਆਂ। ਹਾਲੇਲੂਇਆ, ਹਾਲੇਲੂਇਆ। ਪ੍ਰੇਜ਼। ਅਸੀਂ ਅਗਲੀ ਗੱਲ ਪੜਾਂਗੇ, ਚੌਥੀ ਗੱਲ, ਜਿਹੜੀਆਂ ਸ਼ੁੱਧ ਹਨ। ਜਿਹੜੇ ਕਹਿੰਦਾ ਸ਼ੁੱਧ ਗੱਲਾਂ ਹੈਗੀਆਂ। ਪੌਲਸ ਜ਼ੋਰ ਦਿੰਦਾ ਇਹਨਾਂ ਗੱਲਾਂ ਤੇ, ਕਹਿੰਦਾ ਇਹ ਗੱਲਾਂ ਹੋਣੀ ਚਾਹੀਦੀਆਂ ਮਸੀਹੀ ਬੰਦੇ ਦੇ ਵਿੱਚ ਜਾਂ ਮਸੀਹ ਭੈਣ ਦੇ ਵਿੱਚ, ਕਿ ਜਿਹੜੀਆਂ ਸ਼ੁੱਧ ਗੱਲਾਂ ਹੈਗੀਆਂ, ਪਿਓਰਿਟੀ, ਪਵਿੱਤਰਤਾ। ਪਿਓਰਿਟੀ ਬਹੁਤ ਜ਼ਰੂਰੀ ਸਾਡੇ ਜੀਵਨ ਦੇ ਵਿੱਚ। ਬਿਨਾਂ ਪਿਓਰਿਟੀ ਦੇ ਅਸੀਂ ਖੁਦਾ ਦੇ ਰਾਜ ਵਿੱਚ ਅਸੀਂ ਦਾਖਲ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਕਿੱਦਾਂ? ਅਸੀਂ ਪੜਾਂਗੇ ਪ੍ਰਕਾਸ਼ਿਤ ਵਾਕਿਆ ਜੀ, ਅਸੀਂ ਉਹਦਾ 21 ਅਧਿਆਇ ਪੜਾਂਗੇ। 21 ਅਧਿਆਇ ਉਹਦੀ 27 ਆਇਤ ਪੜ੍ਹੀਏ ਮੇਰੇ ਨਾਲ ਤੁਸੀਂ। ਉਹਦੀ 27 ਪਾਪ। ਪ੍ਰੇਜ਼ ਦ ਲਾਰਡ। ਤੁਹਾਨੂੰ ਸਮਝ ਆ ਰਹੀ ਸਭ ਨੂੰ? ਅਸੀਂ ਇੱਕ ਜ਼ੋਰ ਦੇ ਨਾਲ ਆਵਾਂਗੇ ਹਾਲੇਲੂਇਆ ਦਾ। ਹਾਲੇਲੂਇਆ। ਪ੍ਰੇਜ਼ ਦ ਲਾਰਡ। 21 ਅਧਿਆਇ ਉਹਦੀ 27 ਆਇਤ, ਪ੍ਰਕਾਸ਼ਿਤ ਵਾਕਿਆ। ਪਰ ਕੋਈ ਅਪਵਿੱਤਰ ਵਸਤੂ, ਕਹਿੰਦਾ ਪਰ ਕੋਈ ਅਪਵਿੱਤਰ ਵਸਤੂ ਜਾਂ ਕੋਈ ਘਿਨਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਕਹਿੰਦਾ ਕੋਈ ਵੀ ਅਪਵਿੱਤਰ ਵਸਤੂ ਸੁਰਗ ਦੇ ਵਿੱਚ ਨਹੀਂ ਜਾ ਸਕਦੀ ਜੇ ਅਸੀਂ ਪਿਓਰ ਨਹੀਂ ਹੈਗੇ। ਸਾਡੇ ਲਈ ਦਰਵਾਜ਼ੇ ਬੰਦ ਆ ਫਿਰ ਹੈਵਨ ਦੇ। ਅਸੀਂ ਨਹੀਂ ਅੰਦਰ, ਕਿਉਂਕਿ ਇਹ ਮੈਂ ਨਹੀਂ ਕਹਿੰਦਾ ਪਿਆ, ਇਹ ਬਾਈਬਲ ਦਾ ਪਾਕ ਜਿਹੜਾ ਵਚਨ ਹੈਗਾ ਉਹ ਕਹਿੰਦਾ ਪਿਆ। ਔਰ ਬਾਈਬਲ 'ਚ ਲਿਖਿਆ, ਕਹਿੰਦੇ ਧਰਤੀ ਆਕਾਸ਼ ਟਲ ਜੂਗੇ, ਮੇਰੇ ਮੂੰਹ ਦੇ ਹੋਏ ਕਹੇ ਹੋਏ ਸ਼ਬਦ ਕਦੀ ਵੀ ਟਲ ਨਹੀਂ ਟਲਣਗੇ। ਇਸ ਕਰਕੇ ਅਸੀਂ ਆਪਣੀ ਜਾਂਚ ਕਰਨੀ ਆ ਕਿ ਸਾਨੂੰ ਇਹਦੀ ਲੋੜ ਆ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਜਦੋਂ ਅਸੀਂ ਪਿਓਰਿਟੀ ਦੀ ਗੱਲ ਕਰਦੇ ਪਏ, ਇਹਦਾ ਮਤਲਬ ਹੈਗਾ ਕਿ ਅਪਵਿੱਤਰਤਾ ਦੇ ਉਲਟ। ਇੱਕ ਪਾਸੇ ਕੀ ਹੈਗੀ ਭਲਾ? ਪਵਿੱਤਰਤਾਈ। ਇੱਕ ਪਾਸੇ ਹੈਗੀ ਪਵਿੱਤਰਤਾ, ਤੇ ਇੱਕ ਪਾਸੇ ਕੀ ਹੈਗੀ ਹੈ? ਅਪਵਿੱਤਰਤਾਈ। ਇੱਧਰ ਦੇਖੋ, ਇੱਕ ਪਾਸੇ ਕੀ ਹੈਗੀ ਭਲਾ? ਪਵਿੱਤਰਤਾਈ। ਇੱਕ ਪਾਸੇ ਅਪਵਿੱਤਰਤਾਈ। ਠੀਕ ਹੈ ਜੀ। ਅਸੀਂ ਚੂਜ਼ ਕਰਨਾ ਹੈ ਇੱਥੇ। ਅਸੀਂ ਚੂਜ਼ ਕਰਨਾ ਕਿ ਅਸੀਂ ਕਿਹੜੇ ਵਾਲੇ ਪਾਸੇ ਜਾਣਾ ਹੈ, ਕਿ ਅਪਵਿੱਤਰ ਦਾ ਜੀਵਨ ਜੀਣਾ ਹੈ ਜਾਂ ਅਸੀਂ ਪਵਿੱਤਰ ਦਾ ਜੀਵਨ ਜੀਣਾ। ਬਾਈਬਲ ਕਹਿੰਦੀ ਆ ਇੱਧਰ ਜਾਓਗੇ ਤਾਂ ਤੁਹਾਡੇ ਜੀਵਨ ਲਈ ਇੱਕ ਆਸ ਹੈਗੀ ਆ, ਮਰਨ ਤੋਂ ਬਾਅਦ ਚੋਂ ਅਸੀਂ ਖੁਦਾ ਦੇ ਘਰ ਦੇ ਵਿੱਚ ਰਵਾਂਗੇ। ਬਾਈਬਲ ਕਹਿੰਦੀ ਇਸ ਗੱਲ ਨੂੰ। ਹਾਲੇਲੂਇਆ। ਔਰ ਅਸੀਂ ਇਸ ਗੱਲ ਨੂੰ ਰਵਾਂਗੇ ਕਿਉਂਕਿ ਅਸੀਂ ਕੀ ਕਰਦੇ ਪਏ? ਅਸੀਂ ਉਹਦੇ ਪਿੱਛੇ ਚੱਲਦੇ ਪਏ, ਖੁਦਾ ਦੇ ਪਿੱਛੇ। ਹਾਲੇਲੂਇਆ। ਅਸੀਂ ਖੁਦਾ ਦੇ ਚੂਜ਼ ਕੀਤੇ ਹੋਏ ਲੋਕ ਆ। ਜਿਹੜੇ ਬਾਕੀ ਘੁੰਮਦੇ ਪਏ ਨਾ ਬਾਹਰ, ਉਹਨਾਂ ਦੇ ਜੀਵਨ 'ਚ ਖੁਦਾ ਦੀ ਕਾਲਿੰਗ ਕੋਈ ਨਹੀਂ ਹੈਗੀ, ਲੇਕਿਨ ਤੁਹਾਡੇ ਜੀਵਨ 'ਚ ਹੈਗੀ ਆ, ਸਾਡੇ ਜੀਵਨ 'ਚ ਹੈਗੀ, ਮੇਰੇ ਜੀਵਨ 'ਚ ਹੈਗੀ ਆ। ਅਸੀਂ ਉਹ ਲੋਕ ਆ ਜਿਹੜਾ ਆਪਣਾ ਸਮੇਂ ਕੱਢ ਕੇ ਖੁਦਾ ਦੇ ਵਚਨ ਨੂੰ ਸੁਣਦੇ ਪਏ ਆ। ਇਹਦਾ ਮਤਲਬ ਸਾਡੇ ਜੀਵਨ 'ਚ ਖੁਦਾ ਦੀ ਕਾਲਿੰਗ ਹੈਗੀ ਹੈ। ਤੁਸੀਂ ਆਪਣੇ ਦਿਲ ਨੂੰ ਤਸੱਲੀ ਦਿਆ ਕਰੋ ਕਿ ਨਹੀਂ, ਆਈ ਐਮ ਦਾ ਸਨ ਆਫ ਗੋਡ, ਆਈ ਐਮ ਦਾ ਡਾਟਰ ਆਫ ਗੋਡ, ਕਿ ਮੈਂ ਖੁਦਾ ਦਾ ਬੇਟਾ ਬੇਟੀ ਹਾਂ। ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ, ਯੋਹੰਨਾ ਦੀ 3:17 'ਚ ਲਿਖਿਆ ਕਿ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਹਨਾਂ ਨੇ ਧੀਆਂ ਪੁੱਤਰ ਹੋਣ ਦਾ ਅਧਿਕਾਰ ਪ੍ਰਾਪਤ ਕੀਤਾ ਹੈ। ਤੇ ਜੇ ਉਹ ਅਧਿਕਾਰ ਲੈ ਕੇ ਵੀ ਅਸੀਂ ਜੇ ਨਰਕ ਚਲੇ ਗਏ ਤੇ ਮੇਰੇ ਖਿਆਲ ਨਾਲ ਇਸ ਤੋਂ ਵੱਡੀ ਦੁੱਖਦਾਇਕ ਗੱਲ ਕੋਈ ਨਹੀਂ ਹੋਊਗੀ। ਫਿਰ ਹੋਰ ਪਿਓਰਿਟੀ ਜਿਹੜੀ ਹੈਗੀ ਆ, ਸਾਨੂੰ ਉਹ ਗੱਲਾਂ ਕਰਨੀਆਂ ਜਿਹੜੀਆਂ ਪ੍ਰਭੂ ਨੂੰ ਪਸੰਦ ਹੈਗੀਆਂ। ਗੰਦੀਆਂ ਫਿਲਮਾਂ ਦੇਖਣੀਆਂ ਬੰਦ ਕਰੋ, ਗੰਦੇ ਨਾਟਕ ਜਿਨ੍ਹਾਂ 'ਚ ਫਿਲਦ ਭਰਿਆ ਹੋਇਆ, ਕਿਉਂਕਿ ਡਬਲ ਮੀਨਿੰਗ ਜੋਕਸ ਕਰਦੇ ਉੱਥੇ ਉਹ। ਇਹ ਗੱਲ ਸੱਚ ਹੈ ਇਹ, ਤਾਂ ਲੋਕੀ ਨੂੰ ਕੀ ਕਰਦੇ, ਉਹਨੂੰ ਪਸੰਦ ਕਰਦੇ ਆ। ਜਿਹੜੀਆਂ ਗੰਦੀਆਂ ਭੈੜੇ ਸੀਨ ਆਉਂਦੇ ਹੈਗੇ ਫੇਸਬੁੱਕ ਦੇ ਉੱਪਰ, ਆਪਣਾ ਘਟਾਓ, ਆਪਣੇ ਆਪ ਨੂੰ ਇਹਨੂੰ ਪਾਓ ਤੁਸੀਂ। ਜੇ ਤੁਸੀਂ ਯੂਜ਼ ਕਰਨਾ ਨਾ, ਤੁਸੀਂ ਕੋਈ ਬਾਈਬਲ ਦੀ ਵਰਡਸ ਪਾਓ ਤਾਂ ਕਿ ਉਹ ਵਰਸ ਜੇ ਕਿਸੇ ਨੇ ਪੜ੍ਹੀ ਤੇ ਉਹਦੇ ਜੀਵਨ 'ਚ ਕੀ ਹੋ ਸਕਦਾ, ਉਹ ਕੰਮ ਹੋ ਸਕਦਾ ਹੈ। ਯੂ ਡੋਂਟ ਨੋ। ਖੁਦਾ ਇੱਕ ਸਿੰਪਲ, ਮੈਨੂੰ ਅੱਜ ਵੀ ਯਾਦ ਆ, ਹੁਸ਼ਿਆਰਪੁਰ ਦੀ ਗੱਲ ਹੈਗੀ, ਬਹੁਤ ਪੁਰਾਣੀ ਗੱਲ ਹੈ, ਮੈਨੂੰ ਯਾਦ ਆ ਗਈ ਗੱਲ ਉਹ। ਤੇ ਇੱਕ ਬੰਦਾ ਸੀਗਾ ਤੇ ਉਹਨਾਂ ਦੇ ਬੱਚਾ ਹੈ ਨਹੀਂ ਸੀ, ਬਹੁਤ ਬਜ਼ੁਰਗ ਸੀਗੇ ਉਹ ਦੋਨੇ ਤੀਵੀਂ ਆਦਮੀ, ਬਹੁਤ ਹੀ ਬਜ਼ੁਰਗ ਸੀਗੇ ਉਹ। ਤੇ ਜਦੋਂ ਏਦਾਂ ਬੈਠਾ ਸੀ ਆਪਣੇ ਮੰਜੇ ਬੈਠਾ ਸੀ ਬਾਹਰ ਉਹ, ਤੇ ਉਹਨਾਂ ਦੇ ਘਰ ਚਾਹ ਪੱਤੀ ਖਤਮ ਹੋ ਗਈ। ਤੁਹਾਨੂੰ ਪਤਾ ਨਾ ਇੰਡੀਆ ਦੇ ਵਿੱਚ ਲੋਕੀ ਨਾ ਘਰੋਂ ਲੈ ਆਉਂਦੇ ਚਾਹ ਪੱਤੀ, ਭੈਣ ਥੋੜੀ ਚਾਹ ਪੱਤੀ ਦੇ ਦੇ ਜਾਂ ਖੰਡ ਦੇ ਦੇ। ਸਾਡੇ ਵੀ ਹੁੰਦਾ ਸੀਗਾ ਇੰਡੀਆ ਵਿੱਚ ਵੀ, ਸਾਡੇ ਨੇਬਰਸ ਨੇ ਆ ਜਾਣਾ, ਕਦੇ ਅਸੀਂ ਚਲ ਜਾਣਾ, ਪਿਆਜ਼ ਜਿਹੜੇ ਜਦੋਂ 2000 ਸਾਡੇ ਘਰ ਪਿਆਜ਼ ਖਤਮ ਹੋ ਗਏ ਤੁਹਾਨੂੰ ਅਸੀਂ ਲਿਆ ਕੇ ਦਿੰਦੇ ਦੁਬਾਰਾ। ਇੱਥੇ ਨਹੀਂ ਇੱਦਾਂ ਹੁੰਦਾ, ਲੇਕਿਨ ਇੰਡੀਆ 'ਚ ਇੱਦਾਂ ਹੁੰਦਾ ਨੋਰਮਲੀ। ਤੇ ਉਹਦੇ ਘਰ ਚਾਹ ਪੱਤੀ ਖਤਮ ਹੋ ਗਈ ਸੀਗੀ। ਉਹਦੀ ਗਵਾਹੀ ਮੈਂ ਖੁਦ ਦੇਖੀ ਸੀਗੀ ਬੰਦੇ ਦੀ, ਔਰ ਬੜੀ ਜ਼ਬਰਦਸਤ ਗਵਾਹੀ ਹੈ ਇਹ। ਦੇਖੋ ਕਿੱਦਾਂ ਹੋਇਆ ਇਹ। ਤੇ ਉਹ ਜਦੋਂ ਚਾਹ ਪੱਤੀ ਲੈਣ ਉਹਦੀ ਵਾਈਫ ਗਈ ਕਿਸੇ ਘਰ, ਤੇ ਉਹ ਕਿਤੇ ਕੋਈ ਪੇਪਰ ਹੋਣਾ, ਕਿਤੇ ਖੁਦਾ ਦੇ ਪੰਫਲੇਟ, ਕਿਤੇ ਵਚਨ ਦਾ ਨਾ ਕਿਤੇ ਪੰਫਲੇਟ ਹੋਣਾ, ਉਹਨੇ ਪੇਪਰ 'ਚ ਪਾ ਕੇ ਨਾ ਚਾਹ ਪੱਤੀ ਇਦਾਂ ਉਹ ਕਰਕੇ ਉਹਨੂੰ ਕੁਛ ਮੁੱਛਾ ਕਰਕੇ ਤੇ ਦੇ ਦਿੱਤੀ ਉਹਨੂੰ। ਉਹ ਚਾਹ ਪੱਤੀ ਉਹਨੇ ਪਾਲੀ ਚਾਹ 'ਚ, ਤੇ ਪੇਪਰ ਦਿੱਤਾ ਸੁੱਟ ਉਹਨੇ। ਉਹ ਪੇਪਰ ਜਿਹੜਾ ਸੀਗਾ ਜਿੱਥੇ ਬੈਠਾ ਸੀ ਮੰਜੇ ਤੇ, ਉਹ ਪੇਪਰ ਉੜ ਕੇ ਉਹਦੇ ਕੋਲ ਆਇਆ। ਤੇ ਜਦੋਂ ਪੇਪਰ 'ਚ ਉਹਨੇ ਲਿਖਿਆ, ਪੇਪਰ ਦਾ ਜਿਹੜਾ ਵਚਨ ਸੀਗਾ, ਉਹ ਕਹਿੰਦਾ ਕਿ ਮੰਗ, ਕਹਿੰਦਾ ਤੈਨੂੰ ਕੀ ਚਾਹੀਦਾ ਉਹੀ ਤੁਹਾਨੂੰ ਦਊਂਗਾ ਮੈਂ। ਉਹ ਕਹਿੰਦਾ ਪ੍ਰਭੂ ਮੈਂ ਕਹਿੰਦਾ ਕੀ ਕਹਿੰਦਾ ਮੰਗਣਾ ਤੇਰੇ ਕੋਲੋਂ। ਉਹ ਇੱਦਾਂ ਪੜ੍ਹਨ ਲੱਗ ਗਿਆ ਨਾ, ਉਹ ਕਹਿੰਦਾ ਮੈਂ ਕੀ ਮੰਗਣਾ, ਕਹਿੰਦਾ ਜੋ ਮੈਂ ਮੰਗਣਾ ਸੀ ਕਹਿੰਦਾ ਤੂੰ ਦਿੱਤਾ ਨਹੀਂ ਮੈਨੂੰ, ਯਾਨੀ ਕਿਉਂਕਿ ਬੱਚੇ ਹੈ ਨਹੀਂ ਸੀ ਉਹਦੇ ਕੋਲ। ਸੇਮ ਗੱਲ ਹੋਈ ਜਿੱਦਾਂ ਅਬਰਾਹਮ ਨਾਲ ਹੋਈ ਸੀ ਨਾ ਗੱਲ, ਇਹ ਉੱਦਾਂ ਉਸ ਬੰਦੇ ਨਾਲ ਹੋਈ, ਸੇਮ ਟੂ ਸੇਮ ਗੱਲ ਹੋਈ। ਔਰ ਤੁਸੀਂ ਦੇਖੋ ਵੀ ਕੈਸੇ ਬਹੁਤ ਬੜਾ ਚਮਤਕਾਰ ਹੋਇਆ ਉਹਦੇ ਨਾਲ, ਬੰਦੇ ਨਾਲ। ਜਿੱਦਾਂ ਹੀ ਉਹਨੇ ਇੰਨੀ ਗੱਲ ਕਹੀ, ਤੇ ਪਤਾ ਕੀ ਹੋਇਆ ਉੱਥੇ ਯਿਸੂ ਮਸੀਹ ਸਾਹਮਣੇ ਆ ਗਏ ਉਹਦੇ।
ਉਹਦੇ ਸਾਹਮਣੇ ਖੜੇ ਹੋ ਗਏ ਤੇ ਉਹਨੂੰ ਕਹਿੰਦੇ ਕਿ ਦੱਸ, ਕਹਿੰਦੇ ਤੂੰ, ਕਹਿੰਦੇ ਕੀ ਤੈਨੂੰ ਕਹਿੰਦੇ ਚਾਹੀਦਾ ਦੱਸ ਤੂੰ, ਹਨਾ। ਉਹ ਕਹਿੰਦਾ ਕਿ ਤੂੰ ਕਹਿੰਦਾ ਕੌਣ ਹੈਗਾ? ਕਹਿੰਦਾ ਮੈਂ ਤੇਰਾ ਪਿਤਾ ਆ, ਮੈਂ ਤੇਰਾ ਪਿਤਾ ਪ੍ਰਭੂ ਯਿਸੂ ਮਸੀਹ। ਹਾਲੇਲੂਇਆ। ਉਹ ਸੁਣ ਕੇ ਅੱਜ ਵੀ ਮੇਰੇ ਜਿੱਦਾਂ ਨਾ ਰੌਂਗਟੇ ਖੜੇ ਹੁੰਦੇ ਕਿ ਇਦਾਂ ਇੱਕਦਮ ਤੁਹਾਡੇ ਸਾਹਮਣੇ ਖੁਦਾਵੰਦ ਖੜੇ ਹੋ ਗਿਆ ਆ ਕੇ ਨਾ। ਉਸ ਬੰਦੇ ਨੂੰ ਉਹਦੀ 70-80 ਸਾਲ ਦੀ ਉਮਰ ਉਹਨੂੰ ਬੱਚਾ ਪੈਦਾ ਹੋਇਆ, ਦੇਖੋ ਉਹਦੇ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਖੁਦਾਵੰਦ ਤੁਹਾਨੂੰ ਪਿਆਰ ਕਰਦਾ। ਹਾਲੇਲੂਇਆ, ਪ੍ਰੇਜ਼ ਦ ਲਾਰਡ, ਥੈਂਕ ਯੂ ਜੀਸਸ। ਔਰ ਉਹਨਾਂ ਦੇ ਬੱਚਾ ਪੈਦਾ ਹੋਇਆ ਤੇ ਉਹ ਲੋਕ ਅੱਜ ਕਿੰਨੇ ਖੁਸ਼ ਨਸੀਬ ਆ ਕਿ ਖੁਦਾਵੰਦ ਤੁਹਾਡੇ ਵਚਨ ਨਾਲ ਦੇਖੀ ਇੱਕ ਸਿੰਪਲ ਪੇਪਰ ਦੇ ਨਾਲ, ਮੇਰਾ ਕਹਿਣ ਮਤਲਬ ਕਿ ਇੱਕ ਸਿੰਪਲ ਪੇਪਰ ਦੇ ਨਾਲ ਉਹਦੇ ਜੀਵਨ ਦੇ ਵਿੱਚ ਕਿੱਡੀ ਵੱਡੀ ਤਬਦੀਲੀ ਹੋ ਗਈ ਉਹਦੇ ਜੀਵਨ ਦੇ ਵਿੱਚ। ਸਿੰਪਲ ਇੱਕ ਪੇਪਰ ਨਾਲ ਹੋ ਸਕਦਾ ਕਿ ਤੁਹਾਡੇ ਇੱਕ ਵਚਨ ਪਾਉਣ ਦੇ ਨਾਲ ਕੀ ਪਤਾ ਕਿਸੇ ਦੇ ਜੀਵਨ ਦੇ ਵਿੱਚ ਕੋਈ ਇਦਾਂ ਦਾ ਬਦਲਾਅ ਆ ਜਾਵੇ। ਵੀ ਡੋਂਟ ਨੋ। ਇਸ ਕਰਕੇ ਸਾਨੂੰ ਉਹ ਕੰਮ ਕਰਨੇ ਆ ਜਿਹੜੇ ਕੰਮ ਅਸੀਂ ਖੁਦਾ ਦੇ ਹਿਸਾਬ ਨਾਲ ਕੀ ਹੈਗੇ ਆ, ਸਹੀ ਹੈਗੇ ਆ। ਪਿਓਰਟੀ ਦੇ ਵਿੱਚ ਜਾਣਾ, ਅਸੀਂ ਪਿਓਰਟੀ ਦੇ ਵਿੱਚ ਅਸੀਂ ਕਰ ਸਕਦੇ ਹਾਂ। ਪਤਾ ਕਿਉਂ? ਕਿਉਂਕਿ ਖੁਦਾਵੰਦ ਆਤਮਾ ਸਾਡੇ ਨਾਲ ਆ। ਹਾਲੇਲੂਇਆ। ਤੇ ਇਦਾਂ ਦੀ ਗਵਾਹੀਆਂ ਹੋਰ ਵੀ ਬਹੁਤ ਸਾਰੀਆਂ ਗਵਾਹੀਆਂ ਹੈਗੀਆਂ ਆ। ਅਸੀਂ ਪੜਾਂਗੇ ਅਸੀਂ ਮਤੀ ਰਚਿਤ ਦੇ ਵਿੱਚ ਜਾਵਾਂਗੇ ਤਾਂ 5 ਤੇ 8 ਪੜਾਂਗੇ ਅਸੀਂ ਉਹਦਾ। ਮਤੀ ਦੀ ਅੰਜੀਲ 5 ਅਧਿਆਏ ਉਹਦੀ 8 ਬਾਬ। ਪ੍ਰੇਜ਼ ਦ ਲਾਰਡ। ਧੰਨ ਉਹ ਹਾਂ ਜਿਹੜੇ ਸ਼ੁੱਧ ਮਨ ਹਨ। ਪ੍ਰੇਜ਼ ਦ ਲਾਰਡ। ਕਹਿੰਦਾ ਧੰਨ ਹੈਗੇ ਉਹ ਮਨੁੱਖ ਜਿਹੜੇ ਸ਼ੁੱਧ ਮਨ ਦੇ ਹੈਗੇ, ਜਿਨ੍ਹਾਂ ਦਾ ਮਨ ਪਿਓਰ ਹੈਗਾ ਆ। ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ। ਦੇਖੀਏ, ਕਿਉਂਕਿ ਉਹ ਕਿਹਨੂੰ ਦੇਖਣਗੇ? ਉਹ ਪਰਮੇਸ਼ਰ ਨੂੰ ਵੇਖਣਗੇ। ਅਸੀਂ ਹੁਣੇ ਦੇਖਿਆ, ਉਹ ਦੇਖੋ ਅਸੀਂ ਗਵਾਹੀ ਦੇਖਿਆ, ਉਹਦਾ ਮਨ ਪਿਓਰ ਸੀ ਬੰਦੇ ਦਾ ਨਾ। ਤੇ ਪ੍ਰਭੂ ਨੇ ਉਹਨੇ ਦੇਖਿਆ, ਉਹਨੇ ਏਦਾਂ ਆਪਣੇ ਸਾਹਮਣੇ ਉਹਨੇ ਕਿਹਾ ਕਿ ਤੂੰ ਕੌਣ ਆ? ਕਹਿੰਦਾ ਮੈਂ ਤੇਰਾ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ, ਦੱਸ ਤੈਨੂੰ ਕੀ ਚਾਹੀਦਾ। ਇਦਾਂ ਹੀ ਕਹਿੰਦਾ ਜਿਹੜੇ ਤੁਸੀਂ ਅਗਰ ਪਿਓਰਟੀ ਰੱਖੋਗੇ ਤੁਹਾਡੇ ਨਾਲ ਵੀ ਪ੍ਰਭੂ ਮਿਲੂਗਾ, ਤੁਹਾਨੂੰ ਵੀ ਪ੍ਰਭੂ ਮਿਲ ਸਕਦਾ ਹੈ। ਪ੍ਰਭੂ ਕਿਤੇ ਦੂਰ ਨਹੀਂ ਹੈ। ਵਚਨ ਦੱਸਦਾ ਹੈ 17 ਪੇਰਤੋਂ ਕੇ काम 'ਚ ਲਿਖਿਆ, 17 ਅਧਿਆਇ 'ਚ ਲਿਖਿਆ, ਉਹਦੇ 25-26 'ਚ ਲਿਖਿਆ ਹੈ ਕਿ ਪਰਮੇਸ਼ਵਰ ਤੁਮਸੇ ਕਦਾਚਿਤ ਦੂਰ ਨਹੀਂ ਹੈ। ਕਹਿੰਦਾ ਤੁਸੀਂ ਉਹਨੂੰ ਟਟੋਲ ਕੇ ਲੱਭ ਸਕਦੇ ਹੋ, ਬਿਲਕੁਲ ਨੇੜੇ ਆ ਉਹ। ਸਿਰਫ ਅਸੀਂ ਦੂਰ ਕੀਤਾ ਹੋਇਆ ਉਹਨੂੰ ਆਪਣੇ ਕੰਮਾਂ ਦੇ ਨਾਲ। ਜਦੋਂ ਅਸੀਂ ਇੱਥੇ ਫਿਲਡ ਭਰਦੇ ਹਾਂ ਆਪਣੇ ਦਿਮਾਗ ਦੇ ਵਿੱਚ, ਫਿਲਡ ਕਹਿੰਦੇ ਨੇ, ਫਿਲਡ ਗੰਦਗੀ ਜੋ ਤੁਸੀਂ ਦੇਖਦੇ ਆ ਰਾਤਾਂ ਨੂੰ, ਸਵੇਰੇ ਤੁਸੀਂ ਦੇਖਦੇ ਆ ਸਕਰੀਨ ਉੱਪਰ ਰਹਿੰਦੇ ਅਸੀਂ। ਮੈਂ ਇੱਕ ਕੱਲ ਪੜ੍ਹਦਾ ਪਿਆ ਸੀ ਸਾਇੰਟੀਫਿਕ ਤੌਰ ਤੇ, ਪਤਾ ਨਹੀਂ ਇੱਕ ਕੈਨੋਲੇਸ਼ਨ ਪਤਾ ਨਹੀਂ ਕੀ, ਮੈਂ ਭੁੱਲ ਗਿਆ, ਨਾਂ ਭੁੱਲ ਗਿਆ ਉਹਦਾ, ਕੈਨੋਟਾਈਨ ਪਤਾ ਨਹੀਂ ਕੀ ਇੱਕ ਕੈਮੀਕਲ ਹੁੰਦਾ ਇੱਕ, ਉਹ ਜੋ ਸਾਡੇ ਕੈਮੀਕਲ ਜਾਂਦਾ ਤੇ ਸਾਡਾ ਇੱਕ ਸਰਕਲ ਹੁੰਦਾ ਆ 24 ਘੰਟੇ ਸਾਡੀ ਬਾਡੀ ਆਪਣੇ ਆਪ ਹੀ ਸਰਕੂਲੇਟ ਕਰਦੀ ਜੋ ਹੈ ਨਾ। ਜਦੋਂ ਅਸੀਂ ਬਹੁਤ ਜ਼ਿਆਦਾ ਅਸੀਂ ਰਹਿਣਾ ਸਕਰੀਨ ਤੇ ਰਹਿੰਦੇ ਅਸੀਂ ਬਹੁਤ ਜ਼ਿਆਦਾ, ਉਹਦੀ ਕਹਿੰਦੇ ਬਲੂ ਸਕਰੀਨ ਜਿਹੜੀ ਲਾਈਟ ਪੈਂਦੀ ਹੈ, ਕਹਿੰਦੇ ਉਹਦੇ ਨਾਲ ਤੁਹਾਡੀਆਂ ਅੱਖਾਂ 'ਚ ਜਾ ਕੇ ਤੁਹਾਡੀ ਪੂਰੀ ਬਾਡੀ ਨੂੰ ਡਿਸਟਰਬ ਕਰਦੀ ਚੀਜ਼ ਉਹ, ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਫਿਰ ਇਹ ਐਸਾ ਡੇਂਜਰਸ ਕੰਮ ਹੈਗਾ ਫੋਨਾਂ ਦੇ ਉੱਪਰ, ਆਈਪੈਡ ਦੇ ਉੱਪਰ, ਇੰਨਾ ਖਤਰਨਾਕ ਕੰਮ ਹੈ ਕਿ ਤੁਹਾਡੀ ਨੀਂਦ ਨੂੰ ਖਰਾਬ ਕਰਦਾ। ਔਰ ਪ੍ਰਭੂ ਤੁਹਾਨੂੰ ਅੱਛੀ ਨੀਂਦ ਦੇਣਾ ਚਾਹੁੰਦਾ ਹੈ। ਉਹ ਚਾਹੁੰਦਾ ਕਿ ਤੁਸੀਂ 8 ਘੰਟੇ ਦੀ ਨੀਂਦ ਲਵੋ ਪ੍ਰੋਪਰ। ਖੁਦਾ ਦਾ ਬਣਾਇਆ ਹੋਇਆ ਸਰਕਲ ਹੈ ਇਹ। ਅਸੀਂ ਉਸ ਕੀ ਕਰਦੇ, ਅਸੀਂ ਉਹਨੂੰ ਖਰਾਬ ਕਰਦੇ ਹਾਂ ਆਪ ਹੀ। ਤੇ ਫਿਰ ਕਹਿੰਦੇ ਕਿ ਹਾਂਜੀ ਮੇਰਾ ਤਾਂ ਜੀ ਸਵੇਰੇ ਉੱਠ ਕੇ ਸਿਰ ਦੁਖਦਾ ਪਿਆ, ਮੈਨੂੰ ਤਾਂ ਚੱਕਰ ਆਉਂਦੇ ਪਏ ਆ। ਚੱਕਰ ਦਾ ਆਪੇ ਰਾਤ ਨੂੰ ਜੋ ਦੇਖ ਕੇ ਤੁਸੀਂ ਫਿਲਮਾਂ ਗੰਦੀਆਂ ਦੇਖਣੀਆਂ ਜਾਂ ਨਾਟਕ ਦੇਖਣੇ ਗੰਦੇ ਗੰਦੇ, ਤੇ ਆਪੇ ਫਿਰ ਰਾਤ ਨੂੰ ਫਿਰ ਤੁਹਾਨੂੰ ਫਿਰ ਸਵੇਰੇ ਤੁਹਾਨੂੰ ਚੱਕਰ ਹੀ ਆਣੇ, ਕਿਉਂਕਿ ਫਿਲਡ ਭਰ ਜਾਂਦਾ ਦਿਮਾਗ ਦੇ ਵਿੱਚ। ਅਗਲੀ ਗੱਲ ਪੜਾਂਗੇ ਅਸੀਂ 5ਵੀਂ ਗੱਲ ਜੀ। ਉਸ ਤੋਂ 3 ਗੱਲਾਂ ਹੋਰ ਪੜਾਂਗੇ ਅਸੀਂ, ਜਿਹੜੀਆਂ ਗੱਲਾਂ ਕਿਹੜੀਆਂ ਹੈਗੀਆਂ? ਸੁਹਾਵਣੀਆਂ ਗੱਲਾਂ ਹੈਗੀਆਂ ਕਹਿੰਦੇ। ਫਿਰ ਉਹ ਪਹਿਲੀ ਗੱਲ ਅਸੀਂ ਪੜ੍ਹੀ ਸੱਚਾਈ, ਦੂਜੀ ਕਿਹੜੀ ਸੀਗੀ? ਆਦਤ ਦੇ ਯੋਗ, ਤੀਜੀ ਕਿਹੜੀ ਸੀਗੀ? ਯਥਾਰਥ, ਯਾਨੀ ਕਿ ਜਿਹੜੀ ਸਹੀ ਹੈਗੀਆਂ। ਚੌਥੀ ਗੱਲ ਕਿਹੜੀ ਪੜ੍ਹੀ ਸੀ? ਪਿਓਰਟੀ, ਸ਼ੁੱਧ। ਹੁਣ ਅਸੀਂ ਪੜਾਂਗੇ ਜਿਹੜੀਆਂ ਗੱਲਾਂ ਕੀ ਹੈਗੀਆਂ? ਸੁਹਾਵਣੀਆਂ ਹੈਗੀਆਂ। ਸੁਹਾਵਣੀਆਂ ਜਿਹੜੀਆਂ ਗੱਲਾਂ ਹੈਗੀਆਂ, ਇਹ ਉਹ ਗੱਲਾਂ ਹੈਗੀਆਂ ਜਦੋਂ ਅਸੀਂ ਆਪਣੇ ਆਪ ਨੂੰ, ਜਦੋਂ ਅਸੀਂ ਲੋਕਾਂ ਦੇ ਨੂੰ ਔਰ ਅਸੀਂ ਖੁਦਾ ਨੂੰ ਅਸੀਂ ਕਿਤੇ ਨਹੀਂ, ਅਸੀਂ ਭਲਾ ਉਹਨੂੰ, ਅਸੀਂ ਉਹਨੂੰ ਪ੍ਰੇਜ਼ ਕਰਨੀ, ਅਸੀਂ ਉਹਨੂੰ ਅਸੀਂ ਇਹ ਕਹਿਣਾ ਕਿ ਖੁਦਾਵੰਦ ਤੂੰ ਸੱਚੀ ਮੁੱਚੀ ਤੂੰ ਬਹੁਤ ਮਹਾਨ ਪਰਮੇਸ਼ਵਰ ਆ। ਸੁਹਾਵਣੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਪੜਾਂਗੇ। ਇੱਕ ਔਰਤ ਬਾਰੇ ਪੜਾਂਗੇ ਅਸੀਂ। ਤੁਸੀਂ ਮੇਰੇ ਨਾਲ ਖੋਲੋ, ਨੀਤੀ ਵਚਨ ਖੋਲੋ ਤੁਸੀਂ ਮੇਰੇ ਨਾਲ, 31 ਦੀ 10 ਤੋਂ ਪੜੋ ਤੁਸੀਂ। भली पत्नी कौन पा सकता है, क्योंकि उसका मूल्य मूंगे से भी बहुत अधिक है। प्रेज द लॉर्ड। ਕਹਿੰਦਾ ਭਲੀ ਪਤਨੀ ਕੌਣ ਪਾ ਸਕਦਾ? ਕਹਿੰਦਾ ਉਸਕਾ ਮੂल्य मूंगे से भी, ਯਾਨੀ ਕਿ ਮੂੰਗਾ ਜਿਹੜਾ ਹੈਗਾ ਉਹ ਤੋਂ ਵੀ ਕਿਤੇ ਹੀ ਉਹ ਉੱਤਮ ਮੂल्यवान ਆ। ਇੱਕ ਭਲੀ ਜਿਹੜੀ ਇਸਤਰੀ ਹੈਗੀ ਹੈ। ਹਾਂਜੀ ਪੜ੍ਹੇ ਜਾਣ। उसके पति के मन में उसके प्रति विश्वास है, ਦੇਖੀਏ ਉਹਦਾ ਜਿਹੜਾ ਪਤੀ ਉਹਦੇ ਉੱਪਰ ਵਿਸ਼ਵਾਸ ਕਰਦਾ ਆ, और उसे लाभ की घटी नहीं होती। ਉਹਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਜਿਹੜੀ ਔਰਤ ਖੁਦਾ ਦੀ, ਜਿਹੜੀ ਔਰਤ ਹੁੰਦੀ ਹੈ, ਜਿਹੜੀ ਔਰਤ ਖੁਦਾ ਤੇ ਵਿਸ਼ਵਾਸ ਕਰਦੀ ਆ, ਉਹਨੂੰ ਉਹਦਾ ਆਦਮੀ ਵੀ ਕੀ ਕਰਦਾ? ਉਹਨੂੰ ਰਿਸਪੈਕਟ ਦਿੰਦਾ ਹੈ। ਪ੍ਰੇਜ਼ ਦ ਲਾਰਡ। ਅੱਗੇ वे अपने जीवन के सारे दिनों में उससे बुरा नहीं वरन भला ही व्यवहार करती है। देखिए ਉਹ ਆਪਣੇ ਆਦਮੀ ਦੇ ਨਾਲ ਕਿੱਦਾਂ ਕਰਦੀ ਵਿਵਹਾਰ? ਉਹ ਅਕੋਰਡਿੰਗ ਟੂ ਬਾਈਬਲ, ਚਾਹੇ ਉਹਦਾ ਆਦਮੀ ਕਿੰਨਾ ਵੀ ਭੈੜਾ ਕਿਉਂ ਨਾ ਹੋਵੇ, ਉਹ ਔਰਤ ਆਪਣੇ ਆਦਮੀ ਨਾਲ ਉਹੀ ਕਰਦੀ ਜੋ ਬਾਈਬਲ ਕਹਿੰਦਾ ਹੈ। ਹਾਂਜੀ।
वे ऊन और सन ढूंढ ढूंढ कर अपने हाथों से प्रसन्नता के साथ काम करती है। ਉਹ ਆਪਣੇ ਘਰ ਦੇ ਸਾਰੇ ਕੰਮ ਕਰਦੀ ਆ, ਦੌੜ ਦੌੜ ਕੇ ਕਰਦੀ, ਦੌੜ ਦੌੜ ਕੇ ਸਾਰੇ ਕੰਮ ਕਰਦੀ ਆ ਆਪਣੇ ਘਰ ਦੇ। ਉਹ ਕਿਸੇ ਨੂੰ ਕੰਪਲੇਂਟ ਨਹੀਂ ਕਰਦੀ ਕਿ ਮੈਂ ਇਕੱਲੀ ਲੱਗੀ ਹੋਈ ਆ, ਯਾਦਾ ਕੀਤਾ ਦੋਦਾ ਕੀਤਾ, ਲੇਕਿਨ ਉਹ ਕੀ ਕਰਦੀ ਆ, ਉਹ ਦੌੜ ਦੌੜ ਕੇ ਸਾਰੇ ਕੰਮ ਕਰਦੀ ਆ ਆਪਣੇ ਘਰ ਦੇ। वे व्यापार के जहाजों की नाई अपने भोजन वस्तुएं दूर से मंगवाती है। ਹਾਂਜੀ, ਉਹ ਔਰਤ ਜਿਹੜੀ ਹੈਗੀ ਉਹ ਕੰਮਕਾਰ ਦੇ ਵਿੱਚ ਵੀ ਮਦਦ ਕਰਦੀ ਆ ਆਪਣੇ ਹਸਬੰਡ ਦੀ। वे रात ही को उठ बैठती है और अपने घराने को भोजन खिलाती है। ਦੇਖੀਏ ਉਹ ਆਪਣੇ ਫੈਮਿਲੀ ਨੂੰ ਕੀ ਕਰਦੀ ਪਈ, ਉਹ ਔਰ ਉਹਨਾਂ ਨੂੰ ਖਾਣਾ ਬਣਾ ਕੇ ਦਿੰਦੀ ਆ, ਉਹਨਾਂ ਨੂੰ ਖਾਣਾ ਪਕਾ ਕੇ ਦਿੰਦੀ ਆ, ਉਹਨਾਂ ਦੀ ਉਹ ਰਿਸਪੈਕਟ ਕਰਦੀ ਹੈ। ਹਾਲੇਲੂਇਆ। ਅੱਗੇ और वे अपने लौंडियों को अलग अलग काम देती है। ਹਾਂ, ਆਪਣੇ ਕੁੜੀਆਂ ਨੂੰ ਕੀ ਕਰਦੀ ਹੈ, ਉਹ ਅਲੱਗ ਅਲੱਗ ਕੰਮ ਦਿੰਦੀ ਹੈ, ਆਪਣੇ ਬੱਚਿਆਂ ਨੂੰ ਸਿਖਾਉਂਦੀ ਹੈ। ਐਕਚੁਅਲੀ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੀ ਕਿ ਇਦਾਂ ਦਾ ਕੰਮ ਕਰਨਾ ਤੁਸੀਂ, ਠੀਕ ਆ। ਅੱਗੇ वह किसी खेत के विषय में सोच विचार करती है और उसे मोल ले लेती है हाँ। और अपने परिश्रम के फल से दाख की बारी लगाती है। ਪ੍ਰੇਜ਼ ਦ ਲਾਰਡ। ਹੈ ਨਾ, ਉਹ ਇਹ ਦੇਖਦੀ ਕਿ ਮੈਂ ਆਪਣੇ ਘਰ ਦੇ ਵਿੱਚ ਪੈਸਾ ਕਿੱਦਾਂ ਲੈ ਕੇ ਆਣਾ ਹੈ, ਬੁਰੇ ਤਰੀਕੇ ਨਾਲ ਨਹੀਂ, ਅੱਛੇ ਤਰੀਕੇ ਦੇ ਨਾਲ। ਉਹ ਸੋਚਦੀ ਆ, ਪਲਾਨ ਬਣਾਉਂਦੀ ਆ, ਆਪਣੇ ਹਸਬੰਡ ਦੀ ਮਦਦ ਕਰਦੀ ਆ ਜਾਂ ਜੌਬ ਕਰਦੀ ਆ ਉਹ। ਅੱਗੇ वह परख लेती है कि मेरा व्यापार लाभदायक है, ਪ੍ਰੇਜ਼ ਦ ਲਾਰਡ। रात को उसका दिया नहीं बुझता। ਕਹਿੰਦਾ ਰਾਤ ਕੋ ਉਸਕਾ ਦਿਆ ਨਹੀਂ ਬੁਝਦਾ। ਉਹਦੇ ਘਰ 'ਚ ਕਿਸੇ ਕੱਲ ਦੀ ਵੀ ਕਮੀ ਨਹੀਂ ਹੁੰਦੀ ਕਦੀ ਵੀ, ਜਿਹੜੀ ਔਰਤ ਖੁਦਾ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਜਿੰਦੀ ਹੈ। ਅੱਗੇ वे अटेरन में हाथ लगाती है और चरखा पकड़ती है। ਹਾਂ, ਯਾਨੀ ਕਿ ਫੇਰ ਕੰਮ ਕਰਦੀ ਹੈ ਉਹ। ਅੱਗੇ वे दीन के लिए मुट्ठी खोलती है और देखिए- दरिद्र के ਹਾਂਜੀ, संभालने को हाथ बढ़ाती है। ਦੇਖੀਏ ਉਹ ਗਰੀਬਾਂ ਦੀ ਮਦਦ ਵੀ ਕਰਦੀ ਹੈ। ਜਿਹੜਾ ਬੰਦਾ ਗਰੀਬ ਆ ਉਹਦੀ ਮਦਦ ਵੀ ਕਰਦੀ ਹੈ, ਉਹ ਲੋਕਾਂ ਨੂੰ ਉਹ ਹੈਲਪ ਵੀ ਕਰਦੀ ਹੈ। ਸ਼ੀ ਇਜ਼ ਹੈਲਪਿੰਗ ਐਜ਼ ਵੈਲ। ਇਹ ਉਹ ਔਰਤ ਹੈ ਜਿਹੜੀ ਖੁਦਾ ਦਾ ਕੀ ਕਰਦੀ ਆ, ਡਰ ਰੱਖਦੀ ਹੈ। ਹਾਲੇਲੂਇਆ। जब उसका पति सभा में देश के पुर्णियों के संग बैठता है तब उसका सम्मान होता है। ਪ੍ਰੇਜ਼ ਲਾਰਡ। ਜਦੋਂ ਉਹਦਾ ਆਦਮੀ ਕਿਤੇ ਬੈਠਦਾ ਕਿਸੇ ਗੱਲ ਦੇ ਵਿੱਚ, ਉਹ ਔਰਤ ਉਹਨਾਂ ਨਾਲ ਫਾਲਤੂ ਗੱਲ ਨਹੀਂ ਕਰਦੀ। ਉਹਦਾ ਆਦਮੀ ਨੂੰ ਕੀ ਮਿਲਦਾ ਉੱਥੇ? ਸਨਮਾਨ ਮਿਲਦਾ। ਕਿ ਉਹ ਲੋਕੀ ਕਹਿੰਦੇ ਯਾਰ ਤੇਰੀ ਵਾਈਫ, ਬਈ ਤੇਰੀ ਵਾਈਫ ਤਾਂ ਬਹੁਤ ਹੰਬਲ ਹੈਗੀ ਹੈ, ਹਨਾ। ਉਹ ਸਨਮਾਨ ਮਿਲਦਾ ਉਹਦੇ ਆਦਮੀ ਨੂੰ, ਲੋਕਾਂ ਦੇ ਵਿੱਚ ਸਨਮਾਨ ਦਾ ਕਾਰਨ ਮਿਲਦਾ ਔਰਤ ਦੀ ਵਜ੍ਹਾ ਨਾਲ। ਕਈ ਔਰਤਾਂ ਕਰਦੀਆਂ ਆਪਣੇ ਹਸਬੰਡ ਦਾ ਇਨਸਲਟ ਕਰਦੀਆਂ। ਕਈ ਔਰਤਾਂ ਮੈਂ ਖੁਦ ਦੇਖੀਆਂ, ਆਪਣੇ ਆਦਮੀ ਦੀ ਗੱਲ ਨੂੰ ਕੀ ਕਰਦੀਆਂ, ਵਿੱਚੇ ਕੱਢ ਦੂੰਗੀਆਂ। ਉਹ ਨਹੀਂ, ਪਹਿਲੇ ਮੇਰੀ ਗੱਲ ਸੁਣੋ ਤੁਸੀਂ। ਲੇਕਿਨ ਇਹ ਔਰਤ ਉਹ ਨਹੀਂ। ਇਹ ਔਰਤ ਕੀ ਕਰਦੀ, ਆਪਣੇ ਆਦਮੀ ਦੀ ਗੱਲ ਨੂੰ ਅੱਗੇ ਆਉਂਦੀ ਕਿ ਨਹੀਂ, ਮੇਰਾ ਆਦਮੀ ਜੋ ਕਹਿੰਦਾ ਉਹੀ ਸਹੀ ਆ, ਵੀ ਮੈਂ ਆਪਣੀ ਜ਼ੁਬਾਨ ਨੂੰ ਕੀ ਕਰਨਾ ਹੈ, ਕੰਟਰੋਲ 'ਚ ਰੱਖਣਾ, ਆਪਣੇ ਇਮੋਸ਼ਨ ਨੂੰ ਕੰਟਰੋਲ 'ਚ ਰੱਖਦੀ ਆ। ਇਹ ਜਨਾਨੀ ਸੋਚ ਕੇ ਬੋਲਦੀ ਹੈ, ਇਹ ਆਦਮੀ ਦਾ ਸਨਮਾਨ ਕਰਾਉਂਦੀ ਹੈ। ਇਹ ਮੈਂ ਤੁਹਾਨੂੰ ਸਟੋਰੀ ਸੁਣਾਈ ਹੈ ਕਿਉਂਕਿ ਇਹ ਜਿਹੜੀਆਂ ਗੱਲਾਂ ਹੈਗੀਆਂ, ਇਹ ਅਸੀਂ ਕੀ ਕਰਨਾ, ਅਸੀਂ ਇੱਕ ਦੂਜੇ ਨੂੰ ਅਸੀਂ ਪ੍ਰੇਜ਼ ਕਰਨੀ ਹੈ ਇੱਕ ਦੂਜੇ ਦੀ। ਕਾਹਦੇ ਲਈ? ਕਿ ਹਾਂ, ਕਿ ਖੁਦਾ ਨੇ ਤੈਨੂੰ ਅਕਲ ਦਿੱਤੀ, ਬੁੱਧੀ ਦਿੱਤੀ ਹੈ, ਦੈਟਸ ਵੈਰੀ ਗੁੱਡ, ਕਿ ਤੈਨੂੰ ਖੁਦਾ ਇਸਤੇਮਾਲ ਕਰਦਾ ਪਿਆ। ਸੱਚੀ ਸੇਵਕਾਈ ਪਤਾ ਕਿੱਥੋਂ ਸਟਾਰਟ ਹੁੰਦੀ ਹੈ? ਆਪਣੇ ਘਰ ਦੇ ਵਿੱਚੋਂ। ਆਹ ਸੇਵਕਾਈ ਅਸੀਂ ਕਰਦੇ ਪਏ, ਇਹ ਤਾਂ ਗੱਲ ਹੈਗੀ ਹੈ, ਲੇਕਿਨ ਸੱਚੀ ਸੇਵਕਾਈ ਸਾਡੇ ਪਰਿਵਾਰ 'ਚ ਸ਼ੁਰੂ ਹੁੰਦੀ ਪਹਿਲੇ। ਖੁਦਾ ਮੈਂ ਉਹਨੂੰ ਕਿਸੇ ਗੱਲ ਕਿ ਜਿਹੜੀ ਸੱਚੀ ਆਰਾਧਨਾ ਹੈਗੀ ਉਹ ਤੁਹਾਡਾ ਪਰਿਵਾਰ ਜਾਣਦਾ ਐਕਚੁਅਲੀ, ਕਿ ਤੁਸੀਂ ਘਰ 'ਚ ਕਿੱਦਾਂ ਦਾ ਵਿਵਹਾਰ ਕਰਦੇ ਪਏ ਇੱਕ ਦੂਜੇ ਨਾਲ। ਤੁਹਾਡੇ ਬੱਚੇ ਤੁਹਾਨੂੰ ਵਾਚ ਕਰਦੇ ਆ ਕਿ ਮਾਂ ਪਿਓ ਨਾਲ ਲੜਦੀ ਪਈ ਹੈ ਜਾਂ ਪਿਓ ਮਾਂ ਨਾਲ ਲੜਦਾ ਪਿਆ, ਕਿੰਨੀ ਕੁ ਉਹ ਆਪਣੇ ਆਦਮੀ ਦੀ ਇੱਜ਼ਤ ਕਰਦੀ। ਅਸੀਂ ਇੱਥੇ ਦੇਖਿਆ, ਉਹ ਕਹਿੰਦਾ ਉਹ ਆਪਣੇ ਆਦਮੀ ਦੀ ਇੱਜ਼ਤ ਕਰਦੀ ਆ, ਉਹ ਭੱਜ ਕੇ ਕੰਮ ਸਿਰ ਕਰਦੀ, ਉਹ ਕਦੀ ਕੰਪਲੇਂਟ ਨਹੀਂ ਕਰਦੀ। ਕੀ ਕਰਦੀ? ਹੰਬਲ ਹੈਗੀ, ਉਹਦਾ ਦਿਲ ਐਨ ਹੰਬਲ ਹੈ ਕਿ ਨਹੀਂ ਮੈਂ ਕਿਉਂ ਕਰਦੀ ਆ। ਅੱਗੇ ਪੜਾਂਗੇ ਅਸੀਂ ਇਹਨੂੰ। वे बुद्धि की बात बोलती है ਉਹ ਬੁੱਧੀ ਕੀ ਬਾਤ ਬੋਲਤੀ ਹੈ, और ਉਹ ਬੇਵਕੂਫੀ ਵਾਲੀ ਗੱਲਾਂ ਨਹੀਂ ਕਰਦੀ। ਉਹ ਬੁੱਧੀ ਦੀ ਗੱਲ ਕਰੂਗੀ ਹਮੇਸ਼ਾ। ਅੱਗੇ और उसके वचन ਹਾਂ, कृपा की शिक्षा के अनुसार होते हैं। ਕਹਿੰਦੇ ਉਸਕੇ ਵਚਨ ਕਿਰਪਾ ਕੀ ਸਿੱਖਿਆ, ਮਤਲਬ ਕਿ ਬਾਈਬਲ ਦੇ ਅਨੁਸਾਰ। ਉਹਦੇ ਵਚਨ ਕਦ ਨਾ ਹੋਗੇ, ਉਹ ਬਾਈਬਲ ਨਾਲ ਮੈਚ ਕਰੋਗੇ ਉਹਦੇ ਵਚਨ, ਕਿਉਂਕਿ ਉਹ ਬਾਈਬਲ ਪੜ੍ਹਦੀ ਹੈ। ਉਹ ਖੁਦਾ ਦੇ ਵਚਨ ਨੂੰ ਪੜ੍ਹਦੀ ਹੈ, ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰਦੀ ਹੈ। ਅੱਗੇ ਪੜ੍ਹ ਫਟਾਫਟ। वे अपने घराने के चाल चलन को ध्यान से देखती है ਦੇਖੀਏ, और अपनी रोटी बिना परिश्रम नहीं खाती। ਪ੍ਰੇਜ਼ ਦ ਲਾਰਡ। ਕਹਿੰਦੇ ਆਪਣੀ ਰੋਟੀ ਬਿਨਾਂ ਪਰਿਸ਼ਰਮ, ਯਾਨੀ ਕਿ ਉਹ ਰੋਟੀ ਦਾ ਇੱਥੇ ਕਹਿੰਦਾ ਪਤਾ ਭਾਵ ਕੀ ਹੈਗਾ, ਰੋਟੀ ਦੂਜੀ ਦੀ ਗੱਲ ਨਹੀਂ ਕਰ ਰਿਹਾ ਇੱਥੇ। ਉਹ ਕਹਿੰਦਾ ਉਹ ਸਾਨੂੰ ਵਾਚ ਕਰਦੀ ਹੈ ਵੀ ਕੌਣ ਕਿੱਦਾਂ ਦੀ ਚਾਲ ਚੱਲਦਾ ਪਿਆ, ਲੇਕਿਨ ਆਪਣੀ ਚਾਲ ਉਹ ਕਦੀ ਵੀ ਖਰਾਬ ਨਹੀਂ ਕਰਦੀ। ਉਹ ਜੇ ਉਹਨੂੰ ਕੋਈ ਗਾਲ ਕੱਢਦਾ ਉਹਦੇ ਬਦਲੇ ਉਹ ਗਾਲ ਨਹੀਂ ਕੱਢਦੀ। ਜੇ ਉਹਨੂੰ ਕੋਈ ਤੁੱਛ ਜਾਣਦਾ ਹੈ ਉਹਨੂੰ ਉਹ ਆਸ਼ੀਸ਼ ਦਿੰਦੀ ਕਿ ਕੋਈ ਨਹੀਂ, ਮੈਂ ਤੈਨੂੰ ਮਾਫ ਕੀਤਾ। ਅਸੀਂ ਪਿਛਲੇ ਪੜ੍ਹੇ ਸੀ ਨਾ, ਅਸੀਂ ਜਿਹੜਾ ਕੋਈ ਦੂਜੇ ਦੇ ਅਪਰਾਧ ਨੂੰ क्षमा ਕਰੂਗਾ ਤੇ ਪ੍ਰਭੂ ਕਹਿੰਦਾ ਮੈਂ ਤੁਹਾਡੇ ਅਪਰਾਧ ਨੂੰ ਕੀ ਕਰੂੰਗਾ, क्षमा ਕਰੂੰਗਾ। ਉਹ ਲੋਕਾਂ ਨੂੰ क्षमा ਕਰਦੀ ਹੈ ਉਹ। ਅੱਗੇ ਪੜੋ। उसके पुत्र उठ उठ कर उसको धन्य कहते हैं। ਦੇਖੀਏ ਉਹਦੇ ਪੁੱਤਰ ਫਿਰ ਕੀ ਕਹਿੰਦੇ ਨੇ, ਫਿਰ ਧन्य ਕਹਿੰਦੇ। ਇਹੀ ਧन्य ਕਹਿਣਾ ਸੀ, ਇਹਨੂੰ ਕਹਿੰਦੇ ਕਿ ਸਰਾਹਣਾ। ਜਿਹੜੀ ਅਸੀਂ ਗੱਲ ਪੜ੍ਹਦੇ ਪਏ ਨਾ, ਅਸੀਂ ਹੁਣ ਜਿਹੜੇ ਪੰਜਵੀਂ ਗੱਲ ਪੜ੍ਹਦੇ ਪਏ ਸੀ, ਉਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਕੀ ਕਰਨਾ ਸੀ, ਅਸੀਂ ਅਪਲਿਫਟ ਕਰਨਾ ਇੱਕ ਦੂਜੇ ਨੂੰ। ਅਸੀਂ ਇਹਨਾਂ ਗੱਲਾਂ ਨੂੰ ਸਿੱਖਣਾ ਕਿ ਅਸੀਂ ਅਪਲਿਫਟ ਕਰਨਾ, ਕਿ ਨਹੀਂ
ਜੇ ਤੇਰੀ ਮਾਂ ਘਰ ਛੇ ਤੇਰੀ ਮਾਂ ਨੇ ਕੁਝ ਕੀਤਾ, ਮੰਮੀ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਡੇ ਲਈ ਇੰਨਾ ਕੁਝ ਕਰਦੇ ਆ ਸ਼ਬਦਾਂ ਦੇ ਨਾਲ, ਆਪਣੇ ਦਿਲ ਤੋਂ, ਹੈ ਨਾ। ਜੇ ਤੁਹਾਡੇ ਚਰਚ ਵਿੱਚ ਜੇ ਤੁਹਾਡੇ ਕੋਈ ਹੈਲਪ ਤੁਹਾਨੂੰ ਕੋਈ ਕਰਦਾ ਪਿਆ, ਤੁਸੀਂ ਚਰਚ ਵਿੱਚ ਤੁਸੀਂ ਹੈਲਪ ਕਰ ਸਕਦੇ ਆ। ਉਹ ਕੀ ਹੈਗਾ, ਤੁਹਾਨੂੰ ਫਿਰ ਖੁਦਾ ਤੁਹਾਨੂੰ ਫਿਰ ਅਪਲਿਫਟ ਕਰੂਗਾ। ਸਾਨੂੰ ਯਾਦ ਹੈ, ਮੈਨੂੰ ਅੱਜ ਵੀ, ਕਿ ਸਾਡੇ ਅੰਕਲ ਹੁੰਦੇ ਸੀ ਇੱਕ ਨਾ ਉੱਥੇ ਚਰਚ ਹੁੰਦੇ ਸੀ ਅੰਕਲ, ਤੇ ਉਹਨਾਂ ਦੀ ਜੌਬ ਛੋਟੀ ਸੀਗੀ। ਉਹਨਾਂ ਨੇ ਜਾ ਕੇ ਨਾ ਫਲਸ਼ ਸਾਫ਼ ਕਰਨੀ, ਲੋਕਾਂ ਦੀ ਗੰਦਗੀ ਸਾਫ਼ ਕਰਦੇ ਚਰਚ ਵਿੱਚ ਆ ਕੇ। ਉਹਨਾਂ ਨੇ ਚੁੱਪਚਾਪ ਆ ਕੇ ਝਾੜੂ ਲੈ ਕੇ ਨਾ, ਲੈ ਕੇ ਦੂਜਾ ਬਰਸ਼ ਜਾਂ ਜਿਹਨੇ ਵੀ ਜਾਣਾ ਬਾਥਰੂਮ ਨੇ ਜਾਂਦੇ ਦੁਆਰਾ ਫੇਰ ਉੱਥੇ ਉਹ ਫੇਰ ਦੇਣਾ ਤਾਂ ਕਿ ਉੱਥੇ ਸਮੈਲ ਨਾ ਆਵੇ। ਉਹਨਾਂ ਲੋਕਾਂ ਦੀ ਗੰਦਗੀ ਨੂੰ ਸਾਫ਼ ਕੀਤਾ ਤੇ ਉਸ ਬੰਦੇ ਨੂੰ ਖੁਦਾ ਨੇ ASI ਬਣਾਤਾ ਸੀ ਇੱਕ ਵਾਰੀ। ਸਾਡੇ ਸਾਹਮਣੇ ਦੀ ਗੱਲ ਹੈ ਇਹ, ਤਾਂ ਸ਼ਾਇਦ ਇਹਨੂੰ ਵੀ ਯਾਦ ਹੋਣਾ ਨਾ। ਹਾਂ, ਕੀ ਸੀਗਾ, ਇੱਕ ਨਾਰਮਲ ਜਿਹਾ ਬੰਦਾ ਸੀਗਾ ਉਹਨੂੰ, ਲੇਕਿਨ ਉਹਨੇ ਇੱਕ ਇਹੋ ਜਿਹੀ ਜੌਬ ਦਿੱਤੀ, ਇੱਥੇ ਸੀ ਬੰਦਾ ਉਹਨੇ ਇੱਥੇ ਆ ਗਿਆ। ਉਹ ਕੌਣ ਕਰਦਾ ਫਿਰ ਇਹ, ਤੁਹਾਨੂੰ ਫਿਰ ਪਰਮੇਸ਼ਵਰ ਦਿੰਦਾ। ਇਸ ਔਰਤ ਨੂੰ ਵੀ ਖੁਦਾ ਨੇ ਇਦਾਂ ਅਪਲਿਫਟ ਕੀਤਾ। ਅੱਗੇ ਪੜ੍ਹ ਲਾਸਟ ਵਾਰ। ਹਾਂਜੀ। उनका पति भी उठकर उनकी ऐसी प्रशंसा करता है। हाँ, बहुत सी स्त्रियों ने अच्छे अच्छे काम तो किए हैं, हाँ। परंतु तू उन सबों में श्रेष्ठ है। प्रेज द लॉर्ड। अगेन, शोभा तो झूठी और सुंदरता व्यर्थ है, हाँ। परंतु जो स्त्री यहोवा का भय मानती है उसकी प्रशंसा की जाएगी। बस कहना हालेलुया। ਅੱਗੇ ਦੁਬਾਰਾ ਪੜ੍ਹ ਸਕਦੇ ਹਾਂ। ਸ਼ੋਭਾ शोभा तो झूठी है। ਕਹਿੰਦਾ ਸ਼ੋਭਾ ਤਾਂ ਝੂਠੀ ਹੈ। ਜਿਹੜਾ ਅਸੀਂ ਮੇਕਅਪ ਕਰਦੇ ਨਾ, ਮੇਕਅਪ ਬਾਈਬਲ ਦੱਸਦੀ, ਕਹਿੰਦੇ ਮੇਕਅਪ ਤੁਹਾਡਾ ਝੂਠਾ ਮੇਕਅਪ ਹੈ। ਇਹ असली मेकअप की हैगा, असली ਜਿਹੜੀ औरत कौन हैगी, अगली लाइन पढ़िए। परंतु जो स्त्री यहोवा का भय मानती है, हाँ। उसकी प्रशंसा की ना जाएगी। ना ना, शोभा और सुंदरता सुंदरता व्यर्थ है। ਕਹਿੰਦਾ ਇੱਕ ਦਿਨ ਇਹਨੇ ਢਲ ਜਾਣਾ, ਲੇਕਿਨ ਅਸਲੀ ਗੱਲ ਕਿਹੜੀ ਹੈਗੀ ਆ, ਉਹ ਕੀ ਹੈਗਾ, ਜਿਹੜੀ ਔਰਤ यहोवा का भय मानती है, हाँ। उसकी प्रशंसा की जाएगी। ਉਹਦੀ ਪ੍ਰਸ਼ੰਸਾ ਹੋਣੀ ਹੈ ਉਹਦੀ ਇੱਕ ਦਿਨ। ਜੋ ਮਰਜ਼ੀ ਕਰ ਲੋ, ਕਿਉਂਕਿ ਜਿਹੜੀ ਔਰਤ ਖੁਦਾ ਦਾ ਡਰ ਮੰਨੂਗੀ ਉਹਦੀ ਪ੍ਰਸ਼ੰਸਾ ਹਰ ਕੋਈ ਕਰੂਗਾ। ਉਹਦਾ ਆਦਮੀ ਵੀ ਕਰੂਗਾ, ਉਹਦੇ ਬੱਚੇ ਵੀ ਕਰਨਗੇ। ਅਸੀਂ ਹੁਣੀ ਪੜਿਆ ਇਸ ਗੱਲ। ਉਹਦੀ ਮਾਂ ਵੀ ਕਰੂਗੀ, ਉਹਦੀ ਸੱਸ ਸਹੁਰਾ ਵੀ ਕਰੂਗੇ, ਬਾਹਰ ਚਰਚ ਲੋਕ ਵੀ ਕਰੂਗੇ। ਉਹਦੀ ਪ੍ਰਸ਼ੰਸਾ ਹੋਣੀ ਹੈ, ਕਿਉਂਕਿ ਉਹ ਖੁਦਾ ਦਾ ਡਰ ਲੈ ਕੇ ਚੱਲਦੀ ਪਈ। ਹਾਲੇਲੂਇਆ। ਅਸੀਂ ਇੱਕ ਦੂਜੇ ਨੂੰ ਸਰਾਹਣਾ ਆ ਚਰਚ ਵਿੱਚ ਵੀ, ਇੱਕ ਦੂਜੇ ਨੂੰ, ਫੈਮਿਲੀ ਨੂੰ। ਜੇ ਕੋਈ ਕੁਝ ਕਰਦਾ ਪਿਆ ਤੁਸੀਂ ਉਹਦੇ ਨਾਲ ਜਾ ਕੇ ਹੈਲਪ ਕਰੋ ਤੁਸੀਂ ਉਹਦੀ, ਤਾਂ ਕਿ ਖੁਦਾ ਜਿਹੜਾ ਸਮਾਜ 'ਚ ਦੇਖਦਾ ਉਹ ਤੁਹਾਨੂੰ ਕੀ ਕਰੂਗਾ, ਫਿਰ ਅਪਲਿਫਟ ਕਰੂਗਾ ਤੁਹਾਨੂੰ, ਫਿਰ ਉਹਦੀ ਪ੍ਰਸ਼ੰਸਾ ਹੋਊਗੀ ਇੱਕ ਦਿਨ। ਲੇਕਿਨ ਆਪਣੀ ਪ੍ਰਸ਼ੰਸਾ ਨਾ ਕਰੀਏ, ਇਹ ਕਰਨਾ ਕਿ ਮੈਂ ਖੁਦਾ ਲਈ ਕਰਦਾ ਆਪਣਾ, ਦੈਟਸ ਇਟ। ਹਾਲੇਲੂਇਆ। 6ਵੀਂ ਗੱਲ ਪੜਾਂਗੇ ਅਸੀਂ ਅੱਗੇ ਹੁਣ। ਤੁਹਾਨੂੰ ਸਭ ਨੂੰ ਸਮਝ ਆਈ ਗੱਲ? ਤੁਹਾਨੂੰ ਪਹਿਲੀ ਗੱਲ ਪੜ੍ਹੀ ਸੀ ਸੱਚਾਈ, ਦੂਜੀ ਗੱਲ ਪੜ੍ਹੀ ਅਸੀਂ ਹਾਂਜੀ ਆਦਰਯੋਗ, ਔਰ ਤੀਜੀ ਗੱਲ ਜੋ ਸਹੀ ਹੈਗਾ, ਔਰ ਚੌਥੀ ਗੱਲ शुद्ध, ਪਿਓਰਿਟੀ, ਔਰ ਪੰਜਵੀਂ ਗੱਲ ਸੁਹਾਵਣੀਆਂ ਗੱਲਾਂ। ਹਾਂਜੀ, 6ਵੀਂ ਗੱਲ ਪੜ੍ਹੀਏ ਮੇਰੇ ਨਾਲ। ਜਿਹੜੀਆਂ ਨੇਕ ਨਾਮੀ ਦੀਆਂ ਗੱਲਾਂ ਹਨ। ਹਾਂਜੀ, ਆइए ਪੜਾਂਗੇ ਅਸੀਂ ਪਹਿਲਾ ਥਿਸਲੋਨੀਓ ਉਹਦੀ 5 ਤੇ ਉਹਦੀ 12-13 ਪੜਾਂਗੇ ਅਸੀਂ। ਇਹਨੂੰ ਖੋਲਾਂਗੇ ਅੱਗੇ ਜਾ ਕੇ ਕਿ ਜਿਹੜੀਆਂ ਗੱਲਾਂ ਨੇਕ ਨਾਮੀ ਦੀਆਂ ਹੈਗੀਆਂ, ਉਹਨਾਂ 'ਚ ਸਭ ਤੋਂ ਨੇਕ ਇੱਕ ਕੰਮ ਕਰਨਾ ਅਸੀਂ ਸਭ ਨੇ, ਅਸੀਂ ਉਹਨੂੰ ਫੋਲੋ ਕਰਨਾ ਹੈ, ਅਸੀਂ ਉਹਦੀ ਪ੍ਰੈਕਟਿਸ ਕਰਨੀ ਹੈ ਉਸ ਚੀਜ਼ ਦੀ। ਹੁਣ हे ਭਰਾਵੋ, ਹਾਂਜੀ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਹਾਂ। ਭਈ ਜਿਹੜੇ ਤੁਹਾਡੇ ਵਿੱਚ ਹਾਂ। ਮਿਹਨਤ ਕਰਦੇ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਹਨ ਹਾਂ। ਅਤੇ ਤੁਹਾਨੂੰ ਚਿਤਾਰਦੇ ਹਨ, ਹਾਂ। ਤੁਸੀਂ ਉਹਨਾਂ ਨੂੰ ਮੰਨੋ। ਕੀ ਕਰੋ ਤੁਸੀਂ ਉਹਨਾਂ ਨੂੰ ਮੰਨੋ। ਕਹਿੰਦੇ ਹੁਣ ਤੁਹਾਡੇ ਅੱਗੇ ਇਸ ਹਿੰਦੀ 'ਚ ਪੜ੍ਹ, ਹਿੰਦੀ 'ਚ ਬਹੁਤ ਅੱਛਾ ਲਿਖਿਆ ਐਕਚੁਅਲੀ। प्रेज द लॉर्ड। हे भाइयों, हाँ। हम तुमसे विनती करते हैं कि जो तुम में परिश्रम करते हैं और प्रभु में तुम्हारे अगुवे हैं और तुम्हें शिक्षा देते हैं, उन्हें मानो। प्रेज लॉर्ड। ਕਹਿੰਦੇ ਤੁਸੀਂ ਜਿਹੜੇ ਤੁਹਾਡੇ ਪਾਸਟਰ ਹੈਗੇ, ਜਿਹੜੇ ਤੁਹਾਨੂੰ ਸਿੱਖਿਆ ਦਿੰਦੇ ਪਏ, ਤੁਸੀਂ ਕੀ ਕਰੋ, ਉਹਨਾਂ ਦੀਆਂ ਮੰਨੋ। ਉਹਨਾਂ ਦੀ ਗੱਲਾਂ ਨੂੰ ਤੁਸੀਂ ਮੰਨੋ, ਕਿਉਂਕਿ ਉਹ ਤੁਹਾਨੂੰ ਖੁਦਾ ਦੀਆਂ ਗੱਲਾਂ ਦੱਸਦੇ ਪਏ। ਹਾਲੇਲੂਇਆ। ਜਿਹੜੇ ਤੁਹਾਡੇ ਕਹਿੰਦੇ ਪਰਿਸ਼ਰਮ ਕਰਦੇ ਪਏ, ਪਰਿਸ਼ਰਮ, ਉਹ ਤੁਹਾਡੇ ਲਈ ਪਰਿਸ਼ਰਮ ਕਰਦੇ ਪਏ ਆ ਚਰਚ ਵਾਸਤੇ। ਠੀਕ ਹੈ ਜੀ, ਉਹ ਪ੍ਰਾਰਥਨਾ ਕਰਦੇ ਆ, ਉਹ ਵਚਨ ਪੜ੍ਹ ਕੇ ਤੁਹਾਨੂੰ ਲੱਭ ਕੇ ਗੱਲਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਕਿ ਅਸੀਂ ਇਹਨਾਂ ਗੱਲਾਂ ਨੂੰ ਕੀ ਕਰਨਾ, ਫਿਰ ਮੰਨਣਾ। ਅਸੀਂ ਇਹਨਾਂ ਗੱਲਾਂ ਨੂੰ, ਅਸੀਂ ਇਹਨਾਂ ਗੱਲਾਂ ਦੀ ਪ੍ਰੈਕਟਿਸ ਕਰਨੀ ਆ, ਨਾ ਕਿ ਅਸੀਂ ਉਹਨਾਂ ਨੂੰ ਕੀ ਕਰਨਾ, ਅਸੀਂ ਸ਼ਾਂਤੀ ਬਣਾਉਣੀ। ਐਕਚੁਅਲੀ ਇਹਦਾ ਮਤਲਬ ਹੈਗਾ ਅਸਲੀ ਕਿ ਤੁਸੀਂ ਉਹਨਾਂ ਨਾਲ ਪੀਸ ਬਣਾ ਕੇ ਰੱਖਣਾ, ਪੀਸ, ਕਿ ਨਹੀਂ ਕਿ ਮੈਂ ਇਸ ਗੱਲ ਨੂੰ ਸੁਣਿਆ ਤੇ ਮੈਂ ਇਸ ਗੱਲ ਨੂੰ ਕੀ ਕਰੂੰਗਾ, ਮੰਨੂੰਗਾ, ਕਿਉਂਕਿ ਇਹ ਪ੍ਰਭੂ ਦਾ ਵਚਨ ਹੈ, ਮੇਰਾ ਨਹੀਂ ਹੈ। ਹਾਲੇਲੂਇਆ। ਹਾਲੇਲੂਇਆ। ਇਹ ਕਿਹਦਾ ਵਚਨ ਹੈਗਾ? ਇਹ ਪਰਮੇਸ਼ਰ ਦਾ। ਇਹ ਗੱਲਾਂ ਉਹ ਗੱਲਾਂ ਜਿਹੜੀਆਂ ਮਨ ਭਾਵ ਦੀਆਂ ਗੱਲਾਂ ਹੈਗੀਆਂ, ਤੁਸੀਂ ਇਹਨਾਂ ਨੂੰ ਮਨ 'ਚ ਰੱਖਣਾ ਆ। ਇਹ ਸਾਡੇ ਮਨ ਨੂੰ ਕੀ ਕਰੂੰਗੇ, ਸਾਨੂੰ ਹਾਲੇਲੂਇਆ ਸਾਡੀ ਸ਼ਾਂਤੀ ਨੂੰ ਇਹ ਲੈ ਕੇ ਆਣਗੀਆਂ, ਉਸ ਖੁਦਾ ਦੀ ਸ਼ਾਂਤੀ ਨੂੰ ਲੈ ਕੇ ਆਣਗੀਆਂ। ਜੇ ਅਸੀਂ ਪਾਸਟਰ ਦੀ ਗੱਲ ਮੰਨਦੇ ਹਾਂ, ਲੇਕਿਨ ਪਾਸਟਰ ਦੀ ਉਹ ਗੱਲ ਨਹੀਂ ਮੰਨਣੀ ਜਿਹੜੀ ਖੁਦਾ ਦੇ ਖਿਲਾਫ ਹੈਗੀ ਜਾਂ ਵਚਨ ਤੋਂ ਬਾਹਰ ਹੈਗੀ, ਉਹ ਨਹੀਂ। ਜੇ ਮੈਂ ਕਹਾਂਗਾ ਆਓ ਤੁਸੀਂ ਮੂੰਹ ਖੋਲੋ, ਤੁਹਾਡੇ ਸੋਨੇ ਦਾ ਦੰਦ ਆਊਗਾ ਹੁਣੀ। ਅਸੀਂ ਜਿੱਦਾਂ ਮੈਂ ਇਹਨਾਂ ਗੱਲਾਂ ਨੂੰ ਦੇਖਿਆ ਲੋਕੀ ਕਰਦੇ ਪਏ ਆ,
ਠੀਕ ਹੈ ਜੀ। ਤੁਹਾਡੇ ਆਪਣਾ ਪਾਕਟ ਚੈੱਕ ਕਰੋ ਜੀ, ਤੁਹਾਡੇ ਪਾਕਟ 'ਚ $100 ਆ ਗਿਆ ਹੋਣੀ। ਇਹ ਗੱਲਾਂ ਕੀ ਹੈਗੀਆਂ? ਇਹ ਗੱਲਾਂ ਨਹੀਂ ਹੈਗੀਆਂ। ਇਹ ਗੱਲਾਂ ਉਹ ਜਿਹੜੀ ਗੱਲਾਂ ਦੱਸਦਾ ਪਿਆ ਪੌਲਸ, ਉਹ ਕਹਿੰਦਾ ਤੁਸੀਂ ਉਹਨਾਂ ਗੱਲਾਂ ਨੂੰ ਮੰਨਣਾ ਹੈ ਜਿਹੜੀਆਂ ਪਾਸਟਰ ਤੁਹਾਡੇ ਲਈ ਕਰਦਾ, ਪਰਿਸ਼ਰਮ ਕਰਦਾ ਪਿਆ ਤੁਹਾਡੇ ਲਈ ਉਹ। ਹਾਲੇਲੂਇਆ। ਅੱਗੇ ਅਸੀਂ ਪੜਾਂਗੇ ਇਸ ਗੱਲ ਨੂੰ। ਜੇ ਕੁਝ ਗੁਣ ਹੈ, ਕਹਿੰਦਾ ਜੇ ਕੁਝ ਗੁਣ ਹੈ ਔਰ ਅਤੇ ਜੇ ਕੁਝ ਸ਼ੋਭਾ ਹੈ, ਸ਼ੋਭਾ, ਦੋ ਗੱਲਾਂ ਆ, ਸਦਗੁਣ ਔਰ ਸ਼ੋਭਾ। ਪ੍ਰੇਜ਼ ਦ ਲਾਰਡ। ਤਾਂ ਉਹਨਾਂ ਗੱਲਾਂ ਦੀ ਵਿਚਾਰ ਕਰੋ। ਪ੍ਰੇਜ਼ ਦ ਲਾਰਡ। ਆइए ਅਸੀਂ ਪੜਾਂਗੇ ਸਾਮ 34 ਉਹਦੀ ਇੱਕ ਆਇਤ ਪੜਾਂਗੇ ਅਸੀਂ। ਭਜਨ ਸੰਹਿਤਾ ਪੰਜਾਬੀ 'ਚ ਹੈਗਾ ਜ਼ਬੂਰਾਂ ਦੀ ਪੋਥੀ, ਜ਼ਬੂਰਾਂ ਦੀ ਪੋਥੀ 34 ਉਹਦਾ 1। 34 ਅਧਿਆਇ ਉਹਦੀ 1 ਬਾਬ। ਹੁਣ ਸਦਗੁਣ ਅਸੀਂ ਕਿਹਨੂੰ ਦੇਖਣਾ? ਕੌਣ ਕਿਹਦੇ ਵਿੱਚ ਸਦਗੁਣ ਹੈਗੇ ਆ ਤੇ ਕਿਹਦੀ ਪ੍ਰਸ਼ੰਸਾ ਕਰਨੀ ਹੈ? ਇਹ ਸਾਨੂੰ ਹੁਣ ਗੱਲਾਂ ਦੇਖਣੀਆਂ ਸੀ। ਪ੍ਰੇਜ਼ ਦ ਲਾਰਡ। ਪੜ੍ਹੀਏ ਜੀ। ਮੈਂ ਹਰ ਵੇਲੇ ਯਹੋਵਾ ਨੂੰ ਮੁਬਾਰਕ ਆਖਾਂਗਾ, ਹਾਂਜੀ, ਉਹਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਕਹਿੰਦਾ ਮੈਂ ਸਦਾ ਯਹੋਵਾ ਨੂੰ ਕੀ ਕਰੂੰਗਾ? ਮੈਂ ਮੁਬਾਰਕ ਆਖਾਂਗਾ। ਮੁਬਾਰਕ ਆਖੂੰਗਾ ਕਿਉਂਕਿ ਉਹ ਸਦਗੁਣ ਪਰਮੇਸ਼ਵਰ ਆ, ਉਹਦੇ ਵਿੱਚ ਸਾਰੇ ਗੁਣ ਹੈਗੇ ਆ। ਇਸ ਕਰਕੇ ਔਰ ਉਹਦੀ ਪ੍ਰਸ਼ੰਸਾ ਕਰੂੰਗਾ ਮੈਂ। ਹਾਲੇਲੂਇਆ। ਉਹਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ। ਹਮੇਸ਼ਾ ਅਸੀਂ ਇਹਨਾਂ ਗੱਲਾਂ ਨੂੰ ਦੇਖਣਾ, ਸਾਡੇ ਮੂੰਹ 'ਚ ਗਾਲਾਂ ਨਾ ਹੋਣ। ਪੌਲਸ ਕਹਿੰਦਾ ਆਪਣੇ ਤੁਸੀਂ ਚੇਂਜ ਕਰੋ, ਆਪਣੇ ਪੁਰਾਣੇ ਮਨੁੱਖ ਨੂੰ ਤੁਸੀਂ ਛੱਡ ਦਿਓ। ਤੁਸੀਂ ਆਹ ਗੱਲਾਂ ਨੂੰ ਫੋਲੋ ਕਰੋ। ਆਪਣੇ ਮੂੰਹ ਨਾਲ ਤੁਸੀਂ ਕੀ ਨਾ ਕਰੋ, ਭੈੜੇ ਜੋਕਸ ਨਾ ਕਰੋ, ਬਲਕਿ ਤੁਸੀਂ ਪ੍ਰਭੂ ਦਾ ਕੀ ਕਰੋ? ਤੁਸੀਂ ਪ੍ਰਸ਼ੰਸਾ ਕਰੋ, ਉਹਦਾ ਗੁਣਗਾਨ ਕਰੋ, ਕਿਉਂਕਿ ਉਹ ਸਦਗੁਣ ਪਰਮੇਸ਼ਵਰ ਆ, ਉਹਦੇ ਵਿੱਚ ਸਦਗੁਣ ਆ ਉਹਦੇ ਵਿੱਚ। ਹਾਲੇਲੂਇਆ। ਉਹਦੀ ਸੱਚਾਈ ਲਈ ਤੁਸੀਂ ਧੰਨਵਾਦ ਕਰੋ, ਤੁਸੀਂ ਪ੍ਰਸ਼ੰਸਾ ਕਰੋ। ਉੱਠਦੇ ਬੈਠਦੇ, ਇਕੱਲੇ ਬੈਠੇ ਆ, ਬਹਿ ਜਾਓ 2 ਮਿੰਟ 5 ਮਿੰਟ ਦੁਆ 'ਚ ਬਹਿ ਜਾਓ ਕਿ ਪ੍ਰਭੂ ਮੈਂ ਕੁਝ ਨਹੀਂ ਕਰਨਾ, ਨਾ ਬਾਈਬਲ ਪੜ੍ਹ, ਕੁਝ ਨਾ ਕਰੋ, ਘੁੱਟਨੇ ਟੇਕ ਕੇ ਬਸ ਪ੍ਰਭੂ ਜੀ ਮੈਂ ਤੇਰਾ ਧੰਨਵਾਦ ਕਰਦਾ, ਤੂੰ ਮਹਾਨ ਪਰਮੇਸ਼ਵਰ ਆ। ਬਸ ਇਹ ਖੁਦਾ ਨੂੰ ਪਸੰਦ ਆ। ਧੂਫਾਂ ਜਗਾਉਣ ਦਾ ਉਹ ਨਹੀਂ ਖੁਸ਼ ਹੁੰਦਾ, ਨਾ ਕੈਂਡਲਾਂ ਜਗਾਉਣਾ ਹੁੰਦਾ ਖੁਸ਼ ਉਹ, ਨਾ ਹੀ ਉਹ ਤੁਸੀਂ ਜੇ ਰੋਜ਼ ਦੀ ਪਾਉਂਦੇ ਕੁਝ ਹੋਰ ਚੀਜ਼ਾਂ ਕਰਦੇ ਨਾ। ਉਹ ਤੁਹਾਨੂੰ ਚਾਹੁੰਦਾ ਕਿ ਤੁਸੀਂ ਆਪਣੇ ਦਿਲ 'ਚ ਕੀ ਕਰਦੇ ਹੋ ਮੇਰੇ ਲਈ। ਹਾਲੇਲੂਇਆ। ਅਗਲੀ ਅਸੀਂ ਗੱਲ ਪੜਾਂਗੇ, ਅਸੀਂ ਲਾਸਟ ਗੱਲ ਪੜਾਂਗੇ ਅਸੀਂ ਹੁਣ ਜੀ, 8ਵੀਂ ਗੱਲ ਪੜਾਂਗੇ ਅਸੀਂ। ਫਿਨਿਸ਼ ਉੱਥੇ ਗੱਲ ਲਿਖੀ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਕੀ ਕਰੋ। ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ, ਉਹੀਓ ਕਰੋ, ਤਾਂ ਸ਼ਾਂਤੀ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ। ਪ੍ਰੇਜ਼ ਦ ਲਾਰਡ। ਜੇ ਤੁਸੀਂ ਕਹਿੰਦੇ ਇਹਨਾਂ 7 ਗੱਲਾਂ ਨੂੰ ਕਰੋਗੇ, 8 ਗੱਲਾਂ ਨੂੰ ਕਰੋਗੇ, ਤਾਂ ਤੁਸੀਂ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀਦਾਇਕ ਪਰਮੇਸ਼ਵਰ ਤੁਹਾਡੇ ਨਾਲ ਹੋਊਗਾ। ਹਾਲੇਲੂਇਆ। ਅਸੀਂ ਦੇਖ ਸਕਦੇ ਹਾਂ ਕਿ ਜੇ ਅਸੀਂ ਇਹਨਾਂ ਗੱਲਾਂ ਨੂੰ ਫੋਲੋ ਕਰਾਂਗੇ, ਜਿਹੜੀਆਂ ਅਸੀਂ ਅੱਜ ਸਟੈਪਸ ਦੇਖੇ ਅਸੀਂ ਇੱਥੇ। ਪਹਿਲੀ ਗੱਲ ਕੀ ਸੀ? ਪਹਿਲਾਂ ਸੱਚਾਈ ਜੀ, ਆਦਰਯੋਗ ਜੀ, ਸ਼ੁੱਧ, ਹਾਂਜੀ, ਯਥਾਰਥ, ਹਾਂਜੀ, ਸ਼ੁੱਧ, ਸੁਹਾਵਣੀਆਂ, ਨੇਕਨਾਮੀ, ਗੁਣ ਅਤੇ ਸ਼ੋਭਾ। ਪ੍ਰੇਜ਼ ਦ ਲਾਰਡ। ਔਰ ਜੇ ਤੁਸੀਂ ਕਹਿੰਦੇ ਇਹਨਾਂ ਗੱਲਾਂ ਨੂੰ ਤੁਸੀਂ ਥਿੰਕ ਕਰੋ, ਤੁਸੀਂ ਸੋਚੋ, ਇੱਥੇ ਪ੍ਰੈਕਟਿਸ ਕਰਨੀ ਹੈ। ਇੱਥੇ ਕਰੋਗੇ ਪ੍ਰੈਕਟਿਸ, ਕਿੱਥੇ ਆਊਗੀ ਤੁਹਾਡੇ? ਫਿਰ ਉਹ ਦਿਲ ਦੇ ਵਿੱਚ, ਮਨ ਵਿੱਚ। ਹੁਣ ਜਿਵੇਂ ਸਾਥ ਨੂੰ ਜੇ ਮੈਂ ਭੈਣੀ ਫਿਲਮਾਂ ਦੇਖੂੰਗਾ ਤੇ ਉਹ ਵੀ ਕਿੱਥੇ ਆਉਂਗੀ? ਮੇਰੇ ਉਹ ਦਿਲ 'ਚ ਹੀ ਰਹਿਣੀ ਹੈ। ਫਿਰ ਭਾਵ ਪੈਦਾ ਹੁੰਦੇ ਕਿ ਮੈਂ ਇਦਾਂ ਦਾ ਕਰਾਂ ਕਿਸੇ ਦੇ ਨਾਲ। ਇਹ ਗੱਲ ਸੱਚ ਹੈ। ਇਹ ਫਿਰ ਦਿਲ 'ਚੋਂ ਭਾਵਨਾ ਪੈਦਾ ਕਰਦਾ ਸ਼ੈਤਾਨ ਕਿ ਤੂੰ ਹੁਣ ਲੱਭ ਕਿਸੇ ਨੂੰ ਜਿਹਦੇ ਨਾਲ ਤੂੰ ਆਪਣਾ ਇਹ ਦਿਲ ਦੀਆਂ ਗੱਲਾਂ ਤੂੰ ਜਿਹਦੇ ਉੱਪਰ ਤੂੰ ਪੂਰਾ ਕਰ ਸਕੇ, ਕਿਉਂਕਿ ਉਹ ਸਾਨੂੰ ਕੀ ਕਰਦਾ ਅੰਦਰੋਂ? ਫਿਰ ਉਹ ਉਤੇਜਿਤ ਕਰਦਾ ਉਹਨਾਂ ਗੱਲਾਂ ਨੂੰ। ਜੇ ਮੈਂ ਸ਼ਰਾਬੀਆਂ 'ਚ ਬੈਠੂੰਗਾ ਤੇ ਇੱਕ ਦਿਨ ਮੈਂ ਵੀ ਸ਼ਰਾਬ ਪੀਊਂਗਾ, ਇਹ ਗੱਲ ਪੱਕੀ ਆ। ਖੁਦਾ ਨੇ ਕਿਹਾ ਮੁਖਾਲੀਆਂ ਦੇ ਝੁੰਡ 'ਚ ਤੂੰ ਨਹੀਂ ਬਹਿਣਾ ਹੀ ਨਹੀਂ, ਛੱਡ ਦਿਓ। ਉਹ ਤੁਹਾਡਾ ਗੁੱਸਾ ਕਰਦਾ ਕਰੇ ਚਾਹੇ ਉਹ, ਲੇਕਿਨ ਤੁਸੀਂ ਉਹਨੂੰ ਵੀ ਕਹੋ ਕਿ ਨਹੀਂ, ਕਿ ਤੈਨੂੰ ਵੀ ਆਹ ਗੱਲ ਛੱਡਣੀ ਚਾਹੀਦੀ ਹੈ। ਫੇਰ ਤੁਸੀਂ ਉਹਦੇ ਸੱਚੇ ਦੋਸਤ ਨਾ ਤੁਸੀਂ ਉਹਦੇ, ਹਨਾ। ਜੇ ਕੋਈ ਸਿਗਰਟਾਂ ਪੀਂਦਾ ਪਿਆ ਜਾਂ ਕਿ ਪੌਨ ਫਿਲਮਾਂ ਦੇਖਦਾ ਪਿਆ। ਹੁਣ ਮੇਰਾ ਇੱਕ ਫਰੈਂਡ ਹੈਗਾ ਐਡਲੇਟ ਦੇ ਵਿੱਚ, ਉਹਨੇ ਮੈਨੂੰ ਦੱਸਿਆ, ਕਹਿੰਦਾ ਭਾਜੀ ਮੈਂ ਇਸ ਮੈਂ ਪ੍ਰੋਬਲਮ ਦੇ ਵਿੱਚ ਹੈਗਾ ਆ। ਉਹਨੇ ਆਪਣਾ ਪਾਪ ਮੇਰੇ ਅੱਗੇ ਮੰਨਿਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਮੈਂ ਤੇਰੀ ਕਰੂੰਗਾ ਹੈਲਪ, ਹੈ ਨਾ। ਅਸੀਂ ਤੁਸੀਂ ਕੀ ਕਰਨੀ? ਅਸੀਂ ਹੈਲਪ ਕਰਨੀ ਹੈ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਇਦਾਂ ਕਰ, ਤੂੰ ਪ੍ਰਾਰਥਨਾ ਕਰ, ਐਂਡ ਨਾਓ ਹੀ ਇਜ਼ ਫ੍ਰੀ। ਤੇ ਕਿਹਨੇ ਕੀਤਾ ਉਹਨੂੰ ਭਲਾ ਫ੍ਰੀ? ਉਹਨੂੰ ਕੀਤਾ ਪਵਿੱਤਰ ਆਤਮਾ ਜੀ ਨੇ ਫ੍ਰੀ, ਲੇਕਿਨ ਉਹਨੇ ਆਪਣੇ ਪਾਪ ਨੂੰ ਮੰਨਿਆ। ਉਹ ਪਰੇਸ਼ਾਨ ਸੀਗਾ, ਉਹਨੇ ਮੈਨੂੰ ਦੱਸਿਆ ਵੀ ਮੈਂ ਇਦਾਂ ਦੀਆਂ ਪ੍ਰੋਬਲਮ 'ਚ ਹੈਗਾ ਹੈ ਨਾ। ਉਹਦੀ ਵਾਈਫ ਵੀ ਹੈਗੀ, ਬੱਚੇ ਵੀ ਹੈਗੇ ਆ। ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਕੁਆਰੇ ਬੱਚੇ ਹੁੰਦੇ ਜਾਂ ਇੱਦਾਂ ਦੇ, ਨਹੀਂ, ਵਿਆਹੇ ਜ਼ਿਆਦਾ ਹੁੰਦੇ, ਜਿਹੜੇ ਏਜ ਹੈਗੇ ਉਹ ਜ਼ਿਆਦਾ ਇਹਨਾਂ ਗੱਲਾਂ 'ਚ ਹੈਗੇ ਆ। ਲੇਕਿਨ ਉਹ ਕਿੱਦਾਂ ਅਸੀਂ ਹਟ ਸਕਦੇ? ਅਸੀਂ ਹਟ ਸਕਦੇ ਹਾਂ ਜਦੋਂ ਅਸੀਂ ਆਪਣੇ ਮਾਈਂਡ ਨੂੰ ਇਕਵਿਪ ਕਰਦੇ ਕਿਸੇ ਹੋਰ ਗੱਲਾਂ ਦੇ ਨਾਲ। ਪੌਲਸ ਕਹਿੰਦਾ ਪਿਆ ਕਿ ਤੁਸੀਂ ਇਹਨਾਂ ਗੱਲਾਂ ਨਾਲ ਇਕਵਿਪ ਕਰੋ ਔਰ ਤੁਸੀਂ ਇਹਦੀ ਪ੍ਰੈਕਟਿਸ ਕਰਨੀ ਆ। ਤੁਸੀਂ ਇਹਨੂੰ ਮੈਡੀਟੇਟ ਰੋਜ਼ ਤੁਸੀਂ ਪ੍ਰੈਕਟਿਸ ਕਰਨੀ, ਰੋਜ਼ ਤੁਸੀਂ ਸੋਚਣਾ ਇਹਨਾਂ ਗੱਲਾਂ ਦੇ ਉੱਪਰ। ਹਾਲੇਲੂਇਆ। ਆਈਏ ਅਸੀਂ ਇੱਕ ਆਖਰੀ ਵਰਸ ਪੜਾਂਗੇ। ਅਸੀਂ ਪੜਾਂਗੇ ਦੂਸਰਾ ਕੁਰਿੰਥੀਆਂ। ਅਸੀਂ 5 ਸਾਰਾ ਪੜਾਂਗੇ ਤੇ ਅਸੀਂ ਇਸ ਬੱਚੇ ਨੂੰ ਫਿਨਿਸ਼ ਕਰਾਂਗੇ ਇੱਥੇ।
दूसरा कुरिन्थियां 5:17। प्रेज़ द लॉर्ड, हालेलुया। ਦੂਜਾ ਕੁਰਿੰਥੀਆਂ 5:17 हाँ जी, ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਉਹ ਨਵੀਆਂ ਹੋ ਗਈਆਂ ਹਨ। ਹਾਲੇਲੂਇਆ। ਕਹਿੰਦਾ ਜੇ ਤੁਸੀਂ ਮਸੀਹ 'ਚ ਹੈਗੇ ਆ, ਤੁਸੀਂ ਅੱਜ ਆਪਣੇ ਪਾਪਾਂ ਦਾ ਇਕਰਾਰ ਕਰੋ ਤੇ ਪੁਰਾਣੀ ਗੱਲਾਂ ਨੂੰ ਕੀ ਕਰੋ, ਤੁਸੀਂ ਉਹਨਾਂ ਨੂੰ ਛੱਡ ਦਿਓ। ਛੱਡ ਦਿਓ। ਜਿਹੜੀਆਂ ਗੱਲਾਂ ਹੋ ਗਈਆਂ, ਤੁਸੀਂ ਚਿੰਤਾ ਨਾ ਕਰੋ। ਹੁਣ ਸਾਡਾ ਮੇਨ ਟੌਪਿਕ ਕੀ ਹੈਗਾ ਭਲਾ? ਦਾ ਪੀਸ ਆਫ ਗॉड। ਉਦੋਂ ਤੁਹਾਡੇ ਜੀਵਨ 'ਚ ਆਊਗਾ, ਪਰਮੇਸ਼ਰ ਸ਼ਾਂਤੀ ਉਦੋਂ ਆਊਗੀ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਕੀ ਕਰਦੇ ਆਪਣੇ ਜੀਵਨ ਦੇ ਵਿੱਚ ਪ੍ਰੈਕਟਿਸ ਕਰੋਗੇ। ਜਦੋਂ ਤੁਸੀਂ ਇਹਨਾਂ ਗੱਲਾਂ ਨੂੰ, ਤੁਸੀਂ ਸੱਚਾਈ ਦੀ ਤੁਸੀਂ ਭਾਲ ਕਰਨੀ ਹੈ, ਯਿਸੂ ਮਸੀਹ ਦੀ ਵਚਨ ਦੀ। ਹਾਲੇਲੂਇਆ। ਤੁਸੀਂ ਵਚਨ ਨੂੰ ਰੋਜ਼ ਪੜ੍ਹਨਾ ਆ, ਚਾਹੇ ਤੁਹਾਡਾ ਦਿਲ ਕਰੇ ਚਾਹੇ ਤੁਹਾਡਾ ਦਿਲ ਨਾ ਕਰੇ, ਲੇਕਿਨ ਪੜ੍ਹਨਾ ਆ। ਜਦੋਂ ਪੜੋਗੇ ਨਾ ਤੁਸੀਂ ਪ੍ਰੈਕਟਿਸ ਕਰ ਰਹੇ ਆਪਣੇ ਆਪ ਨੂੰ। ਤੁਸੀਂ ਧੌਣ ਤੋਂ ਫੜ ਕੇ ਆਪਣੇ ਨੂੰ ਕੀ ਕਰਨਾ ਹੈ? ਇੱਥੇ ਆ ਕੇ ਬੈਠ। ਕਿਉਂਕਿ ਪੌਲਸ ਇਦਾਂ ਕਹਿੰਦਾ ਮੈਂ ਆਪਣੇ ਨੂੰ ਕੀ ਕਰਦਾ? ਆਪਣੇ ਆਪ ਨੂੰ ਕਹਿੰਦਾ ਮਾਰਦਾ ਕੁੱਟਦਾ ਮੈਂ, ਕਿ ਨਹੀਂ ਤੂੰ ਇੱਥੇ ਬੈਠ, ਆ ਤੇਰੀ ਜਗ੍ਹਾ ਹੋਣੀ ਚਾਹੀਦੀ ਆ। ਤੁਸੀਂ ਮਦਦ ਮੰਗਣੀ ਖੁਦਾ ਕੋਲੋਂ, ਵਚਨ ਤੁਹਾਨੂੰ ਕਰੂਗਾ ਤੁਹਾਡੀ ਮਦਦ। ਮੇਰੀ ਮਦਦ ਹੁੰਦੀ ਪਈ ਆ, ਇਹਦੀ ਹੈਲਪ ਹੋ ਰਹੀ ਹੈ, ਅਸੀਂ ਵੀ ਕਰਦੇ ਪਏ ਹਾਂ ਤੇ ਅਸੀਂ ਸਾਰੇ ਕਰਾਂਗੇ ਫਿਰ। ਹਾਲੇਲੂਇਆ। ਆਈਏ ਅਸੀਂ ਖੜੇ ਹੋਵਾਂਗੇ, ਅਸੀਂ ਅੱਜ ਆਪਣੇ ਪਾਪਾਂ ਦਾ ਇਕਰਾਰ ਕਰਾਂਗੇ, ਖੁਦਾ ਦੇ ਅੱਗੇ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਕਿ ਖੁਦਾਵੰਦ ਜਿਹੜਾ ਹੈਗਾ ਆ ਸਾਨੂੰ ਇਹਨਾਂ ਗੱਲਾਂ ਤੋਂ ਕੱਢੇ। ਆਈਏ ਇਸੇ ਵਚਨ ਵਾਸਤੇ ਪ੍ਰਾਰਥਨਾ ਕਰਾਂਗੇ। ਮੈਂ ਚਾਹੁੰਦਾ ਕਿ ਆਂਟੀ ਜੀ ਧੰਨਵਾਦ ਕਰਨ ਅੱਜ ਦੇ ਵਚਨ ਵਾਸਤੇ। ਬੇਟਾ ਉਹਨਾਂ ਨੂੰ ਮਾਈਕ ਦੇ ਦਿਓ ਆਂਟੀ ਜੀ ਨੂੰ। ਧੰਨਵਾਦ 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 ਪ੍ਰਭੂ ਇਸ ਵਜੇ ਦਿਨ ਵਾਸਤੇ ਖੁਦਾਵੰਦ Thank you, ਦਾ Jesus. ਸ਼ੁਕਰਗੁਜ਼ਾਰ ਹਾਂ ਖੁਦਾਵੰਦ। ਤੇਰੀ ਹਜ਼ੂਰੀ ਵਾਸਤੇ ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਤਾਰੀਫ Thank you, ਕਰਦੇ ਹਾਂ Father. ਖੁਦਾਵੰਦ। ਅੱਜ ਦੇ ਪਵਿੱਤਰ ਵਚਨ ਵਾਸਤੇ ਖੁਦਾਵੰਦ ਤੇਰਾ ਧੰਨਵਾਦ, ਤੇਰੀ ਤਾਰੀਫ ਕਰਦੇ ਹਾਂ ਖੁਦਾਵੰਦ। ਹਾਲੇਲੂਇਆ ਪ੍ਰਭੂ। ਇਹ ਸ਼ੁਕਰਗੁਜ਼ਾਰੀ ਵਾਸਤੇ ਖੁਦਾਵੰਦ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਖੁਦਾਵੰਦ। ਹਾਲੇਲੂਇਆ। ਤੇਰੇ ਦਾਸ ਵਾਸਤੇ, ਤੇਰੀ ਦਾਸੀ ਵਾਸਤੇ ਖੁਦਾਵੰਦ, ਜਿਨ੍ਹਾਂ ਨੇ ਖੁਦਾਵੰਦ ਦਾ ਸਾਨੂੰ ਇੰਨਾ ਖੁਦਾਵੰਦ ਦਾ ਅੱਛਾ ਵਚਨ ਸੁਣਾ ਕੇ ਖੁਦਾਵੰਦ Praise the ਦਾ Lord. ਆਪਣੇ ਵਚਨ ਨਾਲ ਹੋਰ ਜੋੜਿਆ ਖੁਦਾਵੰਦ ਦਾ। Yes, ਪ੍ਰਭੂ Father. ਯਿਸੂ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦ। ਤੇਰੀ ਸੱਚਾਈ ਸਾਡੇ ਸਭਨਾਂ ਦੇ ਵਿੱਚ ਖੁਦਾਵੰਦ ਦਾ ਵਾਸ ਕਰੇ ਖੁਦਾਵੰਦ। Hallelujah. ਜਿਸ ਤੱਕ ਤੇਰੇ ਦਾਸ ਨੇ ਅੱਜ 8 ਗੱਲਾਂ ਸਿਖਾਈਆਂ ਖੁਦਾਵੰਦ ਦਾ, ਉਹਨਾਂ ਗੱਲਾਂ ਤੇ ਖੁਦਾਵੰਦ ਦਾ ਮਜ਼ਬੂਤ ਹੋਣ ਵਾਸਤੇ ਸਾਨੂੰ ਫਜ਼ਲ ਦੇ ਖੁਦਾਵੰਦ। Yes, Father. ਸਾਡੀ ਇੱਕ ਘਟੀ ਤੇ ਕਮੀ ਨੂੰ ਖੁਦਾਵੰਦ ਦਾ ਦੂਰ ਕਰ ਦੇ Thank you, ਪ੍ਰਭੂ Jesus. ਯਿਸੂ ਜੀ। ਸਾਡੇ ਵਿੱਚ ਖੁਦਾਵੰਦ ਦਾ ਹਰ ਇੱਕ ਘਟੀ ਨੂੰ ਦੂਰ ਕਰਕੇ ਖੁਦਾਵੰਦ ਆਪਣੇ ਵਚਨ ਨਾਲ ਜੋੜ ਖੁਦਾਵੰਦ ਦਾ, ਤਾਂ ਕਿ ਤੇਰੇ ਵਚਨ ਤੇ ਖੁਦਾਵੰਦ ਦਾ ਖੜੇ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕੇ ਖੁਦਾਵੰਦ ਦਾ। Praise the ਤਾਂ ਕਿ Lord. ਖੁਦਾਵੰਦ ਦਾ ਤੇਰੇ ਵਿੱਚ ਹੋ ਕੇ ਖੁਦਾਵੰਦ ਤੇ ਇੱਥੋਂ ਨਵਿਆਂ ਤੋਂ ਨਵਾਂ ਪ੍ਰਕਾਸ਼ ਸਕ ਕੇ ਖੁਦਾਵੰਦ ਦਾ ਸਭਨਾਂ ਨੂੰ Hallelujah. ਸਿਖਾ ਸਕਣ Hallelujah. ਖੁਦਾਵੰਦ। ਇਸ ਘਰ ਨੂੰ ਉੱਚਾ ਕਰ, ਇਸ ਘਰ ਤੋਂ ਤੇਰਾ ਜਲਾਲਦਾਰ ਹੋਏ Yes, ਖੁਦਾਵੰਦ ਦਾ। Father. ਦੁਆ ਸੁਣ ਲੈ ਦੁਆ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗਣੀ ਆਮੀਨ। ਆਮੀਨ ਆਮੀਨ ਆਮੀਨ। ਹਾਲੇਲੂਇਆ। प्रेज द लॉर्ड। हालेलुया। हालेलुया। प्रभु यीशु मसीह के नाम की जय।